ਐਂਡ ਅਸੀਂ ਆਸ ਕਰਦੇ ਹਾਂ ਤੁਸੀਂ ਸੁੱਖੀ ਸਾਂਦੀ ਘਰਾਂ ਦੇ ਵਿੱਚ ਹੈਗੇ ਆ, ਸਭ ਸਿਹਤਯਾਬ ਆ। ਤਾਂ ਅਸੀਂ ਇਹੀ ਦੁਆ ਕਰਦੇ ਹਾਂ ਵੀ ਸੁੱਖ ਦਾ ਦਿਨ ਬੀਤੇ, ਸਿਹਤਮੰਦ ਰਹੋ। ਤਾਂ ਬਾਕੀ ਉਹਨਾਂ ਪਰਿਵਾਰਾਂ ਦੇ ਨਾਲ ਵੀ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਜਿਹੜੇ ਇਸ ਦੁੱਖ ਦੇ ਔਖੀ ਘੜੀ ਦੇ ਵਿੱਚ, ਇਸ ਪੈਂਡੈਮਿਕ ਦੇ ਵਿੱਚ ਜੋ ਵੀ ਕਰੋਨਾ ਨਾਲ ਜਾਂ ਵੈਸੇ ਕੋਈ ਮੌਤ ਹੋ ਗਈ, ਅਸੀਂ ਉਹਨਾਂ ਦੇ ਨਾਲ ਵੀ ਦੁੱਖ ਦੇ ਵਿੱਚ ਸ਼ਰੀਕ ਹੈਗੇ ਹਾਂ। ਸੋ ਅੱਜ ਆਪਾਂ ਜੋ ਟੌਪਿਕ ਲੈ ਕੇ ਆਏ ਹਾਂ ਮਨਜੀਤ, ਹਾਂਜੀ, ਸੋ ਉਹ ਹੈਗਾ ਜੋ ਕੱਲ੍ਹ ਆਪਣਾ ਮਦਰਸ ਡੇ ਸੀਗਾ। ਇਹਦੇ ਬਾਰੇ ਕਾਫੀ ਚਰਚਾ ਵੀ ਰਹੀ ਆ, ਸਾਰੇ ਟੀਵੀ ਪ੍ਰੋਗਰਾਮਸ ਉਹ ਵੀ ਪ੍ਰੋਗਰਾਮਸ ਕਰਦੇ ਆ। ਸੋ ਆਪਾਂ ਵੀ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਵੀ ਇੱਕ ਮਦਰ ਹੈ। ਹਾਂਜੀ, ਠੀਕ ਹੈ। ਮਦਰਸ ਜਿਹੜੀਆਂ ਇਟਸ ਅਮੇਜ਼ਿੰਗ ਕ੍ਰੀਏਚਰ। ਠੀਕ ਹੈ। ਬੱਚਿਆਂ ਨੂੰ ਭੁੱਖ ਲੱਗਣ ਤੋਂ ਪਹਿਲਾਂ ਮਾਵਾਂ ਨੂੰ ਪਤਾ ਲੱਗ ਜਾਂਦਾ ਵੀ ਬੱਚੇ ਨੂੰ ਭੁੱਖ ਲੱਗੀ ਹੈ ਜਾਂ ਟਾਈਮ ਹੋ ਗਿਆ, ਪਰ ਬਾਪ ਨੂੰ ਨਹੀਂ ਪਤਾ ਲੱਗਦਾ। ਪਰ ਐਨੀਵੇ, ਸੋ ਤੁਸੀਂ ਕੀ ਕਹਿਣਾ ਚਾਹੋਗੇ ਮਨਜੀਤ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਪਿਛਲੀ ਵੀਕ ਤੋਂ ਲੈ ਕੇ 1 ਵੀਕ ਹੋ ਗਿਆ ਆਪਾਂ ਨੂੰ ਪ੍ਰੋਗਰਾਮ ਦੇ ਵਿੱਚ ਮਿਲਿਆ ਨੂੰ। ਸੋ ਮਿਲ ਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਸਾਨੂੰ। ਅਤੇ ਲਾਸਟ ਵੀਕ ਜੇ ਇਸ ਟੌਪਿਕ 'ਤੇ ਅਸੀਂ ਗੱਲਬਾਤ ਕੀਤੀ ਸੀਗੀ ਵੀ ਹਸਬੈਂਡ ਵਾਈਫ ਜਿੱਦਾਂ ਆਪਸ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰੋ, ਇਕੱਠੇ ਨਾਲ ਥੋੜ੍ਹਾ ਬਹੁਤਾ ਕੰਮ ਕਾਰ ਕਰਵਾਓ। ਸੋ ਆਈ ਹੋਪ ਕਿ ਹੁਣ ਤੱਕ ਤਾਂ ਪ੍ਰੈਕਟਿਸ ਕਾਫੀ ਜ਼ਿਆਦਾ ਹੋ ਗਈ ਹੋਵੇਗੀ ਕਿ ਭਾਂਡੇ ਵਗੈਰਾ ਚੰਗੀ ਤਰ੍ਹਾਂ ਧੋਣੇ ਆ ਗਏ, ਕੱਪੜੇ ਧੋਣੇ ਬਹੁਤ ਵਧੀਆ ਤਰੀਕੇ ਨਾਲ ਆ ਗਏ ਹੋਣਗੇ ਕਿਉਂਕਿ ਪ੍ਰੈਕਟਿਸ ਕਾਫੀ ਹੋ ਗਈ। ਮੈਂ ਅੱਗੇ ਨਾਲ ਥੋੜ੍ਹਾ ਜਿਹਾ ਜ਼ਿਆਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਕੱਲ੍ਹ ਮੈਂ ਪਿਆਜ਼ ਵੀ ਕੱਟਿਆ, ਤਾਂ ਜਿਹੜਾ ਚੀਜ਼ ਸੀਗਾ ਉਹ ਵੀ ਕੱਦੂਕਾਸ ਕੀਤਾ ਜੀ ਮੈਂ। ਸੋ ਕਾਫੀ ਅੱਗੇ ਨਾਲੋਂ ਵੱਧ ਕੰਮ ਮੈਂ ਸ਼ੁਰੂ ਕਰ ਦਿੱਤਾ। ਹਾਂਜੀ, ਤੁਹਾਨੂੰ ਦੇਖ ਕੇ ਹੀ, ਤੁਹਾਡੀ ਇੰਪਰੂਵਮੈਂਟ ਦੇਖ ਕੇ ਹੀ। ਸੋ ਮੈਂ ਆਪਣੇ ਵੀਰਾਂ ਨੂੰ ਉਹੀ ਦੇਖ ਰਹੀ ਸੀ ਵੀ ਉਹਨਾਂ ਦੇ ਵਿੱਚ ਵੀ ਕਾਫੀ ਇੰਪਰੂਵਮੈਂਟ ਹੋ ਗਈ ਹੋਣੀ ਆ। ਅਤੇ ਰਾਜ ਨੂੰ ਤਾਂ ਹੁਣ ਐਕਚੁਅਲੀ ਮੈਨੀਕਿਓਰ ਪੈਡੀਕਿਓਰ ਦੀ ਲੋੜ ਹੈਗੀ ਆ ਨਾ। ਸੋ ਉਹ ਮੈਂ ਹੁਣ ਤੁਹਾਡਾ ਮੈਨੀਕਿਓਰ ਪੈਡੀਕਿਓਰ, ਮੈਨੂੰ ਤਾਂ ਉਹ ਜੋਕ ਦੀ ਇੱਕ ਜਿਹੜਾ ਚੁਟਕਲਾ ਸੀ ਚੇਤੇ ਆ ਗਿਆ। ਤਾਂ ਮੁੰਡਾ ਉਹ ਘਰ ਵਾਲੀ ਨਾਲ ਭਾਂਡੇ ਧੋਂਦਾ ਸੀ। ਹਾਂਜੀ, ਤਾਂ ਉਹਦਾ ਦੋਸਤ ਆ ਗਿਆ। ਦੋਸਤ ਕਹਿੰਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਭਾਂਡੇ ਧੋਣ ਲੱਗਾ ਥੱਲੇ ਲੱਗਾ। ਹਾਂਜੀ, ਕਹਿੰਦਾ ਇਹ 'ਚ ਸ਼ਰਮ ਵਾਲੀ ਕਿਹੜੀ ਗੱਲ ਹੈ ਵੀ ਕਦੇ ਕਦੇ ਮੇਰੀ ਘਰ ਵਾਲੀ ਮੇਰੇ ਨਾਲ ਕੱਪੜੇ ਵੀ ਤਾਂ ਧੋਆਈ ਦਿੰਦੀ ਹੈ। ਜੇ ਉਹ ਹਾਂਜੀ, ਜੇ ਕਦੇ ਕਦਾਈ ਮੈਂ ਵੀ ਕੋਈ ਕੰਮ ਕਰਾਤਾ ਤਾਂ ਤਾਂ ਕਿਹੜੀ ਵੱਡੀ ਗੱਲ ਹੈ। ਹਾਂਜੀ, ਠੀਕ ਹੈ ਜੀ। ਕੋਈ ਮਿਹਣਾ ਨਹੀਂ ਜੀ, ਘਰਾਂ ਦੇ ਵਿੱਚ ਕੰਮ ਕਰਨਾ ਆਪਾਂ ਨੂੰ ਲੱਗਦਾ ਹੀ ਆ। ਕਿਉਂਕਿ ਜੇ ਆਪਾਂ ਇੱਕ ਘਰ ਦੇ ਵਿੱਚ ਇੰਨੀ ਮਿਹਨਤ ਕਰਕੇ ਘਰ ਨੂੰ ਬਣਾ ਰਹੇ ਹਾਂ, ਦਿਨ ਰਾਤ ਆਪਾਂ ਕੰਮ ਕਰਦੇ ਹਾਂ, ਤਾਂ ਜੇ ਘਰਾਂ ਦੇ ਵਿੱਚ ਵੀ ਆਪਾਂ ਆ ਕੇ ਹੱਥ ਵਟਾ ਦਈਏ ਕਿੱਡੀ ਕੁ ਵੱਡੀ ਗੱਲ ਹੈ। ਕੋਈ ਨੁਕਸਾਨ ਨਹੀਂ ਹੋਣ ਲੱਗਾ ਇਸ ਚੀਜ਼ ਨਹੀਂ। ਬਹੁਤ ਵਧੀਆ ਲੱਗਿਆ ਜੀ, ਸਾਨੂੰ ਤਾਂ ਇੰਜੋਏ ਕੀਤਾ ਇਸ ਚੀਜ਼ ਨੂੰ। ਹਾਂਜੀ, ਔਰਤਾਂ ਦਾ ਕੰਮ ਨਹੀਂ ਮੁੱਕਦਾ। ਅੱਜ ਮੇਬੀ ਜਿਹੜੇ ਜੇ ਬੰਦੇ ਕਹਿ ਲਈਏ ਮੇਲ ਜਿਹੜੇ ਹੈਗੇ ਆ ਉਹ ਅੱਜ ਵੀ ਵਿਹਲੇ ਬੈਠੇ, ਪਰ ਔਰਤਾਂ ਅੱਜ ਵੀ ਬਿਜ਼ੀ ਹੁੰਦੀਆਂ ਆਈਆਂ ਜਿੰਨੀਆਂ ਪਹਿਲਾਂ ਸੀਗੀਆਂ। ਉਹਨਾਂ ਦਾ ਕੰਮ ਨਹੀਂ ਘਟਿਆ, ਜ਼ੀਰੋ ਨਹੀਂ ਹੋਇਆ। ਉਹ ਉਸੇ ਤਰੀਕੇ ਦੇ ਨਾਲ ਬਿਜ਼ੀ ਆ। ਕਦੇ ਕੁਛ ਬਣਾ ਲਓ, ਕਦੇ ਲੱਡੂ ਬਣਾ ਲਓ। ਅੱਜ ਕੱਲ੍ਹ ਹੀ ਆਪਣੇ ਘਰ ਆਪਾਂ ਉਹ ਮਦਰਸ ਡੇ ਦੀ ਗੱਲਬਾਤ ਕਰਦੇ ਹਾਂ ਤੇ ਉਹਦੇ ਵਿੱਚ ਸ਼ੇਅਰ ਕਰਦੇ ਹਾਂ। ਹਾਂਜੀ ਹਾਂਜੀ, ਉਹਦੇ ਵਿੱਚ ਠੀਕ ਆ। ਕੱਲ ਜਿੱਦਾਂ ਰਾਜ ਨੇ ਕਿਹਾ ਕਿ ਸਾਡਾ ਅੱਜ ਦਾ ਟੌਪਿਕ ਹੈਗਾ ਮਦਰਸ ਡੇ ਦੇ ਉੱਤੇ। ਕੱਲ੍ਹ ਹੀ ਆਪਾਂ ਸਾਰਿਆਂ ਨੇ ਮਦਰਸ ਡੇ ਨੂੰ ਇੰਜੋਏ ਕੀਤਾ, ਸੈਲੀਬ੍ਰੇਟ ਕੀਤਾ, ਅਤੇ ਅੱਜ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਿੰਨਾ ਵਧੀਆ, ਕਿੰਨਾ ਪਿਆਰਾ ਟੌਪਿਕ ਆ ਜਿਹੜਾ ਮਾਂ ਦਾ ਟੌਪਿਕ ਆ ਨਾ। ਹਾਂਜੀ, ਆਪਾਂ ਨੂੰ ਜਨਮ ਦੇਣ ਵਾਲੀ ਆਪਣੀ ਮਾਂ, ਆਪਾਂ ਕਦੀ ਵੀ ਮਾਂ ਦਾ ਕਰਜ਼ ਆਪਾਂ ਕਦੀ ਵੀ ਨਹੀਂ ਚੁਕਾ ਸਕਦੇ। ਇੱਕ ਆਪਾਂ ਉਹ ਸੁਣਦੇ ਸੀਗੇ ਕਿ ਇੱਕ ਜਨਮ ਦੇ ਵਿੱਚ ਤਾਂ ਕੀ ਮਤਲਬ ਮਾਂ ਦਾ ਜੇ ਕਰਜ਼ ਚੁਕਾਉਣਾ ਚਾਹੀਏ ਉਹ ਕਦੀ ਵੀ ਚੁਕਾਇਆ ਨਹੀਂ ਜਾ ਸਕਦਾ। ਐਂਡ ਜਿਵੇਂ ਰਾਜ ਨੇ ਕਿਹਾ ਪਹਿਲਾਂ ਬਰਥ ਤੋਂ ਪਹਿਲਾਂ ਹੀ ਮੈਂ ਵੀ ਇੱਕ ਮਾਂ ਆ। ਈਵਨ 9 ਮੰਥਸ ਮਾਂ ਜਿਹੜਾ ਆਪਾਂ ਨੂੰ ਕੁੱਖ ਦੇ ਵਿੱਚ ਰੱਖਦੀ ਆ ਨਾ, ਜਨਮ ਦੇਣ ਤੋਂ ਪਹਿਲਾਂ ਵੀ ਕਿੰਨੀਆਂ ਤਕਲੀਫਾਂ ਦੇ ਥਰੂ ਜਾਂਦੀ ਆ। ਮਤਲਬ ਤੁਸੀਂ ਕਦੇ ਉਸ ਚੀਜ਼ ਨੂੰ ਇਮੈਜਿਨ ਨਹੀਂ ਕਰ ਸਕਦੇ। ਪਰ ਜਦੋਂ ਇੱਕ ਕੁੜੀ ਆਪ ਉਹ ਮਾਂ ਬਣਦੀ ਆ, ਦੈਨ ਉਹ ਉਸ ਚੀਜ਼ ਨੂੰ ਰੀਅਲਾਈਜ਼ ਕਰਦੀ ਆ। ਦੈਨ ਉਹਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਕਿਉਂਕਿ ਉਹ ਆਪ ਉਸ ਚੀਜ਼ ਦੇ ਥਰੂ ਜਾ ਕੇ ਫੀਲ ਕਰਦੀ ਹੈ। ਬਿਲਕੁਲ ਜੀ। ਦੇਖੋ, ਇੱਕ ਰੂਮੀ ਪੋਇਟ ਹੋਇਆ 12ਵੀਂ 13ਵੀਂ ਸਦੀ ਦੇ ਵਿੱਚ। ਹਾਂਜੀ, ਤਾਂ ਉਹਨੇ ਇੱਕ ਲਿਖਿਆ, ਮਾਂ ਇੱਕ ਐਸੀ ਚੀਜ਼ ਹੈ ਜੋ ਹਰ ਇੱਕ ਸ਼ੈ ਦੀ ਜਗ੍ਹਾ ਲੈ ਸਕਦੀ ਆ। ਹਾਂਜੀ, ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਸਹੀ ਕਿਹਾ। ਠੀਕ ਹੈ। ਮਾਂ ਬੱਚੇ ਦੀ ਸਾਰਿਆਂ ਤੋਂ ਪਹਿਲੀ ਟੀਚਰ ਹੈ। ਹਾਂਜੀ, ਮਾਂ ਨੂੰ ਹੀ ਉਹਦੀ ਹਰ ਗੱਲ ਜਿਹੜੀ ਆ ਉਹਦੇ ਕਹਿਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ। ਹਾਂਜੀ, ਜਿੱਦਾਂ ਆਪਾਂ ਇੱਕ ਆਮ ਕਹਾਵਤ ਹੈ ਵੀ ਗੂੰਗੇ ਦੀਆਂ ਰਮਜਾਂ ਗੂੰਗੇ ਦੀ ਮਾਂ ਹੀ ਸਮਝੇ। ਹਾਂਜੀ, ਠੀਕ ਹੈ, ਹੋਰ ਕੋਈ ਨਹੀਂ ਸਮਝ ਸਕਦਾ ਜੀ। ਜਿਹੜੀ ਮਾਂ ਆ ਇਹ ਕਹਿ ਲਓ ਕਿ ਟੋਟਲ ਪੈਕੇਜ ਆ। ਦੇਖ ਲਓ, ਮਾਂ ਡਾਕਟਰ ਵੀ ਆ। ਜਦੋਂ ਬੱਚਿਆਂ ਦੇ ਸੱਟ ਲੱਗਦੀ ਆ ਤਾਂ ਫਸਟ ਮਾਂ ਕੋਲ ਹੀ ਆਉਂਦੇ ਆ। ਮਾਂ ਡਾਕਟਰ ਦਾ ਕੰਮ ਵੀ ਕਰਦੀ ਆ ਅਤੇ ਮਾਂ ਸ਼ੈਫ ਦਾ ਕੰਮ ਵੀ ਕਰਦੀ ਹੈ। ਮਾਂ ਹੀ ਉਹਨੂੰ ਕੁੱਕ ਕਰਕੇ ਫੂਡ ਦਿੰਦੀ ਆ। ਮਾਂ ਕਲੀਨਿੰਗ ਦਾ ਕੰਮ ਵੀ ਕਰਦੀ ਆ। ਰਾਈਟ। ਸੋ ਜਿਹੜੀ ਇੱਕ ਮਾਂ ਆ ਕਹਿ ਲਓ ਕਿ ਇੱਕ ਟੋਟਲ ਕੰਪਲੀਟ ਪੈਕੇਜ ਆ। ਕੋਈ ਕੰਪਲੇਨ ਕਿਸੇ ਪਾਸਿਓਂ ਆਉਂਦੀ ਆ ਉਹਨੂੰ ਵੀ ਬੱਚੇ ਦੇ ਲਈ ਸੋਲਵ ਕਰਦੀ ਆ। 360 ਡਿਗਰੀ ਦੇ ਵਿੱਚ ਜਿਹੜੀ ਆ ਮਾਂ ਦਾ ਰੋਲ ਹੈਗਾ ਬੱਚੇ ਦੀ ਪਰਵਰਿਸ਼ ਦੇ ਵਿੱਚ। ਟੀਚਰ ਵੀ ਆ,
ਕੋਚ ਵੀ ਆ ਉਹਦੀ ਹਾਂਜੀ ਐਂਡ ਉਹਦਾ ਜਿਹੜਾ ਜੇ ਦੇਖਿਆ ਜਾਵੇ ਉਹਨੂੰ ਡਿਸਪਲਿਨ 'ਚ ਰੱਖਣ ਵਾਲੀ ਵੀ ਮਾਂ ਹੀ ਆ, ਕਿਉਂਕਿ ਮਾਂ ਨੂੰ ਹੀ ਫਾਲੋ ਕਰਦਾ ਬੱਚਾ ਮੋਸਟ ਆਫ ਦਾ ਟਾਈਮ। ਆਪਾਂ ਦੇਖਿਆ ਘਰਾਂ ਦੇ ਵਿੱਚ ਅਸੀਂ ਵੀ ਆਉਂਦੇ ਆ, ਚਲੋ ਹੁਣ ਤਾਂ ਵੱਡੇ ਹੋ ਗਏ, ਛੋਟੇ ਹੁੰਦੇ ਇਹੀ ਆਉਂਦੇ ਸੀ ਪਹਿਲਾਂ ਕੋਈ ਵੀ ਹੋਵੇ ਪਹਿਲਾਂ ਮੰਮੀ ਕਿੱਥੇ ਆ ਜੀ, ਮਾਂ ਕਿੱਥੇ ਮੇਰੀ, ਇਹੀ ਪੁੱਛਿਆ ਜਾਂਦਾ, ਕਿਉਂਕਿ ਬੱਚੇ ਨੂੰ ਪਤਾ ਜਿਹੜੀਆਂ ਮੇਰੀਆਂ ਲੋੜਾਂ ਦਾ ਕਿਸ ਇਨਸਾਨ ਨੂੰ ਪਤਾ ਆ, ਉਹ ਮਾਂ ਨੂੰ ਵੀ ਪਤਾ ਆ। ਸੋ ਡਜ਼ਨਟ ਮੈਟਰ ਉਹਨੂੰ ਕੋਈ ਚੀਜ਼ ਚਾਹੀਦੀ ਕਿ ਨਹੀਂ ਚਾਹੀਦੀ, ਪਰ ਫਿਰ ਹੀ ਪੁੱਛੂਗਾ ਜੀ ਮੈਨੂੰ ਮਾਂ, ਮੇਰੀ ਮਾਂ ਕਿੱਥੇ, ਮੇਰੀ ਮੰਮੀ ਕਿੱਥੇ ਹੈ ਜੀ। ਹਾਂਜੀ ਠੀਕ ਹੈ ਜੀ। ਐਂਡ ਸਭ ਤੋਂ ਵਧੀਆ ਚੀਜ਼ ਹੈ ਜਿਹੜੀ ਰਾਜ ਦੇਖੋ, ਮਾਂ ਕਦੇ ਜਿਤਾਉਂਦੀ ਨਹੀਂ। ਹਾਂਜੀ ਇੰਨਾ ਕੁਛ ਕਰਕੇ ਮਾਂ ਨੇ ਕਦੇ ਆਪਾਂ ਨੂੰ ਇਸ ਚੀਜ਼ ਲਈ ਜਿਤਾਇਆ ਨਹੀਂ ਕਿ ਮੈਂ ਤੇਰੇ ਲਈ ਕੀ ਕੀਤਾ ਬਿਲਕੁਲ ਤੇ ਕੀ ਕਰ ਰਹੀ ਆ, ਸਟਿਲ ਕਰ ਰਹੇ ਆ ਆਪਣੇ ਲਈ, ਬਟ ਉਹ ਕਦੇ ਆਪਾਂ ਨੂੰ ਪੇ ਬੈਕ ਮਤਲਬ ਰਿਟਰਨ ਦੇ ਵਿੱਚ ਕਦੇ ਉਹ ਕੁਛ ਨਹੀਂ ਭਾਲਦੀ। ਬਿਲਕੁਲ ਨਹੀਂ, ਸਹੀ ਗੱਲ ਹੈ। ਇੱਕ ਵਾਰੀ ਆਪਾਂ ਅਟਲਾਂਟਾ ਤੋਂ ਆ ਰਹੇ ਸੀਗੇ ਵੈਨ ਦੇ ਵਿੱਚ ਹੀ 14-15 ਜਣੇ ਸੀਗੇ, ਆਪਾਂ ਟੂਰ ਤੇ ਗਏ ਸੀਗੇ। ਹਾਂਜੀ ਤੇ ਉੱਥੇ ਵੈਨ ਦੇ ਵਿੱਚ ਇਹ ਗੱਲਬਾਤ ਚੱਲ ਪਈ ਵੀ ਅਸਲੀ ਪਿਆਰ ਕੀ ਹੁੰਦਾ। ਹਾਂਜੀ ਤਾਂ ਫਿਰ ਉੱਥੇ ਮੈਂ ਉਹਨਾਂ ਨੂੰ ਦੱਸਦਾ ਸੀਗਾ ਵੀ ਅਸਲੀ ਪਿਆਰ ਇੱਕੋ ਹੀ ਆ, ਉਹ ਜਿਹੜਾ ਮਾਂ ਦਾ ਜਾਂ ਬਾਪ ਦਾ, ਬਾਕੀ ਸਭ ਜਿਹੜੇ ਉਹ ਗਰਜਾਂ ਦੇ ਨਾਲ ਹੀ ਆ। ਬੇਸ਼ੱਕ ਮੈਂ ਆਪਣੀ ਮਾਂ ਨੂੰ ਕਹਿ ਦੇਵਾਂ, ਪਰ ਮੇਰਾ ਵੀ ਪਿਆਰ ਜਿਹੜਾ ਉਹ ਗਰਜ ਨਾਲ ਹੀ ਆ, ਮੇਰੀ ਮਾਂ ਦੇ ਨਾਲ। ਪਰ ਮੇਰੀ ਮਾਂ ਦਾ ਪਿਆਰ ਜਿਹੜਾ ਆ ਉਹ ਬਿਨਾਂ ਗਰਜ ਤੋਂ ਹੈਗਾ ਆ, ਜਾਣੀ ਕਿ ਬਿਨਾਂ ਕਿਸੇ ਮੰਤਵ ਤੋਂ ਹੈਗਾ ਆ। ਹਾਂਜੀ ਅਜੇ ਕੱਲ ਹੀ ਇੱਕ ਬੂਟ ਮੇਰੇ ਕੋਈ ਸ਼ੂ ਲੈ ਕੇ ਗਿਆ ਸੀਗਾ, ਤਾਂ ਮੰਮੀ ਨੇ ਝੱਟ ਕਹਿਤਾ ਓਕੇ ਪਾਈ ਨਾ ਅਜੇ, ਪਹਿਲਾਂ ਮੈਨੂੰ ਧੋ ਲੈਣ ਦੇ। ਹਾਂਜੀ ਠੀਕ ਹੈ ਜੀ। ਸੋ ਇਹੀ ਜਿਹੀਆਂ ਜਿਹੜੀਆਂ ਗੱਲਾਂ ਆ ਉਹ ਆਪਾਂ ਨੂੰ ਹੋਰ ਕਿਤੇ ਨਹੀਂ ਮਿਲਦੀਆਂ। ਇਹਨੂੰ ਕਹਿੰਦੇ ਆ ਪਿਓਰ, ਜਿਹਦੇ ਬਦਲੇ ਕੋਈ ਵੀ ਚੀਜ਼ ਤੁਸੀਂ ਜਿਹੜੀ ਮਾਂ ਆ ਉਹ ਐਕਸਪੈਕਟ ਨਹੀਂ ਕਰਦੀ। ਹਾਂਜੀ ਠੀਕ ਹੈ ਜੀ। ਜਿੱਦਾਂ ਹੁਣ ਗੀਤਾਂ ਦੇ ਵਿੱਚ ਵੀ ਆਪਾਂ ਸੁਣਦੇ ਆ, ਬਾਕੀ ਸਾਰੇ ਪੁੱਛਦੇ ਵੀ ਤੂੰ ਕੀ ਕੀਤਾ ਅੱਜ, ਕੀ ਕੀਤਾ। ਮਾਂ ਨੂੰ ਕਹਿੰਦਾ ਤੂੰ ਕੁਝ ਖਾਦਾ ਵੀ ਹੈਗਾ ਕਿ ਨਹੀਂ। ਹਾਂਜੀ ਠੀਕ ਹੈ। ਸੇਮ ਵੇ ਜਦ ਅਰਸ਼ਵੀਰ ਸਕੂਲੋਂ ਆਉਂਦਾ ਜਾਂ ਅਨਮੋਲ ਨੇ ਆਉਣਾ ਹੁੰਦਾ, ਤਾਂ ਪਹਿਲੀ ਗੱਲ ਵੀ ਕੀ ਖਾਣਾ ਤੁਸੀਂ, ਕੀ ਖਾਣਾ ਤੁਸੀਂ। ਹਾਂਜੀ ਉਹ ਪੁੱਛਦੇ ਨਹੀਂ, ਬਾਕੀ ਸਾਰੇ ਇਹ ਪੁੱਛਦੇ ਕੀ ਕਮਾਇਆ। ਬਿਲਕੁਲ ਇੱਕ ਮਾਂ ਪੁੱਛਦੀ ਆ ਵੀ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ। ਹਾਂਜੀ ਲਓ ਇੱਕ ਫੋਨ ਆ ਰਿਹਾ। ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਪਾ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਕਾਲ ਕਰਨ ਲਈ ਜੀ। ਸਤਿ ਸ਼੍ਰੀ ਅਕਾਲ। ਮੈਂ ਇਸੇ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਸੀ, ਕੋਈ ਟਾਈਮ ਹੈ ਤਾਂ। ਹਾਂਜੀ ਹਾਂਜੀ ਬਿਲਕੁਲ ਜੀ, ਬੜੀ ਖੁਸ਼ੀ ਹੋਈ, ਘਰੋਂ ਹੀ ਫੋਨ ਆ ਗਿਆ ਜੀ। ਸਹੀ ਸਹੀ ਗੱਲਾਂ ਕਰਨੀਆਂ ਜੀ। ਮੈਂ ਇਸ ਮੁੱਦੇ ਤੇ ਇਹ ਬੇਨਤੀ ਕਰਦਾ ਕਿ ਜਿਵੇਂ ਤੁਸੀਂ ਕੋਟ ਕੀਤਾ, ਸਿਆਣੇ ਕਹਿੰਦੇ ਆ ਕਿ ਮਾਂ ਜਿਹੜੀ ਆ ਬੱਚੇ ਦੀ ਬਚਪਨ ਦੇ ਵਿੱਚ ਬਿਨ ਬੋਲਿਓ ਬੋਲੀ ਸਮਝਦੀ ਆ। ਹਾਂਜੀ ਹਾਂਜੀ ਬੱਚੇ ਜਿਹੜੇ ਆ ਜਵਾਨ ਹੋ ਕੇ ਵੀ ਮਾਂ ਦੀ ਬੋਲੀ ਨਹੀਂ ਸਮਝਦੇ, ਉਹ ਕੋਈ ਸਮਝਾਉਣ ਦੀ ਕੋਸ਼ਿਸ਼ ਕਰਿਓ, ਕੋਈ ਤੁਹਾਡੇ ਨਾਲ ਪੇਸ਼ ਆਇਆ ਹੋਊਗਾ। ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਲਓ ਜੀ ਘਰੋਂ ਹੀ ਫੋਨ ਆ ਗਿਆ ਜੀ, ਚੇਤਾਵਨੀ ਆ ਗਈ ਵੀ ਜਿਹੜੀਆਂ ਅਸੀਂ ਘਰ ਗਲਤੀਆਂ ਕਰਦੇ ਆ ਉਹ ਤੇ ਵੀ ਗੱਲ ਕਰੋ। ਹਾਂਜੀ ਬਿਲਕੁਲ। ਐਂਡ ਜਿੱਦਾਂ ਆਪਾਂ ਕਹਿੰਦੇ ਮਦਰਸ ਡੇ, ਵੀ ਮਾਂ ਦਾ ਇੱਕ ਦਿਨ ਨਹੀਂ ਹੈਗਾ ਕਿ ਆਪਾਂ ਕਹੀਏ ਵੀ ਓਕੇ ਮਦਰਸ ਡੇ ਆ, ਅੱਜ ਹੀ ਮਾਂ ਨੂੰ ਖੁਸ਼ ਕੀਤਾ ਜਾ ਸਕਦਾ ਨਾ। ਬਿਲਕੁਲ। ਤੇ ਹਰ ਦਿਨ ਜਿਹੜਾ ਆ। ਹਾਂਜੀ ਬਿਲਕੁਲ ਬਿਲਕੁਲ। ਦੇਖੋ ਜਿੱਦਾਂ ਹੁਣ ਘਰੋਂ ਵੀ ਆਪਣੇ ਕਾਲ ਆਈ ਆ, ਅਸੀਂ ਪਾਪਾ ਜੀ ਸਾਡੇ ਫਾਦਰ ਸਾਹਿਬ, ਵੀ ਮੋਸਟ ਆਫ ਦਾ ਟਾਈਮ ਕੀ ਆ, ਮੈਜੋਰਟੀ ਆਫ ਦਾ ਟਾਈਮ ਇਹੀ ਹੁੰਦਾ ਵੀ ਅਸੀਂ ਮਾਂ ਆਪਣੀ ਜਿਹੜੀ ਮਾਂ ਦੀ ਬੋਲੀ ਨਹੀਂ ਸਮਝ ਪਾਉਂਦੇ। ਉਹਨਾਂ ਨੂੰ ਪਤਾ ਅੱਜ ਵੀ ਅਸੀਂ ਹੈਂਕੜ ਦੇ ਵਿੱਚ ਤੁਰੇ ਫਿਰਦੇ ਹਾਂ, ਅਸੀਂ ਵੀ ਗਲਤੀਆਂ ਕਰਦੇ ਹਾਂ। ਇਹ ਨਹੀਂ ਹੈਗਾ ਵੀ ਅੱਜ ਇਹ ਪ੍ਰੋਗਰਾਮ ਕਰਦੇ ਹਾਂ ਤਾਂ ਅਸੀਂ 16 ਕਲਾਸ ਸੰਪੂਰਨ ਆ। ਬੜੀਆਂ ਗਲਤੀਆਂ ਦੇ ਨਾਲ ਅਸੀਂ ਜ਼ਿੰਦਗੀ ਜੀ ਰਹੇ ਹਾਂ, ਪਰ ਪਤਾ ਉਦੋਂ ਹੀ ਲੱਗਦਾ ਜਦੋਂ ਕਿਸੇ ਚੀਜ਼ ਦੀ ਕਮੀ ਹੋਵੇ ਆਪਣੀ ਜ਼ਿੰਦਗੀ ਦੇ ਵਿੱਚ। ਹਾਂਜੀ ਠੀਕ ਹੈ ਜੀ। ਸੇਮ ਵੇ ਜਿੱਦਾਂ ਹੁਣ ਗੱਲਬਾਤ ਕੀਤੀ ਆ, ਗੁਰਬਾਣੀ ਦੇ ਵਿੱਚ ਵੀ ਆਇਆ ਨਾ, ਰਮਈਆ ਹੂੰ ਬਾਰਕ ਤੇਰਾ ਕਾਹੇ ਨਾ ਖੰਡਸ ਅਬਗੁਨ ਮੇਰਾ। ਉਹ ਮਾਂ ਨੂੰ ਕਹਿੰਦੇ ਬਈ, ਉਹ ਬੱਚਾ ਕਹਿੰਦਾ ਬਈ ਤੂੰ ਅਬਗੁਨ ਕਿਉਂ ਨਹੀਂ ਮੇਰੇ ਖੰਡਨ ਕਰਦੀ ਮੇਰੇ ਦੇ। ਠੀਕ ਹੈ ਜੀ। ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਦਿੱਤੇ। ਰਾਈਟ, ਡਜ਼ਨਟ ਮੈਟਰ ਤੂੰ ਕੁਛ ਵੀ ਕਰ ਲਾ, ਪਰ ਜਿਹਨੇ ਤੈਨੂੰ ਜਨਮ ਦਿੱਤਾ ਉਹਨੇ ਚੇਤੇ ਨਹੀਂ ਰੱਖਣਾ। ਉਹਨੂੰ ਤਾਂ ਬਸ ਤੇਰੀਆਂ ਅਛਾਈਆਂ ਹੀ ਦੀਦੀਆਂ। ਹਾਂਜੀ ਸਹੀ ਗੱਲ। ਠੀਕ ਹੈ ਜੀ। ਉਹਨੂੰ ਅਛਾਈਆਂ ਹੀ ਦੀਦੀਆਂ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਥੇ ਮੈਂ ਹੁਣੇ ਇੰਡੀਆ ਜਾ ਕੇ ਆਇਆ ਜਨਵਰੀ ਦੇ ਵਿੱਚ, ਤਾਂ ਸਾਡੇ ਨਾਲ ਦੇ ਗੁਆਂਢ ਉਹ ਮੁੰਡਾ ਨਾਲ ਕਾਕਾ, ਤਾਂ ਮੇਰੀ ਉਮਰ ਦਾ ਹੀ ਹੋਊਗਾ। ਹਾਂਜੀ। ਉਹ ਥੋੜ੍ਹਾ ਜਿਹਾ ਬਿਮਾਰ ਰਹਿੰਦਾ, ਉਹਨੂੰ ਦਿਲ ਦੀ ਪ੍ਰੋਬਲਮ ਹੈਗੀ ਆ, ਥੋੜ੍ਹੀ ਮੈਂਟਲ ਵੀ ਹੈਗਾ ਆ ਉਹ। ਤਾਂ ਉਹ ਮੈਂ ਗਿਆ ਉਹਨਾਂ ਦੇ ਘਰ, ਤਾਂ ਆਪਣੀ ਮਾਂ ਦੇ ਨਾਲ ਦੇ ਮੰਜੇ ਤੇ ਨਾਲ ਉਹ ਪਿਆ ਬਾਹਰ। ਤਾਂ ਮੈਂ ਇੰਨਾ ਹੈਰਾਨ ਹੋਇਆ, ਅੱਜ ਮੁੜ ਕੇ ਫਿਰ ਮਾਂ ਨੂੰ ਕੋਈ ਹੈ ਨਹੀਂ ਵੀ ਓਕੇ ਏਡਾ ਵੱਡਾ ਹੋ ਗਿਆ ਤੂੰ ਮੇਰੇ ਕੋਲ ਸੁੱਤਾ, ਤਾਂ ਕੋਈ ਗੱਲ ਨਹੀਂ। ਠੀਕ ਹੈ। ਮਾਂ ਲਈ ਬੱਚੇ ਬੱਚੇ ਹੀ ਰਹਿੰਦੇ ਆ, ਡਜ਼ਨਟ ਮੈਟਰ ਕਿੰਨੀ ਉਹਨਾਂ ਦੀ ਏਜ ਹੋ ਜਾਵੇ। ਹਾਂਜੀ। ਸੋ ਸਟਿਲ ਮਾਂ ਲਈ ਤਾਂ ਉਹ ਬੱਚੇ ਹੀ ਹਨ। ਤੇ ਨਾਟ ਓਨਲੀ ਜਿੱਦਾਂ ਆਪਾਂ ਕਹਿ ਲਏ ਇਨਸਾਨਾਂ ਦੇ ਵਿੱਚ ਤਾਂ ਹੈ ਹੀ ਹੈ ਰਾਜ। ਮੈਂ ਇੱਕ ਤੁਹਾਨੂੰ ਸਟੋਰੀ ਸੁਣਾਉਣੀ ਆ ਕਿ ਜਾਨਵਰਸ ਦੇ ਵਿੱਚ ਵੀ ਮਾਂ ਦੀ ਜਿਹੜੀ ਇੰਪੋਰਟੈਂਸ ਆ ਉਹ ਕਿੰਨੀ ਜ਼ਿਆਦਾ ਆ। ਦੇਖੋ ਜੇ ਆਪਾਂ ਤਾਂ ਵੀ ਇਨਸਾਨ ਆ, ਪਰ ਜਾਨਵਰ ਵੀ, ਜਿੱਦਾਂ ਤੁਸੀਂ ਪਹਿਲਾਂ ਕਿਹਾ ਨਾ ਵੀ
ਜਦੋਂ ਕਿਸੇ ਕੋਈ ਵੀ ਬੰਦਾ ਜਿਹੜਾ ਕਾਮਯਾਬ ਆ ਉਹਦੀ ਮਾਂ ਜਿਹੜੀ ਉਹਦੀ ਮੁੰਡਲੀ ਟੀਚਰ ਮਾਂ ਹੀ ਹੈ। ਬਿਲਕੁਲ ਸੋ ਉਹਦੀ ਕਾਮਯਾਬੀ ਦੇ ਵਿੱਚ ਮਾਂ ਦਾ ਕਿੰਨੀ ਜ਼ਿਆਦਾ ਰੋਲ ਆ ਹਾਂਜੀ ਬਿਲਕੁਲ ਕਾਮਯਾਬ ਬਣਾਉਣ ਦੇ ਵਿੱਚ। ਸੋ ਇੱਕ ਮੇਬੀ ਤੁਸੀਂ ਸਾਰਿਆਂ ਨੇ ਸਟੋਰੀ ਪੜ੍ਹੀ ਹੋਵੇ ਕਿ ਜਿਹੜੀ ਜਿਰਾਫ ਮਦਰ ਜਿਰਾਫ ਆ ਉਹ ਆਪਣੇ ਬੇਬੀ ਜਿਰਾਫ ਨੂੰ ਕਿੱਦਾਂ ਪਾਲਦੀ ਆ ਨਾ। ਜਦੋਂ ਉਹ ਮਦਰ ਜਿਰਾਫ ਆਪਣੇ ਬੱਚੇ ਨੂੰ ਬੇਬੀ ਜਿਰਾਫ ਨੂੰ ਜਨਮ ਦਿੰਦੀ ਆ ਤੇ ਉਹ ਕੀ ਕਰਦੀ ਆ ਬੱਚੇ ਨੂੰ ਕਿੱਕ ਕਰਦੀ ਆ ਹਾਂਜੀ ਐਂਡ ਉਹ ਬੱਚਾ ਫੇਰ ਉੱਠਦਾ ਆ ਜਦੋਂ ਉਹ ਕਿੱਕ ਕਰਦੀ ਆ ਉਹ ਦੁਬਾਰਾ ਫੇਰ ਬੱਚੇ ਨੂੰ ਹਾਰਡ ਕਿੱਕ ਕਰਦੀ ਆ ਬਿਲਕੁਲ ਐਂਡ ਉਸ ਸਟੋਰੀ ਦੇ ਵਿੱਚ ਇੱਕ ਲੈਸਨ ਆ ਕਿ ਉਹ ਕਿਉਂ ਉਸ ਬੱਚੇ ਨੂੰ ਕਿੱਕ ਕਰਦੀ ਆ ਕਿ ਇਹਨੂੰ ਉੱਠਣਾ ਆ ਜਾਵੇ ਇਹਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਆ ਜਾਵੇ। ਜੇ ਮੈਂ ਇਹਨੂੰ ਉੱਠਣਾ ਦੌੜਨਾ ਨਹੀਂ ਸਿਖਾਇਆ ਤੇ ਜੰਗਲ ਦੇ ਵਿੱਚ ਕਿੰਨੇ ਸਾਰੇ ਜਾਨਵਰ ਆ ਸ਼ੇਰ ਆ ਚੀਤੇ ਆ ਇਹਨੂੰ ਕਿਸੇ ਨਾ ਕਿਸੇ ਜਾਨਵਰ ਨੇ ਖਾ ਜਾਣਾ ਕਿਉਂਕਿ ਮੈਂ ਹਰ ਟਾਈਮ ਇਹਦੇ ਨਾਲ ਨਹੀਂ ਰਹਿ ਸਕਦੀ। ਬਿਲਕੁਲ ਬਿਲਕੁਲ ਰਾਈਟ। ਸੋ ਉਹਦੀ ਹੀ ਪ੍ਰੋਟੈਕਸ਼ਨ ਦੇ ਲਈ ਉਹ ਆਪਣੇ ਬੱਚੇ ਨੂੰ ਸ਼ੁਰੂ ਦੇ ਵਿੱਚ ਹੀ ਜਦੋਂ ਹੀ ਉਹਨੂੰ ਬਰਥ ਦਿੰਦੀ ਆ ਉਦੋਂ ਹੀ ਉਹਨੂੰ ਇਹ ਚੀਜ਼ ਲਈ ਸਿਖਾਉਂਦੀ ਆ ਕਿ ਆਪਣੇ ਆਪ ਨੂੰ ਤੂੰ ਕਿੱਦਾਂ ਪ੍ਰੋਟੈਕਟ ਕਰਨਾ। ਬਿਲਕੁਲ ਜੀ। ਤੇ ਇਹ ਬਹੁਤ ਵਧੀਆ ਸੋ ਜ਼ਿੰਦਗੀ ਵੀ ਜਿਹੜੀ ਉਹ ਆਪਣੀ ਇਸੇ ਤਰੀਕੇ ਦੇ ਨਾਲ ਹੈਗੀ। ਜ਼ਿੰਦਗੀ ਵੀ ਕਈ ਵਾਰ ਆਪਾਂ ਨੂੰ ਲੱਤ ਮਾਰਦੀ ਆ। ਬਿਲਕੁਲ ਬਿਲਕੁਲ। ਦੇਖੋ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ। ਪਹਿਲਾਂ ਤਾਂ ਆਪਾਂ ਸਟੋਰੀ ਸੁਣਾਉਣ ਤੋਂ ਪਹਿਲਾਂ ਮਨਜੀਤ ਆਪਾਂ ਮਦਰਸ ਡੇ ਤੇ ਜਿਹੜੇ 2 ਗਿਫਟ ਕੱਢਣੇ ਆ ਤੁਸੀਂ ਉਹਨਾਂ ਦਾ ਦੱਸੋ ਐਂਡ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰੋ। ਕੋਈ ਪੋਇਮ ਸੁਣਾਉਣੀ ਹੈ ਕੋਈ ਗੀਤ ਸੁਣਾਉਣਾ ਤੁਸੀਂ ਤਾਂ ਨੰਬਰ ਹੈਗਾ 905 867 2770 86727770 ਐਂਡ ਅੱਜ ਅਸੀਂ 2 ਜਿਹੜੇ ਆ ਲਿਪ ਗਲਾਸ ਜਿਹੜੀਆਂ ਆ ਉਹ ਆਪਾਂ ਗਿਫਟ ਦੇਵਾਂਗੇ। ਸੋ ਮਨਜੀਤ ਤੁਸੀਂ ਦੱਸੋ ਵੀ ਇਹਦੇ ਵਿੱਚ ਕੀ ਖਾਸੀਅਤ ਹੈ ਕਿ ਜਿਹੜੇ ਲਿਪ ਗਲਾਸ ਹੈਗੇ ਆ ਆਪਣੇ। ਹਾਂਜੀ ਇਹਦੇ ਵਿੱਚ ਜਿਹੜੇ ਲਿਪ ਗਲਾਸ ਦੇ ਵਿੱਚ ਖਾਸੀਅਤ ਹੈਗੀ ਕਿ ਇਹਦੇ ਵਿੱਚ ਲਾਈਟ ਵੀ ਆ ਮਿਰਰ ਵੀ ਆ ਐਟ ਦ ਸੇਮ ਟਾਈਮ ਤੁਸੀਂ ਸ਼ੀਸ਼ੇ ਦੀ ਵੀ ਤੁਹਾਨੂੰ ਲੋੜ ਨਹੀਂ ਹੈਗੀ ਲਾਈਟ ਜਗਾਉਣ ਦੀ ਵੀ ਲੋੜ ਨਹੀਂ। ਸੋ ਇਹ 2 in 1 ਹੈਗਾ ਕਿ ਇਹਦੇ ਵਿੱਚ ਹੀ ਮਿਰਰ ਆ ਵਿੱਚ ਹੀ ਇਹਦੇ ਆਪਣੇ ਲਾਈਟ ਲੱਗੀ ਆ ਐਂਡ ਸੇਮ ਟਾਈਮ ਤੇ ਇਹਦੇ ਵਿੱਚ ਮਿੰਟ ਆ ਹਾਂਜੀ। ਸੋ ਇਹ ਮਾਊਥ ਫਰੈਸ਼ਨਰ ਵੀ ਹੈਗਾ ਆ ਸੇਮ ਟਾਈਮ ਤੇ ਬਹੁਤ ਹੀ ਪਿਆਰੇ ਜਿਹੇ ਪਿੰਕ ਲਾਈਟ ਪਿੰਕ ਕਲਰ ਦੇ ਆਪਣੇ ਕੋਲ ਲਿਪ ਗਲਾਸ ਆ ਬਿਲਕੁਲ ਜਿਹੜਾ ਕਿ ਆਪਾਂ ਆਪਣੇ ਸਰੋਤਿਆਂ ਨੂੰ ਮਮਸ ਨੂੰ ਸਪੈਸ਼ਲੀ ਇਹ ਤੁਹਾਨੂੰ ਮਾਰਕੀਟ ਦੇ ਵਿੱਚ ਨਹੀਂ ਮਿਲੂਗਾ। ਇਹ ਸਿਰਫ ਐਕਸਕਲੂਸਿਵ ਸਾਡੇ ਕੋਲ ਬ੍ਰਾਂਡ ਹੈਗਾ ਆ ਜਿਹੜਾ ਅਸੀਂ ਤੁਹਾਨੂੰ ਦੇ ਪ੍ਰੈਸਟੀਜ ਬ੍ਰਾਂਡ ਹੈਗਾ ਮਾਰਕੀਟ ਦੇ ਵਿੱਚ ਜਿਹੜਾ ਵਨ ਆਫ ਦਾ ਟੌਪ 5 ਇਨ ਦਾ ਵਰਲਡ। ਸੋ ਉਹਦੇ ਵਿੱਚੋਂ ਆਪਾਂ ਤੁਹਾਨੂੰ ਗਿਫਟ ਦੇ ਰਹੇ ਹਾਂ ਹਾਈ ਐਂਡ ਗਿਫਟ ਹੈਗਾ ਆ। ਸੋ ਜਿਹੜਾ ਵੀ ਆਪਾਂ ਨੂੰ ਕਾਲ ਕਰੂਗਾ 9058672770 ਉਹਨਾਂ ਵਿੱਚੋਂ 2 ਨੂੰ ਆਪਾਂ ਜਿਹੜੀ ਇਹ ਲਿਪ ਗਲਾਸ ਦਾ ਜਿਹੜਾ ਆ ਉਹ ਗਿਫਟ ਆਪਾਂ ਦੇਵਾਂਗੇ ਹਾਂਜੀ ਠੀਕ ਹੈ ਜੀ। ਕਾਲ ਕਰੋ ਫਿਰ। ਤਾਂ ਜਿਹੜੀ ਮੈਂ ਸਟੋਰੀ ਦੱਸਣ ਲੱਗਾ ਸੀ ਜੀ ਮਾਂ ਦੀ ਪਾਵਰ ਕੀ ਹੁੰਦੀ ਆ ਹਾਂਜੀ ਇਹਦੀ ਇੱਕ ਅੰਗਰੇਜ਼ਾਂ ਦੀ ਆਪਾਂ ਐਗਜ਼ਾਮਪਲ ਲੈ ਸਕਦੇ। ਪਹਿਲੀ ਗੱਲ ਤਾਂ ਵੀ ਜਿਹੜੀ ਮਹਾਰਾਣੀ ਝਾਂਸੀ ਸੀਗੀ ਉਹਨੂੰ ਬੱਚਾ ਜਾਂ ਬੇਟਾ ਕਿਉਂ ਨਹੀਂ ਗੋਦ ਲੈਣ ਦਿੱਤਾ ਗਿਆ ਉਹਨਾਂ ਨੂੰ ਇਹ ਪਤਾ ਵੀ ਜੇ ਇਹ ਬੇਟਾ ਅਸੀਂ ਗੋਦ ਲੈਣ ਦੇ ਤਾਂ ਇਹਨੂੰ ਇਦਾਂ ਦੀ ਗੁੜਤੀ ਦੇਣੀ ਆ ਵੀ ਕੱਲ ਨੂੰ ਹਾਂਜੀ ਉੱਠ ਕੇ ਇਹ ਸਾਡੇ ਨਾਲ ਲੜ ਸਕਦਾ ਇਹਨੂੰ ਸਿਖਾਊਗੀ ਮਾਂ ਇਹਨੂੰ ਗੁਰ ਸਿਖਾਊਗੀ ਇਹਨੂੰ ਦੇਸ਼ ਭਗਤੀ ਦੇ ਲੈਸਨ ਦਊਗੀ ਇਹ ਤਾਂ ਕੱਲ ਨੂੰ ਸਾਡੇ ਲਈ ਇਹ ਖਤਰਾ ਬਣ ਸਕਦਾ। ਲਓ ਜੀ ਇੱਕ ਕਾਲ ਆ ਗਈ ਆਪਾਂ ਲੈਂਦੇ ਆ ਕਾਲ। ਹੈਲੋ ਸਵਾਗਤ ਹੈ ਜੀ PTN 24। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ? ਬਸ ਠੀਕ ਠਾਕ ਵਧੀਆ ਭਾਜੀ। ਮੈਂ ਹਰਪ੍ਰੀਤ ਬੋਲ ਰਿਹਾ ਸੀਗਾ ਬ੍ਰਹਮਪਟਨ ਤੋਂ। ਹਾਂਜੀ ਹਰਪ੍ਰੀਤ ਸਿੰਘ ਜੀ ਕੀ ਹਾਲ ਚਾਲ? ਬਸ ਠੀਕ ਠਾਕ ਵਧੀਆ ਜੀ। ਭਾਜੀ ਤੁਹਾਡਾ ਪ੍ਰੋਗਰਾਮ ਦੇਖ ਰਹੇ ਸੀਗੇ ਸਾਰੀ ਫੈਮਿਲੀ ਬੈਠ ਕੇ ਬਹੁਤ ਵਧੀਆ। ਅੱਜ ਜਿਹੜਾ ਟੌਪਿਕ ਲੈ ਕੇ ਆਇਆ ਨਾ ਮੈਂ ਸੋਚਦਾ ਕਿ ਸ਼ਾਇਦ ਇਸ ਤੋਂ ਵਧੀਆ ਟੌਪਿਕ ਨਹੀਂ ਕੋਈ ਹੋਰ ਹੋ ਸਕਦਾ। ਨਹੀਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਸੀਗਾ ਤੁਸੀਂ ਦੇਖ ਰਹੇ ਸੀਗੇ ਤੇ ਮੈਂ 1-2 ਗੱਲਾਂ ਕਹਿਣੀਆਂ ਸੀਗੀਆਂ। ਆਪਣਾ ਜਿਹੜਾ ਟੌਪਿਕ ਅੱਜ ਦਾ ਵਾ ਜਿਹੜੀ ਤੁਸੀਂ ਮਾਂ ਦਾ ਟੌਪਿਕ ਲੈ ਕੇ ਆਏ ਹੋ ਹਾਂਜੀ ਜਿੱਦਾਂ ਵੀ ਇਹਦੇ ਰਿਲੇਟਡ ਹੀ ਆ ਤੇ ਉਹ ਸੀਗਾ ਕਿ ਇੱਕੋ ਸੱਚ ਦੁਨੀਆ ਤੇ ਭੈਣ ਭਾਬੀ ਦੀ ਹੈ ਜਗ੍ਹਾ ਕਿਹਨੇ ਮੱਲਣੀ। ਵਾਹ ਠੀਕ ਹੈ ਜੀ। ਕੁੱਖ ਵਿੱਚ ਨਾ ਮਾਰਿਓ ਧੀਆਂ ਬਾਜ ਨਹੀਂ ਇਹ ਦੁਨੀਆ ਚੱਲਣੀ। ਸਹੀ ਹੈ। ਉਹ ਵੀ ਧੀ ਕਿਸੇ ਦੀ ਜਿਹਦੀ ਕੁੱਖੋਂ ਅਸੀਂ ਜਾਏ ਆ ਹੈ ਉਹ ਵੀ ਧੀ ਕਿਸੇ ਦੀ ਜਿਹਦੇ ਨਾਲ ਅਸੀਂ ਵਿਆਹੇ ਆ। ਵਾਹ ਰੀਤ ਚੱਲੀ ਆਈ ਅਤੇ ਇਦਾਂ ਚੱਲਣੀ ਹਾਂਜੀ ਕੁੱਖ ਵਿੱਚ ਨਾ ਮਾਰਿਓ ਧੀਆਂ ਬਾਜ ਨਹੀਂ ਇਹ ਦੁਨੀਆ ਚੱਲਣੀ। ਕੀ ਬਾਤ ਹੈ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ। ਉਹ ਵੀ ਧੀ ਕਿਸੇ ਦੀ ਇੰਗਲੈਂਡ ਦੀ ਜੋ ਰਾਣੀ ਆ ਸਾਰੀ ਦੁਨੀਆ ਤੋਂ ਸੋਹਣੀ ਮੇਰੀ ਮਾਂ ਦੀ ਕਹਾਣੀ ਆ। ਵਾਹ ਵਾਹ ਮਾਂ ਵਾਲੀ ਥਾਂ ਕਿਸੇ ਹੋਰ ਨੇ ਨਹੀਂ ਮੱਲਣੀ।
ਕੁੱਖ ਵਿੱਚ ਨਾ ਮਾਰਿਓ, ਧੀਆਂ ਬਾਜ ਨਹੀਂ ਇਹ ਦੁਨੀਆ ਚੱਲਣੀ। ਕੀ ਬਾਤ ਹੈ ਜੀ, ਕੀ ਬਾਤ ਹੈ। ਹਰਪ੍ਰੀਤ ਸਿੰਘ ਬਹੁਤ ਜ਼ਿਆਦਾ ਭਾਵੁਕ ਜਿਹਾ ਗੀਤ ਸੀਗਾ ਇਹ। ਹਾਂਜੀ, ਇਹਦੇ ਵਿੱਚ ਤੁਹਾਡੇ ਗਾਣੇ ਦੇ ਵਿੱਚ ਹੀ ਲੈਸਨ ਕਿੰਨਾ ਜ਼ਿਆਦਾ ਵਧੀਆ ਆ ਆਪਣੇ ਲਈ। ਸਹੀ ਗੱਲ। ਹਾਂਜੀ, ਜਿੱਦਾਂ ਇਹਦਾ ਕੋਸ਼ਿਸ਼ ਕੀਤੀ ਵੀ ਇੱਕ ਐਗਜ਼ਾਮਪਲ ਦੇਣ ਦੀ ਕੁੜੀਆਂ ਦੀ, ਧੀਆਂ ਦੀ, ਜਿਹੜੀਆਂ ਇਸ ਦੁਨੀਆ ਤੇ ਹੈਗੀਆਂ ਜਿਨ੍ਹਾਂ ਦਾ ਬਹੁਤ ਨਾਮ ਹੀ ਆ, ਜਿਹਦਾ ਇੰਗਲੈਂਡ ਦੀ ਰਾਣੀ ਆ, ਜਾਂ ਸਭ ਤੋਂ ਵੱਡਾ ਨਾਂ ਤਾਂ ਅਸੀਂ ਆਪਣੀ ਮਾਂ ਦਾ ਦੇਣ ਤਾਂ ਕਿਸੇ ਦੇ ਹੀ ਨਹੀਂ ਸਕਦੇ। ਬਿਲਕੁਲ ਬਿਲਕੁਲ ਜੀ। ਯਾਨੀ ਇੱਕ ਕਈ ਵਾਰ ਨਾ ਧੀਆਂ ਨੂੰ ਜਾਂ ਭੈਣਾਂ ਨੂੰ ਛੋਟਾ ਸਮਝਿਆ ਜਾਂਦਾ। ਤੁਸੀਂ ਇੰਗਲੈਂਡ ਦੀ ਰਾਣੀ ਨੂੰ ਦੇਖ ਲਓ, ਉਹ ਵੀ ਤਾਂ ਕਿਸੇ ਦੀ ਧੀ ਆ। ਬਿਲਕੁਲ ਬਿਲਕੁਲ ਜੀ। ਯਾ ਡੈਫੀਨਿਟਲੀ ਹਰਪ੍ਰੀਤ ਸਿੰਘ ਜੀ, ਤਾਂ ਤੁਸੀਂ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਬਹੁਤ ਬਹੁਤ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਥੈਂਕ ਯੂ ਹਰਪ੍ਰੀਤ ਸਿੰਘ ਜੀ। ਸੋ ਜਿੱਥੇ ਮੈਂ ਆਪਣੀ ਗੱਲਬਾਤ ਕਰ ਰਿਹਾ ਸੀਗਾ ਬਈ ਮਹਾਰਾਣੀ ਝਾਂਸੀ ਨੂੰ ਕਿਉਂ ਨਹੀਂ ਦਿੱਤਾ ਗਿਆ, ਬਈ ਤੁਸੀਂ ਆਪਣੇ ਬੱਚੇ ਨੂੰ, ਇੱਕ ਬੇਟੇ ਨੂੰ ਗੋਦ ਲੈ ਲਓ, ਇੱਕ ਮੁੰਡੇ ਨੂੰ। ਤਾਂ ਉਹਨਾਂ ਨੂੰ ਪਤਾ ਸੀ ਵੀ ਇਹਦੀ ਮਾਂ ਦੇ ਵਿੱਚ ਇੰਨੀ ਪਾਵਰ ਹੈਗੀ ਆ। ਤਾਂ ਇੱਕ ਸੈਕਿੰਡ ਜੀ, ਇੱਕ ਹੋਰ ਕਾਲ ਲੈ ਲਈਏ। ਹੈਲੋ PTN 24, ਤੁਹਾਡਾ ਸਵਾਗਤ ਹੈ ਜੀ। ਹਾਂਜੀ, ਟੀਵੀ ਥੋੜ੍ਹਾ ਜਿਹਾ ਮਗਰੋਂ ਹੌਲੀ ਕਰ ਲਓ। ਮੈਨੂੰ ਲੱਗਦਾ ਜੀ ਇਹ ਕਾਲ, ਇੱਕ ਸੈਕਿੰਡ ਠਹਿਰੋ, ਹੋਲਡ ਤੇ ਪਾ ਦਿੰਦੇ ਆਪਾਂ। ਹਾਂਜੀ, ਸੋ ਉੱਥੋਂ ਹੀ ਇੱਕ ਹੋਰ ਕਹਾਣੀ ਤੁਹਾਨੂੰ ਮੈਂ ਸੁਣਾਉਣੀ ਚਾਹੁੰਦਾ, ਜਿਹੜੀ ਹੈਗੀ ਆ ਮਹਾਰਾਣੀ ਜਿੰਦਾ ਦੀ। ਹਾਂਜੀ, ਕਿਉਂਕਿ ਅੰਗਰੇਜ਼ ਨੇ ਇੱਕ ਵਾਰੀ ਫੇਰ ਦੇਖ ਲਿਆ ਵੀ ਮਾਂ ਦੀ ਤਾਕਤ ਨੂੰ। ਜੇ ਅਸੀਂ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਾ ਦੇ ਕੋਲ ਰਹਿਣ ਦਿੱਤਾ ਤਾਂ ਇਹਨੇ ਥੋੜ੍ਹੇ ਸਾਲਾਂ 'ਚ ਹੀ, ਜਦੋਂ ਇਹ ਜਵਾਨ ਹੋ ਗਿਆ, ਇਹਨੇ ਇੱਦਾਂ ਦੇ ਇਹਨੂੰ ਦਾਜ ਆ, ਦੇਸ਼ ਭਗਤੀ ਸਿਖਾਉਣੀ ਆ, ਸਿੱਖ ਰਾਜ ਦੇ ਬਾਰੇ ਇਹਨੂੰ ਦੱਸਣਾ। ਤਾਂ ਮਹਾਰਾਜਾ ਦਲੀਪ ਸਿੰਘ ਕੱਲ੍ਹ ਨੂੰ ਜਵਾਨ ਹੋ ਕੇ ਸਾਡੇ ਵਿਰੁੱਧ ਖੜ ਸਕਦਾ, ਮੁੜ ਕੇ ਸਾਤੋਂ ਹੀ ਜਿਹੜਾ ਰਾਜ ਖੋਹ ਸਕਦਾ ਹੈ। ਤਾਂ ਉਹਨੇ ਇੱਕ ਤਰੀਕੇ ਦੇ ਨਾਲ ਉਹਨੇ ਉਹ ਤੋਂ ਮਾਂ ਤੋਂ ਜਿਹੜਾ ਆ ਉਹ ਪੁੱਤ ਦੂਰ ਕੀਤਾ ਵੀ ਮਹਾਰਾਣੀ ਜਿੰਦਾ ਦੇ ਕੋਲ ਨਹੀਂ ਅਸੀਂ ਰਹਿਣ ਦੇਣਾ, ਇਹਨੂੰ ਅਸੀਂ ਇੰਗਲੈਂਡ ਲੈ ਜਾਣਾ ਪੜ੍ਹਾਉਣ ਦੇ ਲਈ, ਇੱਕ ਬਹਾਨੇ ਦੇ ਨਾਲ। ਠੀਕ ਹੈ ਜੀ। ਸੋ ਮਹਾਰਾਣੀ ਜਿੰਦਾ ਨੂੰ ਫਿਰ ਬਾਅਦ ਦੇ ਵਿੱਚ ਨੇਪਾਲ ਦੇ ਵਿੱਚ ਚਲ ਗਈ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਜੇਲ੍ਹ ਦੇ ਵਿੱਚ ਸੀਗੀ। ਉੱਥੋਂ ਜੇਲ੍ਹ ਤੋੜੀ ਕਿਸੇ ਨਾ ਕਿਸੇ ਤਰੀਕੇ ਨਾਲ, ਫਿਰ ਨੇਪਾਲ ਪਹੁੰਚ ਗਈ ਮਹਾਰਾਣੀ ਜਿੰਦਾ। ਠੀਕ ਹੈ ਜੀ। ਸੋ ਉੱਥੋਂ ਮਹਾਰਾਣੀ ਜਿੰਦਾ ਜਦੋਂ ਮੁੜ ਕੇ ਕਿਸੇ ਜਿਹਨੂੰ ਕਹਿ ਦਈਏ ਵੀ ਵਿਚੋਲਗੀ ਜਾਂ ਕੋਈ ਦੂਤ ਸੀਗਾ, ਠੀਕ ਹੈ ਜੀ, ਰਾਈਟ, ਜਿਹੜਾ ਦੂਤ ਸੀਗਾ, ਇੱਕ ਸੈਕਿੰਡ ਜੀ ਹੋਲਡ ਰੱਖਿਓ। ਹਾਂਜੀ, ਸਵਾਗਤ ਹੈ ਜੀ PTN 24। ਹੈਲੋ, ਸਵਾਗਤ ਹੈ ਜੀ PTN 24। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਬਾਈ, ਮੇਰਾ ਨਾਮ ਰਮਨ ਹੈ। ਹਾਂਜੀ ਰਮਨ, ਕੀ ਹਾਲ ਚਾਲ ਜੀ? ਸਵਾਗਤ ਜੀ। ਵਧੀਆ, ਸਤਿ ਸ਼੍ਰੀ ਅਕਾਲ ਦੀਦੀ ਨੂੰ ਵੀ ਬਹੁਤ ਬਹੁਤ ਥੈਂਕ ਯੂ। ਹਾਂਜੀ, ਬਹੁਤ ਹੀ ਵਧੀਆ ਟੌਪਿਕ ਹੈ। ਅੱਜ ਥੋੜਾ ਇਮੋਸ਼ਨਲ ਹੈ, ਸੋ ਮੈਂ ਵੀ ਅੱਜ ਥੋੜੀ ਇਮੋਸ਼ਨਲ ਹੋ ਗਈ ਹੈ ਟੌਪਿਕ ਨੂੰ ਲੈ ਕੇ। ਹਾਂਜੀ, ਕਿ ਮਦਰ ਕਹਿੰਦੇ ਹੁੰਦੇ ਨਾ ਕਿ ਮਾਂ ਇੱਕ ਇਹੋ ਜਿਹੀ ਬੈਂਕ ਹੈ ਜਿੱਥੇ ਅਸੀਂ ਸਾਰੇ ਦੁੱਖ ਤਕਲੀਫਾਂ ਜਮ੍ਹਾਂ ਕਰਵਾ ਸਕਦੇ ਹਾਂ। ਹਾਂਜੀ, ਸੋ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਟੌਪਿਕ। ਔਰ ਈਵਨ ਸੱਚੀ ਉਹ ਮੰਮੀ ਦੀ ਜਗ੍ਹਾ ਕਦੇ ਕੋਈ ਨਹੀਂ ਲੈ ਸਕਦਾ, ਕਿਉਂਕਿ ਮੈਂ ਵੀ ਹੁਣੇ ਮੈਂ ਮੈਰਿਜ ਕਰਵਾਈ ਆ। ਸੋ ਮੈਂ ਰੀਅਲਾਈਜ਼ ਕਰ ਸਕਦੀ ਕਿ ਮੇਰੀ ਮੰਮਾ ਤੇ ਉਸ ਟਾਈਮ ਕੀ ਬੀਤੀ ਸੀਗੀ। ਕਿਉਂਕਿ ਬੇਸ਼ੱਕ ਆਪਾਂ ਘਰ ਤੋਂ ਦੂਰ ਰਹਿੰਦੇ ਹਾਂ, ਪਰ ਮਦਰ ਦਾ ਪਿਆਰ ਸਟਿਲ ਬੱਚਿਆਂ ਲਈ ਉਹੀ ਰਹਿੰਦਾ। ਉਹਨਾਂ ਨੂੰ ਉਹੀ ਦੁੱਖ ਹੁੰਦਾ, ਉਹਨਾਂ ਨੂੰ ਉਸ ਟਾਈਮ ਵੀ ਤੋਰਨ ਲੱਗਿਆ ਜੋ ਸ਼ਾਇਦ ਕੈਨੇਡਾ ਆਉਣ ਲੱਗਿਆ ਉਹਨਾਂ ਨੂੰ ਹੋਇਆ ਸੀਗਾ। ਸੋ ਬਹੁਤ ਹੀ ਵਧੀਆ ਟੌਪਿਕ ਆ। ਆਈ ਰੀਅਲੀ ਲਾਈਕ ਤੁਹਾਡਾ ਟੌਪਿਕ। ਥੈਂਕ ਯੂ ਸੋ ਮਚ। ਰਮਨ, ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈ ਨਾ? ਹਾਂਜੀ, ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ। ਠੀਕ ਹੈ ਜੀ। ਤੁਹਾਨੂੰ ਇੱਥੇ ਆ ਕੇ ਕਿੰਨਾ ਕੁ ਮਹਿਸੂਸ ਹੁੰਦਾ ਵੀ ਤੁਸੀਂ ਮਿਸ ਕਰਦੇ ਆਪਣੀ ਮੰਮੀ ਨੂੰ? ਹਾਂਜੀ, ਮੈਂ ਉਹੀ ਕਹਿਣਾ ਸੀ ਕਿ ਜੋ ਪਹਿਲਾਂ ਹੀ ਆਲਰੇਡੀ ਦੀਦੀ ਨੇ ਦੱਸਿਆ ਕਿ ਜਦੋਂ ਕੋਈ ਚੀਜ਼ ਤੁਹਾਡੇ ਤੋਂ ਦੂਰ ਹੁੰਦੀ ਨਾ, ਤੁਸੀਂ ਐਕਚੁਅਲ 'ਚ ਉਹਦੀ ਵੈਲਿਊ ਰੀਅਲਾਈਜ਼ ਕਰਦੇ ਆ, ਜੋ ਕਿ ਸਪੈਸ਼ਲੀ ਸਾਨੂੰ ਇੰਟਰਨੈਸ਼ਨਲ ਸਟੂਡੈਂਟ ਨੂੰ ਹੁੰਦੀ ਹੈ ਕੈਨੇਡਾ ਆ ਕੇ। ਕਿ ਜਦੋਂ ਹੁਣ ਸਾਡੀ ਈਵਨ ਸਾਡਾ ਸਿਰ ਵੀ ਦਰਦ ਹੁੰਦਾ ਹੋਵੇ, ਬੇਸ਼ੱਕ ਉਹ ਵੱਡੀ ਗੱਲ ਨਹੀਂ, ਪਰ ਆਪਾਂ ਹਮੇਸ਼ਾ ਆਪਣੀ ਮੰਮੀ ਨੂੰ ਮਿਸ ਕਰਦੇ ਹਾਂ ਕਿ ਜੇ ਕਿਤੇ ਇੰਡੀਆ 'ਚ ਪ੍ਰੋਬਲਮ ਹੁੰਦੀ ਤੇ ਮੰਮੀ ਨੇ ਕਿੰਨੇ ਸੋਲਿਊਸ਼ਨ ਦੱਸ ਦੇਣੇ ਸੀ। ਪਰ ਇੱਥੇ ਆਪਾਂ ਕਿਸੇ ਵੀ ਹਾਲਤ 'ਚ ਆਪਣੇ ਮਮ ਨੂੰ ਆਪਾਂ ਐਵਰੀ ਮੂਮੈਂਟ ਤੇ ਮਿਸ ਕਰਦੇ ਜਦੋਂ ਆਪਾਂ ਤਕਲੀਫ 'ਚ ਹੁੰਦੇ ਸਪੈਸ਼ਲੀ। ਸੋ ਇਹ ਤਾਂ ਬਹੁਤ ਹੀ ਮਤਲਬ ਕਹਿ ਸਕਦੇ ਹਾਂ ਇੰਪੋਰਟੈਂਟ ਆਪਣੀ ਜ਼ਿੰਦਗੀ ਦਾ ਹਿੱਸਾ ਵਾ ਇੱਕ ਮਾਂ, ਜੋ ਕਿ ਹਰ ਇਨਸਾਨ ਕੋਲ ਜ਼ਰੂਰ ਹੋਣੀ ਚਾਹੀਦੀ ਆ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਅੱਜ ਇਹ ਟੌਪਿਕ ਚੂਜ਼ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਿਆ। ਥੈਂਕ ਯੂ ਰਮਨ ਕਾਲ ਕਰਨ ਦੇ ਲਈ। ਓਕੇ ਜੀ, ਓਕੇ ਬਾਏ। ਓਕੇ ਬਾਏ। ਠੀਕ ਹੈ ਜੀ। ਸੋ ਇੱਕ ਹੋਰ ਕਾਲ ਹੈ ਜੀ। ਹੈਲੋ PTN 24, ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ?
ਜਗਦੀਪ ਸਿੰਘ ਗੱਲ ਕਰ ਰਿਹਾ ਜੀ ਤੇ ਭੈਣ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਸਤਿ ਸ਼੍ਰੀ ਅਕਾਲ। ਹਾਂਜੀ ਤੇ BTN 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਤੇ ਪ੍ਰੋਗਰਾਮ ਤਾਂ ਵਾਕਈ ਜੀ ਜਿੱਦਾਂ ਸਾਰੇ ਆਪਣੇ ਕਾਲਰ ਦੱਸ ਰਹੇ ਆ ਕਿ ਵਾਕਈ ਪ੍ਰੋਗਰਾਮ ਤਾਂ ਹਰੇਕ ਵੀਕ ਤੇ ਬਹੁਤ ਵਧੀਆ ਹੁੰਦਾ ਤੇ ਤੁਹਾਡਾ ਮੁੱਦਾ ਵੀ ਹਰੇਕ ਵਾਰ ਬਹੁਤ ਅਲੱਗ ਤੇ ਵਧੀਆ ਹੁੰਦਾ ਵਾ। ਥੈਂਕ ਯੂ ਤੇ ਸੋ ਅੱਜ ਵੀ ਮੁੱਦਾ ਤੁਹਾਡਾ ਚਲੋ ਬਹੁਤ ਵਧੀਆ ਵਾ ਕਿਉਂ ਮਾਂ ਦਾ ਰਿਸ਼ਤਾ ਜਿਹੜਾ ਆਪਣੇ ਬੱਚਿਆਂ ਨਾਲ ਆ ਬਹੁਤ ਚਲੋ ਵਧੀਆ ਰਿਸ਼ਤਾ ਵਾ ਤੇ ਪ੍ਰਮਾਤਮਾ ਨੇ ਰਿਸ਼ਤੇ ਤਾਂ ਆਪਾਂ ਨੂੰ ਹੋਰ ਵੀ ਬਹੁਤ ਸਾਰੇ ਦਿੱਤੇ ਆ ਪਰ ਬੜਾ ਜਿਹੜਾ ਸਭ ਤੋਂ ਅਲੱਗ ਅਹਿਸਾਸ ਤੇ ਪਿਆਰ ਵਾਲਾ ਰਿਸ਼ਤਾ ਵਾ ਉਹ ਮਾਂ ਦਾ ਰਿਸ਼ਤਾ ਵਾ। ਤੇ ਸੁੱਖ ਦੁੱਖ ਵਿੱਚ ਹਰ ਇੱਕ ਵਿੱਚ ਮਾਂ ਆਪਣੇ ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦੇਖਦੀ ਆ। ਇਹਦੇ ਲਈ ਆਪਾਂ ਨੂੰ ਦਿਨ ਤਾਂ ਨਹੀਂ ਵੈਸੇ ਕੋਈ ਸਪੈਸ਼ਲ ਦੀ ਲੋੜ ਕਿਉਂਕਿ ਮਾਂ ਦਾ ਜਿਹੜਾ ਪਿਆਰ ਵਾ ਬੱਚਿਆਂ ਪ੍ਰਤੀ ਉਹ ਤਾਂ ਰੋਜ਼ ਦੀ ਰੋਜ਼ ਹੈਗਾ ਹੀ ਆ। ਤੇ ਚਲੋ ਆਪਾਂ ਵੈਸੇ ਦੁਨੀਆ ਨੇ ਦਿਨ ਚੁਣਿਆ ਵਾ ਚਲੋ ਵਧੀਆ ਗੱਲ ਵਾ ਕਿਉਂਕਿ ਮਾਂ ਦੇ ਪਿਆਰ ਨੂੰ ਤਾਂ ਆਪਾਂ ਕਦੇ ਵੀ ਭੁਲਾ ਨਹੀਂ ਸਕਦੇ। ਹਾਂਜੀ ਬਿਲਕੁਲ ਜੀ। ਤੇ ਮੈਨੂੰ ਇੱਕ ਨਾ ਇੱਕ ਗੱਲ ਚੇਤੇ ਆਈ ਜੇ 2 ਮਿੰਟ ਮੈਂ ਸੁਣਾ ਸਕਦਾ? ਹਾਂਜੀ ਉਹ ਆਪਣੇ ਹੈ ਨਾ ਢਾਡੀ ਸੀਗੇ ਗੁਰਬਖਸ਼ ਸਿੰਘ ਅਲਬੇਲਾ ਉਹਨਾਂ ਦੀ ਇੱਕ ਕੈਸਟ ਸੀਗੀ ਮਾਂ ਦਾ ਦਿਲ ਕਾਫੀ ਪੁਰਾਣੀ ਸੀਗੀ। ਅੱਛਾ ਜੀ। ਉਹਦੀ ਸਟੋਰੀ ਇਹ ਸੀ ਕਿ ਉਹ ਜਿੱਦਾਂ ਬੱਚਾ ਹੁੰਦਾ ਜਵਾਨ ਪੁੱਤ ਹੁੰਦਾ ਮਾਂ ਦਾ ਕਿ ਉਹ ਆਪਣੀ ਉਹਨੂੰ ਕਿਤੇ ਏਦਾਂ ਕੋਈ ਜਾਂਦੇ ਨੂੰ ਕਿਤੇ ਕੋਈ ਕੁੜੀ ਮਿਲ ਜਾਂਦੀ ਆ ਤੇ ਉਹ ਕਾਫੀ ਸੋਹਣੀ ਹੁੰਦੀ ਆ ਤੇ ਕਹਿੰਦੀ ਮੈਂ ਵੀ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਵਾ। ਕਹਿੰਦੀ ਵੀ ਮੈਂ ਵਿਆਹ ਤਾਂ ਕਰਾ ਸਕਦੀ ਆ ਵੀ ਜੇ ਤੂੰ ਆਪਣੀ ਮਾਂ ਦਾ ਦਿਲ ਕੱਢ ਕੇ ਮੈਨੂੰ ਲਿਆ ਕੇ ਦੇਵੇਂਗਾ। ਤੇ ਉਹ ਆਪਣੀ ਮਾਂ ਨੂੰ ਏਦਾਂ ਹੀ ਜਾ ਕੇ ਦੱਸਦਾ ਤੇ ਕਹਿੰਦਾ ਵੀ ਮਾਂ ਵੀ ਮੈਨੂੰ ਇੱਕ ਬਹੁਤ ਸੋਹਣੀ ਕੁੜੀ ਮਿਲਦੀ ਪਈ ਆ ਪਰ ਉਹ ਕਹਿੰਦੀ ਮੈਂ ਤਾਂ ਵਿਆਹ ਕਰਾਉਣਾ ਵਾ ਵੀ ਜੇ ਤੂੰ ਆਪਦੀ ਮਾਂ ਦਾ ਦਿਲ ਮੈਨੂੰ ਕੱਢ ਕੇ ਲਿਆ ਦੇਂਗਾ। ਤੇ ਮਾਂ ਕਹਿੰਦੀ ਵੀ ਕੋਈ ਗੱਲ ਨੀ ਪੁੱਤ ਤੇਰਾ ਘਰ ਵਸਦਾ ਪਿਆ ਵਾ ਜੇ ਤੈਨੂੰ ਉਹ ਇੰਨੀ ਚੰਗੀ ਲੱਗੀ ਆ ਤੇ ਤੇਰੀ ਵਧੀਆ ਠੀਕ ਆ ਤਾਂ ਮੈਂ ਤੂੰ ਮੇਰਾ ਦਿਲ ਕੱਢ ਲਾ ਤੇ ਲੈ ਜਾ। ਤੇ ਉਹਨਾਂ ਦੇ ਸੁਣਾਉਣ ਦੇ ਮੁਤਾਬਕ ਹੀ ਜਿੱਦਾਂ ਉਹਨਾਂ ਨੇ ਉਹ ਸੁਣਾਈ ਕਹਿੰਦੇ ਕਿ ਉਹਨੇ ਛੁਰਾ ਮਾਰ ਕੇ ਤੇ ਮਾਂ ਦਾ ਦਿਲ ਕੱਢ ਕੇ ਤੇ ਲੈ ਗਿਆ। ਬਾਅਦ ਵਿੱਚ ਜਦੋਂ ਕੁੜੀ ਦੇ ਸਾਹਮਣੇ ਉਹਨੇ ਪੇਸ਼ ਕੀਤਾ ਤੇ ਕੁੜੀ ਉਹ ਕਹਿੰਦੀ ਕਿ ਤੂੰ ਆਪਣੀ ਮਾਂ ਦਾ ਨਹੀਂ ਹੋ ਸਕਿਆ ਜਿਹਨੇ ਤੈਨੂੰ ਜਨਮ ਦਿੱਤਾ ਪਾਲਿਆ ਤੇ ਤੂੰ ਮੇਰਾ ਕਿੱਥੋਂ ਹੋ ਜਾਏਗਾ। ਤੇ ਉਹ ਕਹਿੰਦੀ ਵੀ ਮੈਂ ਤੇਰੇ ਨਾਲ ਨਹੀਂ ਵਿਆਹ ਕਰਾ ਸਕਦੀ। ਤੇ ਉਸ ਤੋਂ ਬਾਅਦ ਉਹ ਆਪਦੀ ਮਾਂ ਦਾ ਦਿਲ ਉਸੇ ਤਰ੍ਹਾਂ ਵਾਪਸ ਲੈ ਕੇ ਤੁਰਨ ਲੱਗਾ ਤੇ ਉਹਦੇ ਠੇਡਾ ਲੱਗ ਕੇ ਡਿੱਗ ਪਿਆ ਤੇ ਉਹ ਕਹਿੰਦੇ ਦਿਲ ਦੇ ਵਿੱਚੋਂ ਫਿਰ ਵੀ ਆਵਾਜ਼ ਆਈ ਵੀ ਪੁੱਤਰਾ ਤੇਰੇ ਸੱਟ ਨਹੀਂ ਲੱਗੀ ਤੇਰੀ। ਹਾਂਜੀ ਬਿਲਕੁਲ ਜੀ। ਹਾਂਜੀ ਤੇ ਇਹ ਪਿਆਰ ਹੁੰਦਾ ਵਾ ਜੀ ਮਾਂ ਦਾ। ਤੇ ਸੋ ਇਹਦੇ ਲਈ ਕੋਈ ਦਿਨ ਸਪੈਸ਼ਲ ਦੀ ਤਾਂ ਲੋੜ ਨਹੀਂ ਕਿਉਂਕਿ ਇਹ ਸਦਾ ਹੀ ਸਾਲ ਮਹੀਨੇ ਦਿਨ ਪੂਰੇ ਜ਼ਿੰਦਗੀ ਆਪਣੇ ਲਈ ਮਾਂ ਦਾ ਪਿਆਰ ਜਿਹੜਾ ਵਾ ਬੜਾ ਅਨਮੋਲ ਆ। ਤੇ ਚਲੋ ਫਿਰ ਵੀ ਆਪਾਂ ਇਹ ਦਿਨ ਮਨਾਉਂਦੇ ਆ। ਚਲੋ ਸਾਰਿਆਂ ਲਈ ਕੀ ਨਾਮ ਮਾਂ ਦਾ ਸਾਥ ਪਿਆਰ ਸਾਰਿਆਂ ਲਈ ਏਦਾਂ ਹੀ ਰਵੇ। ਹਾਂਜੀ ਥੈਂਕ ਯੂ ਜਗਦੀਪ ਸਿੰਘ ਜੀ ਬਹੁਤ ਵਧੀਆ ਗੱਲਬਾਤ ਤੁਸੀਂ ਕੀਤੀ ਹੈ ਜੀ। ਥੈਂਕ ਯੂ ਜੀ ਕਾਲ ਕਰਨ ਲਈ। ਥੈਂਕ ਯੂ। ਸੋ ਇੱਕ ਕਾਲ ਹੋਰ ਆ ਗਈ ਜੀ ਆਪਾਂ ਲੈ ਲਈਏ ਕਾਲ। ਹੈਲੋ PTN 24। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਬਹੁਤ ਵਧੀਆ। ਪਹਿਲਾਂ ਮੈਂ ਕਹੂੰਗੀ ਹੈਪੀ ਮਦਰਸ ਡੇ। ਬਿਲੇਟਡ ਨਹੀਂ ਕਹੂੰਗੀ ਬਿਕੋਜ਼ ਮਦਰਸ ਡੇ ਕਦੇ ਬਿਲੇਟਡ ਹੋ ਨਹੀਂ ਸਕਦਾ। ਸੋ ਸਾਰਿਆਂ ਨੂੰ ਮਦਰਸ ਡੇ ਦੀਆਂ ਮੁਬਾਰਕਾਂ। ਤੇ ਇਹ ਰਿਸ਼ਤਾ ਬਹੁਤ ਹੀ ਜ਼ਿਆਦਾ ਖੂਬਸੂਰਤ ਤੇ ਪਿਆਰਾ ਰਿਸ਼ਤਾ ਹੈਗਾ ਆ। ਸੋ ਇਹ ਕਿੱਦਾਂ ਦਾ ਮੈਂ ਜੋ ਫੀਲ ਕਰਦੀ ਹਾਂ ਕਿ ਏਦਾਂ ਦਾ ਰਿਸ਼ਤਾ ਜਿਹਦੇ ਵਿੱਚ ਜੇ ਨਹੀਂ ਹੈਗੀ ਮਤਲਬ ਜੇ ਨਹੀਂ ਹੈਗੀ ਮਤਲਬ ਬਾਕੀ ਹੋਰ ਕੋਈ ਵੀ ਰਿਸ਼ਤਾ ਆ ਹਸਬੈਂਡ ਵਾਈਫ ਦਾ ਭੈਣ ਭਰਾ ਦਾ ਫਰੈਂਡਸ ਦਾ ਕੋਈ ਵੀ ਰਿਸ਼ਤਾ ਤੁਸੀਂ ਕਹਿ ਦਿਓ ਉਹਦੇ ਵਿੱਚ ਜੇ ਆ ਜਾਂਦੀ ਆ। ਮਤਲਬ ਮੈਂ ਐਗਜ਼ਾਮਪਲ ਦਊਂਗੀ ਕਿ ਜੇ ਇਹ ਮੇਰਾ ਏਦਾਂ ਕੰਮ ਕਰੂਗੀ ਤਾਂ ਮੈਂ ਏਦਾਂ ਕਰੂੰਗੀ ਜੇ ਇਹ ਮੈਨੂੰ ਏਦਾਂ ਬੁਲਾਊਗੀ ਤਾਂ ਮੈਂ ਇਹਨੂੰ ਏਦਾਂ ਕਰੂੰਗਾ ਰਾਈਟ। ਜੇ ਇਹ ਮੇਰਾ ਇੰਨਾ ਆਹ ਕੰਮ ਕਰਦੇ ਆ ਤਾਂ ਮੈਂ ਇਹਦਾ ਕੰਮ ਕਰਨਾ। ਮਾਂ ਦਾ ਰਿਸ਼ਤਾ ਹਾਂਜੀ ਇਹਦੇ ਵਿੱਚ ਕੋਈ ਕੰਡੀਸ਼ਨ ਹੈ ਨਹੀਂ ਜਿੱਦਾਂ ਆਪਣੇ ਵੀਰ ਜੀ ਨੇ ਸਟੋਰੀ ਵੀ ਸੁਣਾਈ ਆ ਰਾਈਟ। ਸੋ ਇਹ ਇੱਕ ਰਿਸ਼ਤਾ ਆ ਕਿ ਜਿਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ ਕੋਈ ਜੇ ਨਹੀਂ ਹੈਗੀ ਕੋਈ ਐਕਸਪੈਕਟੇਸ਼ਨ ਬੈਕ ਨਹੀਂ ਹੈਗੀ। ਬਹੁਤ ਹੀ ਪਿਆਰਾ ਰਿਸ਼ਤਾ ਆ। ਔਰ ਜੇ ਮਾਂ ਗੁੱਸਾ ਵੀ ਕਰਦੀ ਆ ਕਹਿੰਦੇ ਹੁੰਦੇ ਕਿ ਮਾਂ ਦਾ ਗੁੱਸਾ ਵੀ ਜਿਹੜਾ ਆ ਉਹ ਇੱਕ ਹੀਰੇ ਵਾਂਗੂ ਆ। ਬਿਲਕੁਲ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਗਾ ਆਪਣੇ ਘਰ ਦੀ। ਉਹ ਜਿਹੜਾ ਮਤਲਬ ਚਮਕਦਾ ਤਾਂ ਹੈਗਾ ਆ ਪਰ ਉਹਦੇ ਵਿੱਚ ਸੇਕ ਨਹੀਂ ਹੈਗਾ। ਸਹੀ ਗੱਲ ਮਤਲਬ ਬਹੁਤ ਜ਼ਿਆਦਾ ਹੀ ਦੁਨੀਆ ਦਾ ਨਿਆਰਾ ਰਿਸ਼ਤਾ। ਸਾਰੇ ਰਿਸ਼ਤੇ ਬਹੁਤ ਸੋਹਣੇ ਆ ਦੁਨੀਆ ਨੂੰ ਖੂਬਸੂਰਤ ਬਣਾਉਣ ਲਈ ਸਾਰੇ ਰਿਸ਼ਤੇ ਚਾਹੀਦੇ ਆ ਪਰ ਇਹ ਮਤਲਬ ਸਭ ਤੋਂ ਉੱਪਰ ਜੇ ਆਪਾਂ ਕਿਸੇ ਰਿਸ਼ਤੇ ਨੂੰ ਰੱਖ ਸਕਦੇ ਆ ਤਾਂ ਇਹ ਰਿਸ਼ਤਾ ਆਪਣੇ ਕੋਲ ਹੈਗਾ ਆ। ਬਿਲਕੁਲ ਥੈਂਕ ਯੂ ਸੁਨੀਲ ਤੁਹਾਡੀ ਕਾਲ ਕਰਨ ਦੇ ਲਈ। ਹਾਂਜੀ ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।
ਲਓ ਜੀ ਇੱਕ ਕਾਲ ਹੋਰ ਆ ਗਈ, ਆਪਾਂ ਕਾਲ ਲੈਂਦੇ ਪਹਿਲਾਂ। ਸਹੀ ਗੱਲ ਹੈ। ਹੈਲੋ ਸਵਾਗਤ ਜੀ PTN 24। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗਗਨਦੀਪ ਸੰਧੂ ਬੋਲ ਰਹੀ ਹਾਂ। ਹਾਂਜੀ ਗਗਨਦੀਪ, ਕੀ ਹਾਲ ਚਾਲ ਜੀ? ਵਧੀਆ ਲੱਗਿਆ ਜੀ ਤੁਸੀਂ ਕਾਲ ਕੀਤੀ। ਹਾਂਜੀ, ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਤੁਸੀਂ ਸੁਣਾਓ, ਤੁਸੀਂ ਕਿਸ ਤਰੀਕੇ ਨਾਲ ਮਦਰਸ ਡੇ ਮਨਾਇਆ ਜੀ? ਮੈਂ ਮਦਰਸ ਡੇ ਹਲੇ ਤੱਕ ਤਾਂ ਮਨਾਇਆ ਹੀ ਨਹੀਂ ਜੀ, ਕਿਉਂਕਿ ਮੈਂ ਇੰਨੀ ਦੂਰ ਬੈਠੀ ਆ ਆਪਦੀ ਮਾਂ ਤੋਂ ਤੇ ਆਪਦੀ ਬੇਟੀ ਤੋਂ, ਹਨਾ। ਮੇਰੀ 2 ਸਾਲ ਛੋਟੀ ਵੀ ਬੇਟੀ ਆ। ਹਾਂਜੀ, ਮੈਨੂੰ ਅੱਜ ਮੇਰਾ ਮਨ ਇੰਨਾ ਕਿ ਭਰ ਰਿਹਾ ਕਿ ਮੈਨੂੰ ਮੇਰੀ ਮਾਂ ਨੂੰ ਪਤਾ ਹੋਊਗਾ ਮੇਰਾ ਦੁੱਖ ਕੀ ਹੈ ਤੇ ਮੈਨੂੰ ਪਤਾ ਮੇਰੀ ਬੇਟੀ ਦਾ ਦੁੱਖ ਕੀ ਹੋਊਗਾ ਨਾ। ਮੇਰੇ ਕੋਲ ਵਰਡਸ ਨਹੀਂ ਹੈਗੇ, ਮੈਂ ਆਪਣੀ ਫੀਲਿੰਗਸ ਨੂੰ ਕਿਵੇਂ ਐਕਸਪ੍ਰੈਸ ਕਰ ਸਕਦੀ ਹਾਂ। ਵੀ ਜਦੋਂ ਆਪਾਂ ਇਦਾਂ ਦੀ ਦੇਖਦੇ ਹਾਂ, ਆਪਣੀ ਫੈਮਿਲੀ ਵਾਲੇ ਕੋਈ ਆਪਣੇ ਓਕੇਸ਼ਨਸ ਆਉਂਦੇ ਆ, ਆਪਾਂ ਸੈਲੀਬ੍ਰੇਟ ਕਰਦੇ ਹਾਂ, ਫੈਮਿਲੀ ਦੇ ਵਿੱਚ ਬੈਠਦੇ ਹਾਂ ਨਾ, ਜਦੋਂ ਉਦੋਂ ਮਨ ਹੁੰਦਾ ਕਿ ਆਪਾਂ ਆਪਣੀ ਮਾਂ ਤੇ ਕੀ ਬੀਤਦੀ ਹੋਊਗੀ ਕਿ ਜਦੋਂ ਉਹਨਾਂ ਨੂੰ ਇੰਨੇ ਦੂਰ ਬੈਠੇ ਆ। ਤੇ ਮੇਰੇ ਤੇ ਹੁਣ ਜੋ ਸਿਚੁਏਸ਼ਨ ਹੈ, ਮੈਂ ਆਪਣੀ ਬੇਟੀ ਤੋਂ ਦੂਰ ਆ। ਮੇਰੇ ਕੋਲ ਵਰਡਸ ਨਹੀਂ ਹੈਗੇ ਕਿ ਕਿਵੇਂ ਮੈਂ ਦੱਸਾਂ, ਮਤਲਬ ਕੀ ਫੀਲਿੰਗਸ ਆ ਰਹੀਆਂ ਮਨ ਵਿੱਚ। ਹੁਣ ਪਤਾ ਲੱਗਦਾ ਕਿ ਇੱਕ ਮਾਂ ਹੋਣਾ ਕਿੰਨਾ ਵੱਡਾ ਰੁਤਬਾ ਆ ਤੇ ਮਾਂ ਕੀ ਕੁਝ ਸੈਕਰੀਫਾਈਸ ਕਰਦੀ ਹੈ। ਸਹੀ ਗੱਲ ਕੀਤੀ ਗਗਨਦੀਪ ਜੀ ਤੁਸੀਂ, ਮੈਂ ਵੀ ਸਮਝ ਸਕਦੀ, ਕਿਉਂਕਿ ਥੋੜੀ ਦੇਰ ਮੇਰੀ ਬੇਟੀ ਵੀ ਇੰਡੀਆ ਗਈ ਸੀ ਤੇ ਮੈਂ ਇੱਥੇ ਸੀਗੀ, ਹਨਾ। ਸੋ ਸੀਰੀਅਸਲੀ ਮਾਂ ਦੇ ਲਈ ਬੇਟੀ ਨੂੰ ਛੱਡਣਾ ਈਜ਼ੀ ਨਹੀਂ ਆ, ਮਤਲਬ ਬਹੁਤ ਜ਼ਿਆਦਾ ਔਖਾ ਆ ਜਿਹੜਾ ਆਪਾਂ ਲਾਈਕ ਟਾਈਮ ਉਹਨਾਂ ਤੋਂ ਬਿਨਾਂ ਸਪੈਂਡ ਕਰਦੇ ਆ। ਬਿਲਕੁਲ ਜੀ। ਜਦੋਂ ਮੈਂ ਇੰਡੀਆ ਤੋਂ ਮੈਂ ਸ਼ੇਅਰ ਕਰਨਾ ਚਾਹੁੰਦੀ ਇੱਕ ਗੱਲ ਆਪਣੀ। ਜਦੋਂ ਇੰਡੀਆ ਤੋਂ ਆਈ ਸੀ ਤੇ ਮੇਰੀ ਮੰਮੀ ਹੋਣੀ ਮੈਨੂੰ ਮਿਲਣ ਨਹੀਂ ਸੀ ਆਏਗੇ, ਕਿਉਂਕਿ ਉਦੋਂ ਉਹਨਾਂ ਨੇ ਮੇਰੀ ਬੇਟੀ ਨੂੰ ਪਹਿਲਾਂ ਲੈ ਗਏ ਸੀ ਤਾਂ ਕਿ ਮੇਰੀ ਬੇਟੀ ਨਾ ਰੋਵੇ ਮੇਰੇ ਤੋਂ ਦੂਰ ਹੁੰਦੀ ਆ, ਤਾਂ ਕਰਕੇ ਮੇਰੀ ਮੰਮੀ ਹੋਣੀ ਮੈਨੂੰ ਮਿਲਣ ਵੀ ਨਹੀਂ ਆਏ, ਉਹ ਪਹਿਲਾਂ ਹੀ ਲੈ ਕੇ ਚਲੇ ਗਏ ਸੀ। ਬਹੁਤ ਔਖਾ ਜੀ ਫਿਰ ਤਾਂ। ਹਾਂਜੀ, ਉਦੋਂ ਉਹ ਵਾਲਾ ਦਿਨ ਤੇ ਮੈਨੂੰ ਅੱਜ ਦਾ ਦਿਨ ਜਦੋਂ ਸਾਰੇ ਆਪਣੀ ਮਦਰਸ ਡੇ ਸੈਲੀਬ੍ਰੇਟ ਕਰਦੇ ਆ, ਉਹ ਵਾਲੀਆਂ ਜਦੋਂ ਯਾਦਾਂ ਮੇਰੇ ਮਨ ਚ ਆਉਂਦੀਆਂ, ਮੇਰੇ ਕੋਲ ਕੁਛ ਏਦਾਂ ਦੀ ਫੀਲਿੰਗਸ ਆਉਂਦੀਆਂ, ਮੈਂ ਦੱਸ ਨਹੀਂ ਸਕਦੀ ਵੀ ਕਿੱਦਾਂ ਐਕਸਪ੍ਰੈਸ ਕਰਾਂ ਇਹਨਾਂ ਚੀਜ਼ਾਂ ਨੂੰ ਨਾ। ਅੱਜ ਦਾ ਦਿਨ ਬਹੁਤ ਸਪੈਸ਼ਲ ਆ ਤੇ ਉਹਨਾਂ ਸਾਰੀਆਂ ਮਾਵਾਂ ਨੂੰ ਸਲੂਟ ਆ, ਆਪਣੀ ਮੰਮੀ ਨੂੰ ਵੀ ਸਲੂਟ ਆ। ਉਹਨੇ ਕਿੰਨਾ ਕੁਛ ਆਪਣੇ ਵਾਸਤੇ ਸੈਕਰੀਫਾਈਸ ਕੀਤਾ ਸੀਗਾ ਤੇ ਅੱਜ ਪਤਾ ਲੱਗਦਾ ਕਿ ਮਦਰਸ ਨੂੰ ਕੀ ਕੁਛ ਕਰਨਾ ਪੈਂਦਾ ਜਦੋਂ ਆਪਾਂ ਉਸ ਸਿਚੁਏਸ਼ਨ ਤੇ ਆ ਜਾਂਦੇ ਆ, ਉਦੋਂ ਪਤਾ ਲੱਗਦਾ ਇਸ ਚੀਜ਼ ਦਾ। ਦੇਖੋ ਜੀ, ਆਪਾਂ ਦੇਣਾ ਨਹੀਂ ਦੇ ਸਕਦੇ ਮਦਰਸ ਦਾ, ਬਿਕਾਜ਼ ਉਹ ਨਿਰਸਵਾਰਥ ਆ, ਉਹਨਾਂ ਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਬਈ। ਉਹਨਾਂ ਦਾ ਇੱਕੋ ਹੀ ਚੀਜ਼ ਹੁੰਦੀ ਆ ਵੀ ਕਿਸ ਤਰ੍ਹਾਂ ਸਾਡੇ ਜਿਹੜੇ ਨਿਆਣੇ ਆ ਉਹ ਖੁਸ਼ ਰਹਿਣ, ਸੌਖੇ ਰਹਿਣ, ਆਪ ਔਖੇ ਹੋ ਲੈਣਾ। ਹਾਂਜੀ, ਐਂਡ ਗਗਨਦੀਪ ਤੁਸੀਂ ਜ਼ਰੂਰ ਮਹਿਸੂਸ ਕੀਤਾ ਹੋਊਗਾ ਜਿੱਦਾਂ ਹੁਣ ਆਪਣੀਆਂ ਮਾਵਾਂ ਨੇ ਵੀ ਜਦੋਂ ਆਪਣੇ ਵਿਆਹ ਹੋਇਆ ਕਿ ਕਿੰਨਾ ਪਾਲ ਕੇ ਧੀ ਨੂੰ ਦੇਖ ਲਓ, ਫਿਰ ਆਪਾਂ ਵਿਆਹ ਕਰਦੇ ਉਹਨਾਂ ਦਾ, ਹਨਾ, ਕਿ ਤੋਰਨਾ ਈਜ਼ੀ ਨਹੀਂ ਹੈਗਾ, ਬਟ ਇੱਕ ਦੁਨੀਆ ਦੀ ਰੀਤ ਆ, ਮਤਲਬ ਚੱਲਣਾ ਹੀ ਇਦਾਂ ਹੀ ਆ। ਹਾਂਜੀ, ਇਹੀ ਮੈਂ ਸੋਚਦੀ ਹਾਂ ਕਿ ਜਿਵੇਂ ਮੇਰੀ ਮੰਮੀ ਨੇ ਮੈਨੂੰ ਪਾਲਿਆ, ਮੈਨੂੰ ਸੁੱਖਾ ਸੁੱਖ ਕੇ ਲਿਆ ਸੀ, ਮੈਨੂੰ ਵਿਆਹਿਆ ਅਗਾਂਹ, ਫਿਰ ਮੈਨੂੰ ਆਪਣੀ ਕੰਟਰੀ ਤੋਂ ਬਾਹਰ ਆ ਗਈ ਹਾਂ ਮੈਂ, ਇਹਨਾਂ ਸਾਰੀ ਫੈਮਿਲੀ ਨੂੰ ਛੱਡ ਕੇ ਆਈ ਹਾਂ ਮੈਂ। ਹੁਣ ਆਪਣੀ ਬੇਟੀ ਨੂੰ ਹੁਣ ਛੱਡ ਕੇ ਤੂੰ ਗਾਂਹ ਵੀ ਇੱਕ ਟਾਈਮ ਫੇਰ ਆਉਣਾ ਜਦੋਂ ਮੈਨੂੰ ਆਪਣੀ ਬੇਟੀ ਨੂੰ ਫੇਰ ਪੈਦਾ ਕਰਨਾ। ਹਾਂਜੀ, ਸੋ ਗਗਨਦੀਪ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈ ਕਿ? ਹਾਂਜੀ, ਇੰਟਰਨੈਸ਼ਨਲ ਸਟੂਡੈਂਟ ਹੈ, ਮੈਨੂੰ ਹਲੇ 2 ਮੰਥ ਹੀ ਹੋਇਆ ਇੱਥੇ ਆਈ ਨੂੰ। ਓਕੇ, ਠੀਕ ਹੈ ਜੀ। ਫਿਰ ਅਸੀਂ ਤੁਹਾਡੇ ਦਰਦ ਨੂੰ ਸਮਝ ਸਕਦੇ ਹਾਂ, ਇੱਕ ਤਾਂ ਮਾਪਿਆਂ ਦਾ, ਫਿਰ ਗਾਂ ਬੇਟੀ ਦਾ। ਠੀਕ ਹੈ ਜੀ। ਸੋ ਕਿਉਂਕਿ ਤੁਸੀਂ ਇੰਨਾ ਘਬਰਾਓ ਨਾ, ਲਾਈਕ ਉਹ ਵਧੀਆ ਹੀ ਹੋਣੀ ਉੱਥੇ। ਜਦੋਂ ਮੈਂ ਵੀ ਦੇਖਿਆ ਸੀ, ਫਿਰ ਮੇਰੀ ਬੇਟੀ, ਮਤਲਬ ਤੁਹਾਡੇ ਮੰਮੀ ਡੈਡੀ ਉੱਥੇ ਹੈਗੇ ਆ, ਬੇਟੀ ਉੱਥੇ ਬਹੁਤ ਵਧੀਆ ਹੋਣੀ ਆ, ਪਰ ਮਾਂ ਨੂੰ ਬੈਠਿਆਂ ਨੂੰ ਇੱਥੇ ਫਿਕਰ ਹੋਈ ਜਾਂਦਾ ਵੀ ਪਤਾ ਨਹੀਂ ਮੇਰੀ ਬੇਟੀ ਮੈਨੂੰ ਕਿੰਨਾ ਕੁ ਮਿਸ ਕਰਦੀ ਹੋਊਗੀ ਜਾਂ ਕਿੱਦਾਂ ਰਹਿੰਦੀ ਹੋਊ ਮੇਰੇ ਬਗੈਰ। ਜੀ ਜੀ, ਇਹ ਤਾਂ ਫਿਕਰ ਮੁੱਕਦੀ ਨਹੀਂ ਆ। ਜਦੋਂ ਵੀ ਕਿਤੇ ਫੋਨ ਕਾਲ ਕਰਦੇ ਆ ਤੇ ਪਹਿਲਾਂ ਆਪਾਂ ਨੂੰ ਹੁੰਦਾ ਕਿ ਮੇਰੀ ਬੇਟੀ ਦਾ ਕੀ ਹਾਲ ਆ, ਉਹ ਕੁਝ ਖਾਂਦੀ ਆ ਕਿ ਨਹੀਂ ਖਾਂਦੀ। ਉਹ ਵੀ ਇਹੋ ਜਿਹੀ ਆ ਕਿ ਮੇਰੀਆਂ ਫੋਟੋਆਂ ਨਾਲ ਗੱਲਾਂ ਕਰਦੀ ਆ। ਨਹੀਂ, ਠੀਕ ਹੈ ਜੀ, ਠੀਕ ਹੈ ਜੀ। ਕਿੰਨੇ ਸਾਲਾਂ ਦੀ ਹੈ ਗਗਨਦੀਪ ਤੁਹਾਡੀ ਬੇਟੀ? 2 ਸਾਲ ਦੀ ਹੈ ਜੀ। ਓਕੇ ਜੀ, ਚਲੋ ਠੀਕ ਹੈ। ਗਗਨਦੀਪ ਇੱਕ ਕੰਮ ਕਰਦੇ ਆ, ਅਸੀਂ ਤੁਹਾਨੂੰ ਇੱਕ ਲਿਪ ਗਲਾਸ ਦਿੰਦੇ ਆ ਕਿਉਂਕਿ ਤੁਹਾਡੀ ਸਟੋਰੀ ਜਿਹੜੀ ਹੈ ਬੜੀ ਟੱਚਿੰਗ ਹੈ ਜੀ। ਹਾਂਜੀ ਹਾਂਜੀ, ਸਹੀ ਗੱਲ ਹੈ। ਠੀਕ ਹੈ ਜੀ। ਸਟੂਡੀਓ ਤੋਂ ਬਾਅਦ ਤੁਸੀਂ ਮਨਜੀਤ ਨੂੰ ਕਾਲ ਕਰ ਲਿਓ 647 219 3660 ਜਾਂ ਸਟੂਡੀਓ ਦੇ ਵਿੱਚ ਕਾਲ ਕਰ ਲਓ ਤੁਸੀਂ। ਹਾਂਜੀ, ਓਕੇ ਜੀ, ਠੀਕ ਹੈ ਜੀ। ਸੋ ਤੁਹਾਡਾ ਇੱਕ ਲਿਪ ਗਲਾਸ ਜਿਹੜਾ ਆ, ਲਾਈਟ ਅਪ ਲਿਪ ਗਲਾਸ, ਉਹ ਤੁਹਾਡਾ ਪੱਕਾ ਹੋ ਗਿਆ ਕਿ ਤੁਹਾਡੀ ਸਟੋਰੀ ਜਿਹੜੀ ਹੈ ਬਹੁਤ ਜ਼ਿਆਦਾ ਵਧੀਆ ਐਂਡ ਮੈਂ ਆਪ ਬਹੁਤ ਇਮੋਸ਼ਨਲ ਹੋ ਗਈ ਤੁਹਾਡੀ ਸਟੋਰੀ ਸੁਣ ਕੇ, ਮੈਂ ਆਪ ਰੋ ਰਹੀ ਹਾਂ। ਥੈਂਕ ਯੂ ਕਾਲ ਕਰਨ ਦੇ ਲਈ ਜੀ।
ਸੋ ਆਪਾਂ ਹੁਣ ਉਹ ਜਿਹੜੀ ਮਹਾਰਾਣੀ ਜਿੰਦਾ ਦੀ ਆਪਾਂ ਸਟੋਰੀ ਨੂੰ ਹੁਣ ਹਾਂਜੀ ਕੰਟੀਨਿਊ ਕਰੀਏ ਕਿਉਂਕਿ ਬਹੁਤ ਜ਼ਿਆਦਾ ਜ਼ਬਰਦਸਤ ਸਟੋਰੀ ਆ ਉਹ। ਤਾਂ ਫਿਰ ਨੇਪਾਲ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਤਾਂ 1761 ਦੇ ਵਿੱਚ ਵਿਚੋਲਿਆਂ ਦੇ ਥਰੂ ਕਲਕੱਤੇ ਸਪੈਂਸਰ ਹੋਟਲ ਦੇ ਵਿੱਚ ਜਾ ਕੇ ਮਹਾਰਾਣੀ ਜਿੰਦਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਮਿਲਣੀ ਦਾ। ਉਧਰ ਚੀਨ ਦੇ ਨਾਲ ਜੰਗ ਚੱਲਦੀ ਸੀਗੀ, ਉਧਰ ਜਿਹੜੀਆਂ ਸਿੱਖ ਰੈਜੀਮੈਂਟਸ ਆ ਰਹੀਆਂ ਸੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਗਿਆ ਉੱਥੇ ਵੀ ਕੋਈ ਗੜਬੜ ਨਾ ਹੋਵੇ ਉਹਨਾਂ ਦੀ ਸੁਰੱਖਿਆ ਦੇ ਲਈ। ਤਾਂ ਉਹ ਮਹਾਰਾਣੀ ਜਿੰਦਾ ਨੇ ਕਿਉਂਕਿ ਨਿਗਾਹ ਜਾ ਚੁੱਕੀ ਸੀ ਮਹਾਰਾਣੀ ਜਿੰਦਾ ਦੀ, ਤਾਂ ਉਹਨਾਂ ਨੇ ਕੀ ਕੀਤਾ ਨਾ, ਉਹਨੇ ਪਿਆਰ ਦਿੱਤਾ ਉਹਨੂੰ ਮਹਾਰਾਜ ਦਲੀਪ ਸਿੰਘ ਨੂੰ। ਤਾਂ ਦਲੀਪ ਸਿੰਘ ਦੇ ਸਿਰ ਤੇ ਹੱਥ ਰੱਖਿਆ ਤਾਂ ਉਹ ਕਹਿੰਦਾ ਵੀ ਮੈਂ ਤੇਰਾ ਦਲੀਪ ਆ। ਤਾਂ ਉਹ ਕਹਿੰਦੀ ਵੀ ਤੂੰ ਮੇਰਾ ਦਲੀਪ ਨਹੀਂ ਹੈਗਾ। ਉਹ ਕਹਿੰਦਾ ਨਹੀਂ ਮਾਂ ਮੈਂ ਤੇਰਾ ਦਲੀਪ ਆ। ਉਹ ਕਹਿੰਦੀ ਜੇ ਤੂੰ ਮੇਰਾ ਦਲੀਪ ਹੁੰਦਾ ਤਾਂ ਤੇਰੇ ਸਿਰ ਤੇ ਜੂੜਾ ਹੁੰਦਾ ਨਾ। ਤਾਂ ਉਦੋਂ ਬਾਅਦ ਜਿਹੜਾ ਮਹਾਰਾਜ ਦਲੀਪ ਸਿੰਘ ਨੇ ਕੀ ਕੀਤਾ ਤਾਂ ਫਿਰ ਉਹ ਤੋਂ ਬਾਅਦ ਜਿਹੜੇ ਕੇਸ ਰੱਖੇ, ਇਹ ਉਹ ਪਾਵਰ ਹੈ ਜਿਹੜੀ ਤਾਂ ਹੀ ਉਹ ਅੰਗਰੇਜ਼ ਜਿਹੜਾ ਸੀਗਾ ਉਹ ਉਹਦੀ ਮਾਂ ਨੂੰ ਉਹਦੇ ਬੱਚਿਆਂ ਤੋਂ ਦੂਰ ਰੱਖਦਾ ਸੀ। ਉਹਨੂੰ ਪਤਾ ਸੀ ਵੀ ਇਹਦੇ ਵਿੱਚ ਪਾਵਰ ਬਹੁਤ ਹੈ ਕਿਉਂਕਿ ਮਾਂ ਨੇ ਹੌਸਲਾ ਬਹੁਤ ਦੇ ਦੇਣਾ ਨਾ। ਜਿਹੜਾ ਮਾਂ ਇਨਕਰੇਜਮੈਂਟ ਕਰਦੀ ਆ ਤੁਹਾਨੂੰ, ਇਨਕਰੇਜ ਕਰ ਦਿੰਦੀ ਆ, ਮਤਲਬ ਉਹ ਤੁਹਾਨੂੰ ਇੱਕ ਹੌਸਲਾ ਦੇ ਦਿੰਦੀ ਆ ਵੀ ਕੁਝ ਵੀ ਤੁਸੀਂ ਕਰ ਸਕਦੇ ਆ, ਸਾਰਾ ਕੁਝ ਪੋਸੀਬਲ ਹੈ। ਬਿਲਕੁਲ ਜੀ। ਠੀਕ ਹੈ। ਸੋ 1861 ਦੇ ਵਿੱਚ ਨਾਲ ਹੀ ਫਿਰ ਮਹਾਰਾਣੀ ਜਿੰਦਾ ਜਿਹੜੀ ਸੀ ਇੰਗਲੈਂਡ ਚਲ ਗਈ ਮਹਾਰਾਜ ਦਲੀਪ ਦੇ ਨਾਲ। ਤਾਂ 2 ਸਾਲਾਂ ਦੇ ਬਾਅਦ ਉਹਨਾਂ ਦੀ ਡੈਥ ਹੋ ਗਈ ਉੱਥੇ 1863 ਦੇ ਵਿੱਚ ਮਹਾਰਾਣੀ ਜਿੰਦਾ ਦੀ 49 ਸਾਲ ਦੀ ਉਮਰ ਦੇ ਵਿੱਚ। ਸੋ ਇਹ ਬੜੀ ਇੱਕ ਭਾਵਕ ਕਹਾਣੀ ਹੈਗੀ ਆ ਵੀ ਇੱਕ ਮਾਂ ਕਿਸੇ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਚੇਂਜ ਕਰ ਸਕਦੀ ਆ, ਕਿਉਂਕਿ ਇੰਨੀ ਪਾਵਰ ਇੰਨੀ ਐਨਰਜੀ ਹੈਗੀ ਮਾਂ ਦੇ ਵਿੱਚ। ਸੋ ਬੱਚਾ ਵੀ ਮਾਂ ਦੀ ਗੱਲ ਨਹੀਂ ਮੋੜਦਾ। ਅੱਜ ਵੀ ਇੱਥੇ ਆਪਾਂ ਆਏ ਆ ਜਾਂ ਇੰਟਰਨੈਸ਼ਨਲ ਸਟੂਡੈਂਟ ਆਏ ਆ, ਇੱਕ ਚੀਜ਼ ਜ਼ਰੂਰ ਦੇਖਣ ਵਾਲੀ ਹੈਗੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ। ਇੱਥੇ ਦੇ ਬੱਚੇ ਸਾਰਿਆਂ ਨਾਲੋਂ ਵੱਧ ਜੇ ਕਿਸੇ ਨੂੰ ਮਿਸ ਕਰਦੇ ਉਹ ਆਪਣੀ ਮਾਂ ਨੂੰ ਕਰਦੇ। ਠੀਕ ਹੈ। ਮੈਂ ਕਈ ਵਾਰੀ ਇੱਥੇ 18-19 ਸਾਲ ਦੇ ਜਿਹੜੇ ਨਵੇਂ ਆਏ ਆ ਉਹ ਕਹਿਣਗੇ ਮੈਂ ਮੰਮੀ ਨੂੰ ਮਿਸ ਕਰਦਾ, ਮੈਂ ਮੰਮੀ, ਉਹ ਡੈਡੀ ਨੂੰ ਘੱਟ ਕਹਿੰਦੇ ਆ, ਮੰਮੀ ਨੂੰ ਮਿਸ ਜ਼ਿਆਦਾ ਕਰਦੇ ਆ। ਆਪਾਂ ਕਾਲ ਲੈ ਲਈਏ ਜੀ। ਹੈਲੋ, ਸਵਾਗਤ ਹੈ ਜੀ PTN 24। ਇੱਕ ਮਾਂ ਦੇ ਨਾਂ ਤੇ ਗੱਲ ਕਰਨੀ ਚਾਹੁੰਦੀ ਆ। ਹਾਂਜੀ ਕਿ ਜਿੱਦਾਂ ਕਿਸੇ ਦੀ ਮੰਮੀ ਨਹੀਂ, ਜਿੱਦਾਂ ਮੇਰੀ ਮੰਮੀ ਨਹੀਂ ਹੈ ਤੇ ਜਿੱਦਾਂ ਹੁਣ ਆਪਾਂ ਮੰਮੀ ਨੂੰ ਚੇਤੇ ਕਰਦੇ ਆ ਤੇ ਮੈਂ ਕਈ ਵਾਰੀ ਮੰਮੀ ਨੂੰ ਚੇਤੇ ਕਰਦੀ ਆ, ਪਰ ਜਿਨ੍ਹਾਂ ਦੀਆਂ ਮੰਮੀਆਂ ਹੈਗੀਆਂ ਉਹਨਾਂ ਨੂੰ ਭਾਵੇਂ ਉਹਨਾਂ ਦਾ ਗੁੱਸੇ ਆ, ਕਈ ਵਾਰੀ ਜੁਦੇ ਹੁੰਦੇ ਆ, ਗੁੱਸੇ ਹੁੰਦੀਆਂ, ਉਹਨਾਂ ਨੂੰ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਕਿ ਵਿਸ਼ ਆਪਾਂ ਨੂੰ ਫੋਨ ਜ਼ਰੂਰ ਮੰਮੀਆਂ ਨੂੰ ਕਰ ਲੈਣਾ ਚਾਹੀਦਾ। ਮਦਰ ਡੇ ਤੇ ਮਿਲ ਵੀ ਆਉਣਾ ਚਾਹੀਦਾ। ਕਈ ਵਾਰੀ ਇਸੇ ਤਰੀਕੇ ਦੇ ਨਾਲ ਆਪਾਂ ਗੁੱਸੇ ਹੋਏ ਵੀ ਬੋਲਾ ਚੱਲੀ ਹੋ ਜਾਂਦੀ ਆ, ਕਿਉਂਕਿ ਮਾਂ ਦਾ ਤਾਂ ਗੱਲ ਹੁੰਦਾ ਹੀ ਨਹੀਂ ਗੁੱਸੇ ਤੇ ਉਹ ਬੱਚਿਆਂ ਦੀ ਵੀ ਬੋਲਾ ਚੱਲੀ ਹੋ ਜਾਂਦੀ ਆ। ਜੇ ਆਪਾਂ ਏਦਾਂ ਨਹੀਂ ਕਰਦੇ ਤੇ ਆਪਾਂ ਕਦੇ ਮਾਵਾਂ ਜਾਂਦੀਆਂ ਤੇ ਆਪਾਂ ਪਛਤਾਉਂਦੇ ਆ। ਹਾਂਜੀ ਸਹੀ ਗੱਲ ਆ। ਨਹੀਂ ਸਹੀ ਕਿਹਾ ਤੁਸੀਂ। ਬਾਅਦ ਦੇ ਵਿੱਚ ਪਛਤਾਉਣ ਨਾਲੋਂ ਜਿਹਦੇ ਬਹੁਤ ਕਿਸਮਤ ਵਾਲੇ ਆ ਜੇ ਤੁਹਾਡੇ ਕੋਲ ਮਾਂ ਦਾ ਪਿਆਰ ਹੈ, ਬਹੁਤ ਕਿਸਮਤ ਵਾਲੇ ਆ ਜੇ ਤੁਹਾਡੇ ਕੋਲ ਮਾਂ ਆ। ਤੇ ਮਾਂ ਆਪਾਂ ਦੀਆਂ ਭੈਣਾਂ ਵੀ ਮਾਵਾਂ ਆ, ਆਪਾਂ ਦੇ ਗਾਹਾਂ ਬੱਚੇ ਵੀ ਜਿੱਦਾਂ ਉਹ ਵੀ ਮਾਵਾਂ ਆ, ਪਰ ਹਰੇਕ ਬੱਚੇ ਨੂੰ ਆਪਣੀ ਮਾਂ ਨੂੰ ਬਣਦਾ ਪਿਆਰ ਦੇਣਾ ਚਾਹੀਦਾ, ਮਾਂ ਸਤਿਕਾਰ ਜ਼ਰੂਰ ਫੋਨ ਕਰਨਾ, ਪਿਆਰ ਕਰਨਾ ਜ਼ਰੂਰ ਚਾਹੀਦਾ। ਹਾਂਜੀ ਮਾਂ ਦਾ ਦਿਲ ਜਿਹੜਾ ਆ ਨਾ। ਹਾਂਜੀ ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਸੋ ਗੱਲ ਹੁਣ ਇਹ ਆ ਜਾਂਦੀ ਹੈ ਕਈ ਵਾਰੀ ਇੱਥੇ ਕੰਟਰੋਵਰਸ਼ੀਅਲ ਚੱਲਦੀ ਆ, ਲੋਕ ਫੇਸਬੁੱਕ ਤੇ ਵੀ ਸਾਰੇ ਆਪਣੇ ਆਪਣੇ ਵਿਚਾਰ ਹੈ, ਕੋਈ ਗਲਤ ਨਹੀਂ ਹੈਗਾ। ਇਹ ਨਹੀਂ ਕੋਈ ਗਲਤ ਨਹੀਂ ਕੋਈ ਠੀਕ ਨਹੀਂ, ਸਾਰਿਆਂ ਦੇ ਆਪਣੇ ਵਿਚਾਰ ਆ, ਅਸੀਂ ਰਿਸਪੈਕਟ ਕਰਦੇ ਆ। ਕਈ ਵਾਰੀ ਇਹ ਕਹਿ ਦਿੰਦੇ ਆ ਓਕੇ ਜੀ, ਪਹਿਲੀ ਗੱਲ ਤਾਂ ਇਹ ਵੀ ਮਨਜੀਤ ਆਪਾਂ ਬੜੇ ਲੱਕੀ ਆ ਵੀ ਅਸੀਂ ਮੰਮੀ ਡੈਡੀ ਉਹਨਾਂ ਦੇ ਨਾਲ ਹੀ ਰਹਿੰਦੇ ਆ। ਠੀਕ ਆ। ਤਾਂ ਥੋੜਾ ਬਹੁਤਾ ਲੜ ਵੀ ਲਈਦਾ, ਇਹ ਨਹੀਂ ਹੈਗਾ ਵੀ ਲੜਦੇ ਨਹੀਂ ਹੈਗੇ। ਠੀਕ ਹੈ। ਬਸ ਸਾਡੇ ਕਈ ਵਾਰੀ ਬੱਚੇ ਕਹਿੰਦੇ ਆ ਵੀ ਤੂੰ ਪਾਪਾ ਤੂੰ ਤਾਂ ਮੰਮੀ ਲੜਦੇ, ਵੱਡੀ ਮੰਮਾ ਲੜਦੇ ਬਹੁਤ ਹੈ, ਭੈਣ ਭਰਾ ਵਾਂਗੂ ਲੜਦੇ। ਤਾਂ ਮੈਂ ਕਹਿੰਦਾ ਅਸੀਂ ਫਰੈਂਡ ਆ, ਕਹਿੰਦੇ ਤੁਸੀਂ ਫਰੈਂਡ ਨਹੀਂ, ਤੁਸੀਂ ਤਾਂ ਭੈਣ ਭਰਾ ਵਾਂਗੂ। ਪਰ ਅਗਲੇ ਪਲ ਅਸੀਂ ਬੋਲ ਵੀ ਪਈਦਾ। ਠੀਕ ਆ। ਸਹੀ ਗੱਲ। ਫਰੈਂਡਸ਼ਿਪ ਹੀ ਇਦਾਂ ਦੀ ਆ। ਤਾਂ ਸਾਡਾ ਅਸੀਂ ਭੈਣ ਭਰਾ ਵਾਂਗੂ ਹੀ ਆ, ਵੀ ਝੱਟ ਲੜ ਪਈਦਾ, ਝੱਟ ਅਸੀਂ ਖੁਸ਼ ਹੋ ਲਈਦਾ। ਠੀਕ ਹੈ। ਸੋ ਗੱਲ ਇਹ ਆ ਵੀ ਜਿਸ ਤਿਉਹਾਰ ਤੇ ਆਪਾਂ ਕਈ ਵਾਰੀ ਕੰਟਰੋਵਰਸ਼ੀਅਲ ਗੱਲਾਂ ਆਪਾਂ ਕਰਦੇ ਹਾਂ ਜੀ, ਆਪਾਂ ਇਸ ਪਹਿਲੀ ਗੱਲ ਤਾਂ ਵੀ ਆਪਣੀ ਕਮਿਊਨਿਟੀ ਜਿਹੜੀ ਆ ਇਸ ਗੱਲੋਂ ਲੱਕੀ ਆ ਵੀ ਸਾਨੂੰ ਸਾਡੇ
ਜਿਹੜਾ ਸੱਭਿਆਚਾਰ ਦੇ ਵਿੱਚੋਂ ਸਾਨੂੰ ਇੱਕ ਚੀਜ਼ ਸਿਖਾਈ ਗਈ ਵੀ ਮਾਂ-ਬਾਪ ਦਾ ਜਿਹੜਾ ਆਦਰ ਕਰਨਾ, ਅਸੀਂ ਮਾਪਿਆਂ ਦੇ ਨਾਲ ਰਹਿੰਦੇ ਹਾਂ। ਠੀਕ ਹੈ ਜੀ। ਸੋ ਇੱਕ ਕਾਲ ਲੈ ਲਈਏ ਫਿਰ ਜੀ। ਹਾਂਜੀ, ਇੱਕ ਮਿੰਟ ਆ ਲੈਂਦੇ ਜੀ, ਅਜੇ ਇਹ ਪੂਰੀ ਤਰ੍ਹਾਂ ਥਰੂ ਨਹੀਂ ਹੋਈ, ਇਹ ਥੋੜੇ ਚਿਰ ਬਾਅਦ ਆਪਾਂ ਇਹਨਾਂ ਨੂੰ। ਹਾਂਜੀ ਹੁਣ ਆਇਆ। ਹਾਂਜੀ PTN 24 ਸਵਾਗਤ ਹੈ ਜੀ। ਹੈਲੋ ਸਵਾਗਤ ਹੈ ਜੀ PTN 24। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਹਾਂਜੀ ਮੈਂ ਜਸਵੀਰ ਬੋਲਦੀ ਹਾਂ ਬਰਲਿੰਗਟਨ ਤੋਂ। ਹਾਂਜੀ ਜਸਵੀਰ ਜੀ, ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਇਹ ਦੱਸਣਾ ਸੀ, ਤੁਸੀਂ ਬਹੁਤ ਵਧੀਆ ਟੌਪਿਕ ਲੈ ਕੇ ਆਏ ਆ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ, ਸਾਰੇ ਜਾਣੇ ਦੇਖ ਰਹੇ ਆ। ਤੇ ਮੇਰੀ ਬੇਟੀ 10 ਸਾਲ ਦੀ, ਉਹ ਵੀ ਤੁਹਾਡਾ ਪ੍ਰੋਗਰਾਮ ਪਸੰਦ ਕਰਦੀ ਆ, ਉਹ ਵੀ ਬੈਠੀ ਪੂਰਾ ਧਿਆਨ ਨਾਲ ਸੁਣ ਰਹੀ ਆ। ਕੋਈ ਨਹੀਂ ਜੀ, ਮੈਂ ਤੁਹਾਡੀ ਬੇਟੀ ਦਾ ਤਾਇਆ ਹੀ ਲੱਗਦਾ, ਹੋਰ ਸਭ ਬਾਕੀ। ਹਾਂਜੀ ਹਾਂਜੀ ਠੀਕ ਹੈ ਜੀ, ਥੈਂਕ ਯੂ ਤੁਹਾਡਾ। ਓਕੇ ਭਾਜੀ, ਬਹੁਤ ਤੁਹਾਡਾ ਕਾਲ ਕਰਨ ਦਾ। ਓਕੇ ਥੈਂਕ ਯੂ ਜਸਵੀਰ। ਹਾਂਜੀ ਸੋ ਜਿਹੜੀ ਕੰਟਰੋਵਰਸ਼ੀਅਲ ਚੱਲਦੀ ਆ ਵੀ ਓਕੇ ਜੀ ਅਸੀਂ ਇੱਥੇ ਆ ਕੇ ਅਸੀਂ ਉਹਨਾਂ ਦੇ ਤਿਉਹਾਰ ਅਪਣਾ ਲੈ, ਅਸੀਂ ਉਹਨਾਂ ਦੇ ਤਿਉਹਾਰ ਅਪਣਾ ਲੈ। ਆਪਾਂ ਤਿਉਹਾਰਾਂ ਦੇ ਵਿੱਚ ਜਿਹੜਾ ਆ ਸਾਨੂੰ ਇਹ ਤਿਉਹਾਰ ਮਨਾਉਣੇ ਨਹੀਂ ਚਾਹੀਦੇ ਕਿਉਂਕਿ ਅਸੀਂ ਮਾਂ-ਬਾਪ ਦੇ ਨਾਲ ਰਹਿੰਦੇ ਹਾਂ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਜਿਸ ਵੀ ਸਮਾਜ ਦੇ ਵਿੱਚ ਆਪਾਂ ਜਾਂਦੇ ਹਾਂ ਉੱਥੇ ਦੇ ਜਿਹੜੇ ਰੀਤੀ ਰਿਵਾਜ ਆਪਾਂ ਨੂੰ ਗ੍ਰਹਿਣ ਕਰਨੇ ਪੈਂਦੇ ਆ ਜਾਂ ਕਰਨੇ ਚਾਹੀਦੇ ਵੀ ਆ। ਜਿੱਦਾਂ ਹੁਣ ਬੱਚੇ ਆ ਜਦੋਂ ਸਕੂਲਾਂ 'ਚ ਜਾਂਦੇ ਆ, ਸਕੂਲਾਂ ਦੇ ਵਿੱਚ ਉਹ ਹਰ ਤਿਉਹਾਰ ਨੂੰ ਉਹ ਅਪਣਾਉਂਦੇ ਆ, ਘਰ ਆ ਕੇ ਇਨਸਿਸਟ ਕਰਦੇ ਵੀ ਅਸੀਂ ਵੀ ਇਹ ਕੰਮ ਕਰਨਾ। ਜਿੱਦਾਂ ਹੁਣ ਆਪਣੇ ਕ੍ਰਿਸਮਸ ਟਰੀ ਦੀ ਗੱਲ ਕਰ ਦਿੰਦੇ ਆ, ਤਾਂ ਉਹ ਜਿਹੜੇ ਆ ਤੁਹਾਨੂੰ ਇੱਕ ਪ੍ਰੈਸ਼ਰ ਪਾਉਂਦੇ ਆ ਵੀ ਆਪਣੇ ਘਰ ਵੀ ਕ੍ਰਿਸਮਸ ਟਰੀ ਚਾਹੀਦਾ। ਪਰ ਮੈਨੂੰ ਇਹ ਦੱਸੋ ਵੀ ਕਿੰਨੇ ਕੁ ਜਾਣੇ ਤੁਸੀਂ ਡਿਨਾਈ ਕਰਦੇ ਆ ਜੇ ਆਪਾਂ ਮਦਰਸ ਡੇ ਦੀ ਗੱਲ ਕਰਦੇ ਆ? ਜੇ ਆਪਾਂ ਦਾ ਕ੍ਰਿਸਮਸ ਟਰੀ ਦੀ ਆਪਾਂ ਡਿਨਾਈ ਕਰਦੇ ਆ ਫਿਰ ਆਪਾਂ ਇਹਨੂੰ ਵੀ ਨਾ ਮਨਾਓ। ਆਪਾਂ ਉਹ ਪਹਿਲੇ ਬੱਚਿਆਂ ਦੇ ਕਹਿਣ ਤੋਂ ਪਹਿਲਾਂ ਹੀ ਕ੍ਰਿਸਮਸ ਟਰੀ ਜਿਹੜਾ ਆ ਆਪਾਂ ਕਿਸੇ ਕਾਰਨਰ ਦੇ ਵਿੱਚ ਲਾਈਟਾਂ ਲਾ ਕੇ ਲਾ ਦਿੰਦੇ ਬੱਚੇ ਸਾਡੇ ਖੁਸ਼ ਰਹਿਣ। ਠੀਕ ਹੈ ਜੀ, ਕਾਲ ਲੈ ਲਈ ਇੱਕ। ਹੈਲੋ ਸਵਾਗਤ ਹੈ ਜੀ PTN 24। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਜੀ? ਭਾਜੀ ਇੰਦਰਜੀਤ ਸਿੰਘ ਬੋਲ ਰਿਹਾ ਜੀ। ਕੌਣ ਜੀ? ਇੰਦਰਜੀਤ ਬੋਲ ਰਿਹਾ ਭਾਜੀ। ਹਾਂਜੀ ਇੰਦਰਜੀਤ ਸਿੰਘ ਜੀ, ਸਵਾਗਤ ਜੀ। ਹਾਂ ਥੈਂਕ ਯੂ ਭਾਜੀ, ਬਹੁਤ ਵਧੀਆ ਸ਼ੋਅ ਤੁਹਾਡਾ ਅੱਜ ਮਦਰ ਡੇ ਤੁਸੀਂ ਕਰ ਰਹੇ ਹੋ ਜਿਹੜਾ ਪ੍ਰੋਗਰਾਮ। ਥੈਂਕ ਯੂ ਇੰਦਰਜੀਤ ਸਿੰਘ ਜੀ, ਵਧੀਆ ਲੱਗਿਆ ਜੀ, ਬਹੁਤ ਵਧੀਆ ਲੱਗਿਆ ਜੀ ਸ਼ੋਅ ਤੁਹਾਡਾ। ਹਾਂਜੀ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਅੱਜ ਦੇ ਕਿਸ ਤਰੀਕੇ ਨਾਲ ਤੁਸੀਂ ਸੈਲੀਬ੍ਰੇਟ ਕੀਤਾ ਆਪਾਂ ਮਦਰਸ ਡੇ? ਭਾਜੀ ਅਸੀਂ ਤਾਂ ਇੱਥੇ ਕੀ ਸੈਲੀਬ੍ਰੇਟ ਕਰਨਾ ਸੀ, ਇੱਥੇ ਵਿਦੇਸ਼ਾਂ 'ਚ ਬੈਠੇ ਹਾਂ, ਸਮੁੰਦਰੋਂ ਪਾਰ ਬੈਠੇ ਹਾਂ। ਅਸੀਂ ਤਾਂ ਆਪਣੀ ਮਦਰ ਨੂੰ ਯਾਦ ਹੀ ਕਰ ਸਕਦੇ ਹਾਂ, ਬਟ ਮਤਲਬ ਮਦਰ ਬਾਰੇ ਤਾਂ ਮੈਂ ਮਤਲਬ ਕੋਈ ਲਫ਼ਜ਼ ਹੈ ਹੀ ਨਹੀਂ ਕਿ ਅਸੀਂ ਉਹਨਾਂ ਬਾਰੇ ਕੁਝ ਕਹਿ ਸਕੀਏ। ਉਹਦਾ ਸਪੀਚਲੈਸ ਹਾਂ ਮੈਂ ਤਾਂ ਇਸ ਟੌਪਿਕ ਦੇ ਉੱਤੇ ਤਾਂ ਕਿ ਅਸੀਂ ਆਪਣੀ ਮਦਰ ਦਾ ਥੈਂਕਸ ਵੀ ਨਹੀਂ ਕਰ ਸਕਦੇ ਵੀ ਜੋ ਕੁਛ ਉਹਨੇ ਸਾਡੇ ਵਾਸਤੇ ਕੀਤਾ, ਜੋ ਕੁਛ ਸਾਡੇ ਮਾਂ ਬਾਪ ਨੇ ਸਾਡੇ ਵਾਸਤੇ ਕੀਤਾ ਹੈ ਨਾ, ਉਹਨੂੰ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ ਜੀ। ਪਰ ਜਦੋਂ ਸਾਡੇ ਲਈ ਡੇਲੀ ਮਦਰਸ ਡੇ ਹੈ ਜੀ। ਹਰ ਦਿਨ ਸਾਡੇ ਲਈ ਮਦਰਸ ਡੇ ਹੈ, ਇਹ ਨਹੀਂ ਕਿ ਅੱਜ ਦਾ ਦਿਨ ਮਦਰ ਡੇ ਹੈ, ਡੇਲੀ ਸਾਡੀ ਮਦਰ ਡੇ ਹੈ। ਨਹੀਂ ਬਿਲਕੁਲ ਜੀ ਬਿਲਕੁਲ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਦੇਖੋ ਹੁਣ ਜੇ ਰੋਟੀ ਖਾਣੀ ਆ ਬੇਸ਼ੱਕ ਤੁਸੀਂ ਹੁਣ ਖਾ ਕੇ 2 ਘੰਟੇ ਬਾਅਦ ਕਹਿ ਦਿਓ ਨਾ ਮੈਂ ਫਿਰ ਰੋਟੀ ਖਾਣੀ ਆ, ਉਹ ਤਾਜ਼ੀ ਹੀ ਮਿਲੂਗੀ। ਠੀਕ ਹੈ, ਆਪ ਪਕਾ ਕੇ, ਕਿਉਂਕਿ ਇਹ ਮੇਰਾ ਇੱਕ ਜਾਤੀ ਤਜਰਬਾ ਜੀ। ਘਰ ਦੇ ਵਿੱਚ ਜਦੋਂ ਮੰਮੀ ਨੂੰ ਕਹਦਾ ਬਈ ਓਕੇ ਰੋਟੀ ਖਾਣੀ ਆ ਤਾਂ ਰਾਈਟ ਵੇ। ਠੀਕ ਹੈ ਰਾਈਟ, ਉਹ ਤਾਂ ਹੈ ਜੀ। ਬਸ ਉਹ ਚੀਜ਼ਾਂ ਅਸੀਂ ਮਿਸ ਕਰਦੇ ਹਾਂ, ਇੱਥੇ ਹੁਣ ਬਾਹਰ ਬੈਠੇ ਇਹੀ ਚੀਜ਼ਾਂ ਅਸੀਂ ਮਿਸ ਕਰਦੇ ਹਾਂ। ਉਦੋਂ ਸਾਨੂੰ ਮਾਂ ਯਾਦ ਚਿੱਤੇ ਜਾਂਦੀ ਵੀ ਹਾਂ ਕਿ ਸਾਡੀ ਮਾਂ ਏਦਾਂ ਕਹਿੰਦੀ ਸੀ ਰੋਟੀ ਖਾ ਲਓ। ਫੋਨ ਮਤਲਬ ਮੈਂ ਬੋਲ ਨਹੀਂ ਸਕਦਾ ਭਾਜੀ, ਮੇਰੇ ਕੋਲ ਤਾਂ ਲਫ਼ਜ਼ ਹੀ ਨਹੀਂ ਜੀ। ਮੈਂ ਆਪਣੀ ਮੰਮੀ ਦੇ ਕੋਲ ਸੀਗੇ ਉਦੋਂ ਵੀ ਤੁਸੀਂ ਇਹ ਚੀਜ਼ ਰੀਅਲਾਈਜ਼ ਕੀਤੀ ਜਾਂ ਦੂਰ ਹੋ ਕੇ ਹੀ ਉਹਨਾਂ ਤੋਂ ਰੀਅਲਾਈਜ਼ ਕੀਤਾ ਵੀ ਹਾਂ ਉਹਨਾਂ ਦੀ ਇੰਪੋਰਟੈਂਸ ਜਿਹੜੀ ਹੈ? ਇਹ ਐਕਚੁਅਲੀ ਇੰਪੋਰਟੈਂਸ ਨਾ ਜ਼ਿਆਦਾ ਦੂਰ ਰਹਿ ਕੇ ਹੀ ਪਤਾ ਲੱਗਦੀ ਹੈ, ਦੂਰ ਰਹਿ ਕੇ ਪਤਾ ਲੱਗਦੀ ਹੈ ਆਪਾਂ ਨੂੰ। ਹਾਂਜੀ ਨੇੜੇ ਰਹਿ ਕੇ ਅਗਰ ਆਪਾਂ ਕਹੀਏ ਕਿ ਆਪਾਂ ਨੂੰ ਉਸ ਚੀਜ਼ ਦੀ ਨਹੀਂ, ਆਪਾਂ ਨੂੰ ਨਹੀਂ ਪਤਾ ਲੱਗਦਾ। ਜਦੋਂ ਆਪਾਂ ਕਿਸੇ ਤੋਂ ਦੂਰ ਜਾਂਦੇ ਹਾਂ ਫਿਰ ਆਪਾਂ ਨੂੰ ਉਸ ਚੀਜ਼ ਦਾ ਪਤਾ ਲੱਗਦਾ ਕਿ ਆਪਾਂ ਕੀ ਮਿਸ ਕੀਤਾ। ਹਾਂਜੀ ਘਾਟ ਨੂੰ ਉਹਨੂੰ ਫਿਰ ਮਹਿਸੂਸ ਉਦੋਂ ਕਰਦੇ ਹਾਂ। ਕਈ ਚੀਜ਼ਾਂ ਦੀ ਆਪਾਂ ਨੂੰ ਪਤਾ ਜਦੋਂ ਲੱਗਦਾ, ਜਦੋਂ ਦੂਰ ਹੋ ਜਾਣ ਕੋਈ ਚੀਜ਼ ਫਿਰ ਆਪਾਂ ਲੱਗਦਾ ਉਹ ਇਹ ਤਾਂ ਬਹੁਤ ਇੰਪੋਰਟੈਂਟ ਸੀ ਮੇਰੀ ਲਾਈਫ ਦੇ ਵਿੱਚ, ਬਹੁਤ ਇੰਪੋਰਟੈਂਟ ਸੀ। ਹੁਣ ਇੱਥੇ ਰਹਿੰਦੇ ਹਾਂ, ਇੱਥੇ ਰਹਿ ਕੇ ਪਤਾ ਲੱਗਦਾ ਨਹੀਂ ਯਾਰ ਅਸੀਂ ਮਤਲਬ ਸਾਡੇ ਕੋਲ ਅਸੀਂ ਸ਼ੁਕਰਗੁਜ਼ਾਰ ਹਾਂ ਮਹਾਰਾਜ ਦੇ ਕਿ ਸਾਡੇ ਕੋਲ ਮਾਂ ਬਾਪ ਹੈਗੇ ਨੇ, ਬਟ ਇੱਥੇ ਰਹਿ ਕੇ ਸਾਨੂੰ ਇਹ ਹੁੰਦਾ ਕਿ ਯਾਰ ਵੀ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ, ਅਸੀਂ ਫਿਰ ਵੀ ਖਾਲੀ ਹੱਥ ਬੈਠੇ। ਸੋ ਇੰਦਰਜੀਤ ਸਿੰਘ ਜੀ, ਗੱਲ ਇਹ ਆ ਵੀ ਤੁਸੀਂ ਮਾਂ ਦੇ ਕੰਮਕਾਰ ਨੂੰ ਜ਼ਿਆਦਾ ਮਿਸ ਕਰਦੇ ਕਿ ਮਾਂ ਨੂੰ ਮਿਸ ਕਰਦੇ? ਮਾਂ ਨੂੰ ਮਿਸ ਕਰਦੇ ਆ ਜੀ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ। ਜਿੱਦਾਂ ਅਸੀਸ ਮੂਵੀ ਆਪਾਂ ਸਾਰਿਆਂ ਨੇ ਦੇਖੀ ਆ। ਹਾਂਜੀ ਅਸੀਸ ਮੂਵੀ ਬਹੁਤ ਵਧੀਆ ਮੂਵੀ ਸੀ। ਅਸੀਸ ਹਾਂਜੀ ਬਹੁਤ ਵਧੀਆ ਮੂਵੀ ਹੈ। ਹਾਂਜੀ ਬਹੁਤ ਤਕੜਾ ਲੈਸਨ ਸੀ ਵੀ ਬਾਕੀ ਸਭ ਕੁਝ ਛੱਡ ਕੇ ਵੀ ਮੇਰੇ ਕੋਲ ਮੇਰੀ ਮਾਂ ਹੀ ਚਾਹੀਦੀ ਹੈ। ਜੇ ਮੇਰੀ ਮਾਂ ਆ ਮੈਨੂੰ ਸਭ ਕੁਝ ਮਿਲ ਗਿਆ। ਮਿਲ ਜਾਏ, ਸਹੀ ਗੱਲ। ਬਿਲਕੁਲ ਜੀ ਬਿਲਕੁਲ।
ਥੈਂਕ ਯੂ ਜੀ ਇੰਦਰਜੀਤ ਸਿੰਘ ਜੀ ਕਾਲ ਕਰਨ ਦੇ ਲਈ। ਓਕੇ, ਸਤਿ ਸ਼੍ਰੀ ਅਕਾਲ। ਸੋ ਮਨਜੀਤ, ਗੱਲ ਇਹ ਆ ਵੀ ਮੋਸਟ ਆਫ ਦਾ ਟਾਈਮ ਆਪਾਂ ਕ੍ਰਿਟੀਸਾਈਜ਼ ਕਰਦੇ ਹਾਂ। ਚਲੋ ਹੋ ਵੀ ਗਿਆ, ਜੇ ਆਪਾਂ ਦੇਖਦੇ ਹਾਂ ਜਿਹਨੂੰ ਕਹਿ ਦਈਏ ਵੀ ਬਜ਼ਾਰੀ ਕਰਨ ਨੂੰ ਕਹਿ ਦਈਏ, ਮਾਰਕੀਟਿੰਗ ਦਾ ਢੰਗ ਇੱਕ ਹੋ ਗਿਆ। ਇਹ ਇੱਥੇ ਇਸ ਮਾਰਕੀਟ ਦੇ ਵਿੱਚ ਕੁਛ ਤਿਉਹਾਰ ਇਸ ਤਰੀਕੇ ਨਾਲ ਬਣਾਏ ਆ, ਸੱਚੀ ਬਣਾਇਆ ਵੀ ਮਾਰਕੀਟਿੰਗ ਦੇ ਤੌਰ ਤੇ ਹੀ ਬਣਾਏ ਆ, ਪਰ ਫਿਰ ਵੀ ਆਪਾਂ ਇਸ ਸਮਾਜ ਦੇ ਵਿੱਚ ਰਹਿ ਰਹੇ ਹਾਂ, ਆਪਾਂ ਇਹਨੂੰ ਡਿਨਾਈ ਨਹੀਂ ਕਰ ਸਕਦੇ। ਜੇ ਆਪਾਂ ਡਿਨਾਈ ਕਰਾਂਗੇ ਆਪਾਂ ਨੂੰ ਲੱਗਦਾ ਵੀ ਨਹੀਂ, ਆਪਾਂ ਇਸ ਸਮਾਜ ਦਾ ਹਿੱਸਾ ਨਹੀਂ ਹੈਗੇ। ਸੋ ਇੱਕ ਹੋਰ ਕਾਲ ਲਾ ਲੈਂਦੇ ਹਾਂ ਜੀ। ਹੈਲੋ, ਸਵਾਗਤ ਹੈ ਜੀ PTN 24। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ? ਸਿਮਰਨ ਬੋਲ ਰਿਹਾ ਜੀ? ਹਾਂਜੀ, ਮੈਂ ਸਿਮਰਨ ਕੌਰ ਬੋਲ ਰਹੀ ਹੂੰ। ਠੀਕ ਹੈ ਜੀ, ਠੀਕ ਹੈ। ਤੁਹਾਡਾ ਨਾਮ ਆ ਗਿਆ ਸੀ ਫੋਨ ਤੇ ਐਕਚੁਅਲੀ। ਹਾਂਜੀ, ਬਹੁਤ ਵਧੀਆ ਲੱਗਿਆ ਤੁਸੀਂ ਮਦਰ ਡੇ ਤੇ ਪ੍ਰੋਗਰਾਮ ਕਰ ਰਹੇ ਹੋ, ਬਹੁਤ ਵਧੀਆ ਲੱਗ ਰਿਹਾ ਭਾਜੀ। ਹਾਂਜੀ, ਸੋ ਤੁਸੀਂ ਮਦਰਸ ਡੇ ਕਿਸ ਤਰ੍ਹਾਂ ਮਨਾਇਆ ਜੀ? ਮਦਰ ਡੇ ਬਸ ਮੰਮਾ ਨੂੰ ਬਹੁਤ ਹੀ ਮਿਸ ਕਰ ਰਿਹਾ, ਬਹੁਤ ਯਾਦ ਕਰਦੇ ਆ ਮੰਮਾ ਨੂੰ, ਐਵਰੀਡੇ ਯਾਦ ਕਰਦੇ ਆ, ਬਟ ਮਦਰ ਡੇ ਜਦੋਂ ਸਾਰੇ ਸੈਲੀਬ੍ਰੇਟ ਕਰਦੇ ਨਾ ਤਾਂ ਉਸ ਟਾਈਮ ਸਪੈਸ਼ਲੀ ਮੰਮਾ ਬਹੁਤ ਯਾਦ ਆਉਂਦੇ ਆ। ਬਿਲਕੁਲ ਬਿਲਕੁਲ। ਸਿਮਰਨ, ਇੱਥੇ ਆ ਤੁਹਾਡੇ ਮੰਮਾ ਜਾਂ ਇੰਡੀਆ ਵਿੱਚ? ਨਹੀਂ ਜੀ, ਮੇਰੇ ਮੰਮਾ ਇੰਡੀਆ ਹੈ। ਅੱਛਾ ਜੀ। ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈ ਜੀ? ਜਦੋਂ ਆਪਾਂ ਫੇਸਬੁੱਕ ਤੇ ਫੋਟੋ ਦੇਖਦੇ ਆ, ਪ੍ਰੋਗਰਾਮ ਦੇਖਦੇ ਆ ਕੋਈ, ਉਦੋਂ ਸਪੈਸ਼ਲੀ ਮੰਮਾ ਬਹੁਤ ਮਿਸ ਕਰਦੇ ਆ, ਮੈਂ ਬਹੁਤ ਜ਼ਿਆਦਾ ਯਾਦ ਆਉਂਦੀ। ਉਹਨੀ ਗੱਲ ਚੱਲਦੀ ਸੀ ਨਾ, ਤੁਹਾਡੇ ਕੋਲ ਕਾਲ ਸੀਗੀ ਇੰਦਰਜੀਤ ਸਿੰਘ ਜੀ ਦੀ, ਰੋਟੀ ਦੀ ਗੱਲ ਚੱਲਦੀ ਸੀ ਮੇ ਵੀ। ਮੈਂ ਮੰਮਾ ਉਸ ਗੱਲ ਤੇ ਮੈਨੂੰ ਇੱਕ ਗੱਲ ਯਾਦ ਆਈ। ਮੰਮਾ ਜਦੋਂ ਆਪਾਂ ਇੰਡੀਆ ਸੀਗੇ, ਮੰਮਾ ਨੂੰ ਕਹਿਣਾ, ਮੰਮਾ ਤੁਸੀਂ ਬੈਠੋ ਬਸ, ਅਸੀਂ ਰੋਟੀ ਬਣਾਣੀ, ਤੁਸੀਂ ਬਸ ਰੋਟੀ ਖਾਓ, ਉਹਨੂੰ ਕੋਈ ਕੰਮ ਨੀ ਕਰਨ ਦੇਣਾ। ਬਟ ਜਦੋਂ ਇੱਥੇ ਆ ਨਾ, ਇੱਥੇ ਮਿਸ ਕਰ ਰਹੀ ਹੈ ਮੰਮਾ ਦੀ ਰੋਟੀ। ਓਹੋ, ਆਪਣੇ ਹੱਥ ਦੀ ਰੋਟੀ ਦਾ ਮਜ਼ਾ ਨਹੀਂ ਆਉਂਦਾ ਜੇ ਮੰਮਾ ਦੇ ਹੱਥ ਦੀ ਰੋਟੀ ਮਿਲ ਜੇ। ਹਾਂਜੀ। ਸੋ ਸਿਮਰਨ, ਕਿੰਨੀ ਵਾਰੀ ਤੁਸੀਂ ਇਹ ਕੰਮ ਕੀਤਾ, ਮੰਮਾ ਨੇ ਅਜੇ ਕੰਮ ਮੁਕਾਇਆ ਹੀ ਆ, ਤੁਸੀਂ ਬਾਹਰੋਂ ਆਏ ਆ, ਤੁਸੀਂ ਇੱਕ ਆਰਡਰ ਕਰਤਾ ਵੀ ਆਹ ਚੀਜ਼ ਖਾਣੀ ਆ, ਠੀਕ ਆ, ਤਾਂ ਕਦੇ ਕਿਹਾ ਸੀ ਵੀ ਨਹੀਂ ਨਹੀਂ ਹੁਣ ਨਹੀਂ, ਉਹਨੂੰ ਇੰਨਾ ਜ਼ਰੂਰ ਹੋ ਸਕਦਾ ਵੀ 5 ਮਿੰਟ ਦਿਓ ਮੈਂ ਬਣਾ ਦਿੰਦੀ? ਕਿੱਦਾਂ ਭਾਜੀ? ਜਾਣੀ ਕਿ ਲੈਟਸ ਸੀ ਉਹਨਾਂ ਨੇ ਅਜੇ ਕੰਮ ਮੁਕਾਇਆ, ਤੁਹਾਡੀ ਮੰਮਾ ਨੇ, ਤਾਂ ਤੁਸੀਂ ਬਾਹਰੋਂ ਆਏ ਆ, ਤਾਂ ਤੁਸੀਂ ਡਿਮਾਂਡ ਕਰ ਦਿੱਤੀ ਵੀ ਆਹ ਚੀਜ਼ ਬਣਾ ਕੇ ਦਿਓ ਮੈਨੂੰ। ਲਾਈਕ ਮੰਮਾ ਨੂੰ ਬੋਲ ਦਿੰਦੇ, ਮੰਮਾ ਮੈਨੂੰ ਇਹ ਖਾਣਾ, ਉਹ ਖਾਣਾ ਹੈ। ਮਤਲਬ ਮੰਮਾ ਨੂੰ ਮੈਂ ਤਾਂ ਦੇਖੋ ਜੀ, ਜਿਸ ਟਾਈਮ ਆਪਾਂ ਇੰਡੀਆ ਸੀਗੇ, ਮੰਮਾ ਨੂੰ ਕਦੇ ਕੋਈ ਕੰਮ ਕਰਨ ਨਹੀਂ ਦਿੱਤਾ। ਜਦੋਂ ਟਾਈਮ ਮੰਮਾ ਨਹੀਂ ਤੁਸੀਂ ਬੈਠੋ, ਅਸੀਂ ਰੋਟੀ ਬਣਾਣੀ ਹੈ ਜਿਸ ਟਾਈਮ ਅਸੀਂ ਘਰੇ ਹੋਣਾ ਹੈ। ਹਾਂਜੀ, ਬਟ ਹੁਣ ਇੱਥੇ ਲੱਗਦਾ ਹੈ ਕਿ ਉਹ ਨੋ, ਆਪਾਂ ਆਪਣੇ ਹੱਥ ਦੀ ਰੋਟੀ ਖਾ ਕੇ ਵੀ, ਬਣਾ ਕੇ ਮਜ਼ਾ ਹੀ ਨਹੀਂ ਆਉਂਦਾ। ਏਦਾਂ ਹੁੰਦਾ ਕਿ ਬਸ ਮੰਮੀ ਹੁੰਦੇ ਆ, ਮੰਮਾ ਦੇ ਹੱਥ ਦੀ ਪਰੌਂਠੀ, ਅੱਜ ਵੀ ਮੰਮਾ ਨੂੰ ਕਾਲ ਕਰੀ ਦੀ ਹੈ ਨਾ, ਹਮੇਸ਼ਾ ਯਾਦ ਕਰਦਾ, ਮੰਮਾ ਤੁਹਾਡੇ ਹੱਥ ਦੀ ਰੋਟੀ ਮਿਲ ਜੇ ਨਾ ਬਸ। ਹਾਂਜੀ, ਸਹੀ ਗੱਲ ਹੈ, ਸਹੀ ਗੱਲ। ਹਾਂਜੀ, ਕਿਉਂਕਿ ਜੋ ਮਜ਼ਾ ਮੰਮੀ ਦੇ ਹੱਥ ਦੀ ਰੋਟੀ ਦਾ ਨਾ, ਉਹ ਮਜ਼ਾ ਹੈ ਹੀ ਨਹੀਂ ਦੁਨੀਆ ਦੀ ਕਿਸੇ ਵੀ ਵਰਡ 'ਚ ਆਪਾਂ ਕਿਤੇ ਵੀ ਚਲ ਜਾਈਏ, ਪਰ ਜੋ ਮਾਂ ਦੇ ਹੱਥ ਦਾ ਸਵਾਦ ਆ ਉਹ ਨਹੀਂ ਹੈ। ਨਹੀਂ, ਉਹਦੇ ਵਿੱਚ ਇੱਕ ਆਦਰ ਮਾਣ ਵੀ ਆ ਨਾ, ਇਕੱਲੀ ਰੋਟੀ ਨਹੀਂ, ਮਾਂ ਦਾ ਪਿਆਰ ਵੀ ਆ ਵਿੱਚ, ਬਹੁਤ ਜ਼ਿਆਦਾ ਸੈਕਰੀਫਾਈਸ, ਸਾਰਾ ਕੁਝ ਹੀ ਉਹਦੇ ਵਿੱਚ ਹੈਗਾ। ਹਾਂਜੀ, ਮਾਂ ਤੋਂ ਵੜ ਕੇ ਦੁਨੀਆ ਦੇ ਵਿੱਚ ਕੁਝ ਨਹੀਂ ਹੈ, ਕੁਝ ਵੀ ਨਹੀਂ ਹੈ। ਬਿਲਕੁਲ ਜੀ। ਦੇਖੋ, ਇਹ ਪਤਾ ਆ ਕੇ ਵਿਦੇਸ਼ਾਂ 'ਚ ਹੀ ਲੱਗਦਾ ਜਦੋਂ ਦੂਰ ਹੋ ਜਾਂਦੇ ਆ। ਹਾਂਜੀ, ਕੋਲ ਰਹਿ ਕੇ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਮਾਂ ਦੀ ਅਹਿਮੀਅਤ ਕੀ ਆ। ਹਾਂਜੀ, ਇਹ ਤਾਂ ਹੈ। ਹੁਣ ਦੇਖ ਲਓ, ਜਿੰਨੀਆਂ ਇੰਟਰਨੈਸ਼ਨਲ ਸਟੂਡੈਂਟਸ ਨੇ ਅੱਜ ਵੀ ਪ੍ਰੋਗਰਾਮ ਦੇ ਵਿੱਚ ਕਾਲ ਸਭ ਤੋਂ ਵੱਧ ਉਹਨਾਂ ਨੇ ਕੀਤੀ, ਬਿਕਾਜ਼ ਉਹਨਾਂ ਦੇ ਮਮਸ ਉਹਨਾਂ ਦੇ ਕੋਲ ਨਹੀਂ ਹੈਗੇ। ਹਾਂਜੀ ਹਾਂਜੀ, ਇਹ ਤਾਂ ਹੈ। ਹਾਂਜੀ, ਜਦੋਂ ਹੁੰਦੇ ਬੇਸ਼ੱਕ ਸਟੂਡੈਂਟ ਹੈ, ਕੋਈ ਵੀ ਬੰਦਾ ਅੱਜ ਦੇ ਟਾਈਮ ਜਿੰਨੇ ਵੀ ਬਾਹਰ ਆਏ ਹੋਏ ਆ, ਉਹ ਸਪੈਸ਼ਲੀ ਆਪਣੇ ਪੇਰੈਂਟਸ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ। ਬਿਲਕੁਲ ਬਿਲਕੁਲ। ਆਪਾਂ ਇਹ ਨਹੀਂ ਕਹਿੰਦੇ ਕਿ ਮਾਂ ਦੇ ਨਾਲ, ਆਪਣੇ ਪਿਤਾ ਜੀ ਦਾ ਅਹੁਦਾ ਵੀ ਸਾਡੇ ਨਾਲ ਆ, ਬਰਾਬਰ ਹੈ, ਕਿਉਂਕਿ ਜਿੰਨਾ ਸਾਡੀ ਮਾਂ ਕਰਦੀ ਉਨੇ ਸਾਡੇ ਪਿਤਾ ਜੀ ਵੀ ਸਾਡਾ ਬਹੁਤ ਕਰਦੇ ਆ। ਬਹੁਤ ਵਧੀਆ ਜੀ, ਬਹੁਤ ਵਧੀਆ। ਥੈਂਕ ਯੂ ਜੀ ਕਾਲ ਕਰਨ ਦੇ ਲਈ, ਬਹੁਤ ਬਹੁਤ ਥੈਂਕ ਯੂ ਸੋ ਮਚ। ਥੈਂਕ ਯੂ ਜੀ। ਠੀਕ ਹੈ ਜੀ ਮਨਜੀਤ, ਫਿਰ ਆਪਾਂ ਮੁੜ ਕੇ ਇਸ ਮੁੱਦੇ ਤੇ ਆਉਂਦੇ ਆ। ਹਾਂਜੀ, ਵੀ ਜਦੋਂ ਆਪਾਂ ਇਸ ਸਮਾਜ 'ਚ ਆ ਗਏ, ਜੇ ਆਪਾਂ ਉਹ ਤਿਉਹਾਰ ਨਹੀਂ ਮਨਾਉਂਦੇ, ਹਾਂਜੀ, ਜਿਹੜੇ ਇੱਥੇ ਮਨਾਏ ਜਾ ਰਹੇ ਆ, ਆਪਾਂ ਇਸ ਚੀਜ਼ ਨਾਲ ਅਲੱਗ ਥਲੱਗ ਆਪਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਆ। ਹਾਂਜੀ, ਆਪਾਂ ਪੰਜਾਬ ਦੀ ਐਗਜ਼ਾਮਪਲ ਲੈਂਦੇ ਇੱਕ, ਵੀ ਜਿਹੜੇ ਬਾਹਰੋਂ ਪ੍ਰਵਾਸੀ ਮਜ਼ਦੂਰ ਆਏ ਸੀ ਜਾਂ ਆਏ ਆ ਪੰਜਾਬ ਦੇ ਵਿੱਚ ਕੰਮ ਕਾਰ ਕਰਨ, ਬਿਹਾਰ ਤੋਂ ਆਏ, ਯੂਪੀ ਤੋਂ ਆਏ, ਜਿੱਥੋਂ ਮਰਜ਼ੀ ਆਏ ਆ, ਜਦੋਂ ਉਹ ਸਾਡੇ ਨਾਲ ਆ ਕੇ ਸਾਡੇ ਤਿਉਹਾਰ ਨਹੀਂ ਮਨਾਉਂਦੇ, ਆਪਾਂ ਨੂੰ ਲੱਗਦਾ ਵੀ ਇਹ ਸਾਡੀ ਕਮਿਊਨਿਟੀ ਦਾ ਹਿੱਸਾ ਨਹੀਂ ਹੈਗੇ। ਹਾਂਜੀ ਹਾਂਜੀ, ਉਹ ਕਲਚਰ ਅਡਾਪਟ ਕਰਨਾ ਪੈਂਦਾ, ਕਲਚਰ ਅਡਾਪਟ ਆਪਾਂ ਨੂੰ ਕਰਨਾ ਹੀ ਪੈਣਾ। ਦੂਜੀ ਗੱਲ ਹੈ ਵੀ ਸਾਡੇ ਬੱਚੇ ਇਸ ਕਲਚਰ 'ਚ ਰਹਿਣੇ ਆ, ਅਸੀਂ ਨਹੀਂ ਰਹਿਣਾ ਬਹੁਤਾ ਚਿਰ। ਹਾਂਜੀ ਹਾਂਜੀ, ਅਸੀਂ ਬੱਚਿਆਂ ਕਰਕੇ ਵੀ ਸਾਨੂੰ ਅਪਣਾਉਣਾ ਪੈਣਾ, ਕਿਉਂਕਿ ਬੱਚੇ ਆ ਕੇ ਘਰ ਆ ਕੇ, ਜਦੋਂ ਤੁਹਾਨੂੰ ਕ੍ਰਿਸਮਸ ਟਰੀ ਦੀ ਗੱਲ ਕੀਤੀ ਆ, ਜਦੋਂ ਬੱਚੇ ਇਹ ਕਹਿੰਦੇ ਵੀ ਓਕੇ ਜੀ ਕ੍ਰਿਸਮਸ ਟਰੀ ਲਾਉਣਾ, ਉਦੋਂ ਆਪਾਂ ਕਦੇ ਨਹੀਂ ਇਹ ਕਿਹਾ ਵੀ ਨਹੀਂ ਇਹ ਸਾਡਾ ਤਿਉਹਾਰ ਨਹੀਂ ਹੈਗਾ, ਸਾਡੇ ਤਿਉਹਾਰ ਤਾਂ ਹੋਰ ਆ।
ਪਰ ਆਪਾਂ ਬੱਚਿਆਂ ਦੇ ਲਈ ਕ੍ਰਿਸਮਸ ਟਰੀ ਕੀ ਛੋਟਾ ਕੀ ਵੱਡਾ ਆਪਾਂ ਹਰੇਕ ਸਾਲ ਕ੍ਰਿਸਮਸ ਟਰੀ ਉਹਨਾਂ ਦੇ ਕਹੇ ਤੋਂ ਬਿਨਾਂ ਲਗਾ ਦਿੰਦੇ ਹਾਂਜੀ ਠੀਕ ਹੈ। ਸੋ ਇਦਾਂ ਹੀ ਆਪਾਂ ਨੂੰ ਤਿਉਹਾਰ ਮਨਾਉਣੇ ਹੀ ਪੈਣੇ ਆ, ਬੇਸ਼ੱਕ ਉਹ ਮਾਰਕੀਟਿੰਗ ਹੋ ਗਈ ਉਹਨਾਂ ਦੀ, ਜੋ ਕੁਛ ਮਰਜ਼ੀ ਕਰ ਲਈਏ, ਇਹ ਸਾਡੀ ਮਜਬੂਰੀ ਵੀ ਆ ਐਂਡ ਅਸੀਂ ਇੱਕ ਸਮਾਜ ਦਾ ਹਿੱਸਾ ਵੀ ਬਣਨਾ, ਕਿਉਂਕਿ ਇਸੇ ਸਮਾਜ 'ਚ ਰਹਿਣਾ। ਹੁਣ ਕਿੰਨੇ ਕੁ ਲੋਕ ਹੈਗੇ ਆ ਜਿਹੜੇ ਵਾਪਸ ਜਾਣ ਨੂੰ ਤਿਆਰ ਹੈਗੇ ਆ ਵੀ ਚਲੋ ਆਪਾਂ ਇੰਡੀਆ ਚਲੀਏ? ਕਿਸੇ ਨੂੰ ਜਾਣਦੇ ਮਨਜੀਤ ਤੁਸੀਂ? ਨਹੀਂ ਜੀ। ਐਂਡ ਮੈਂ ਸਭ ਤੋਂ ਬਹੁਤ ਵਧੀਆ ਟੌਪਿਕ ਤੇ ਤੁਸੀਂ ਗੱਲ ਕੀਤੀ। ਐਂਡ ਆਪਣੇ ਕਲਚਰ ਨੂੰ ਹੁਣ ਕਿੰਨਾ ਵਧੀਆ ਲੱਗਦਾ ਕਿ ਆਪਣੇ ਕਲਚਰ ਦੇ ਵਿੱਚ ਆਪਾਂ ਪੇਰੈਂਟਸ ਆਪਣੇ ਬੱਚੇ ਆਪਾਂ ਨੂੰ ਆਪਣੇ ਪੇਰੈਂਟਸ ਦੇ ਨਾਲ ਰਹਿੰਦਿਆਂ ਨੂੰ ਦੇਖ ਰਹੇ ਆ। ਬਿਲਕੁਲ ਬਿਲਕੁਲ। ਮਤਲਬ ਆਪਾਂ ਉਹਨਾਂ ਨੂੰ ਇਹ ਚੀਜ਼ ਸਿਖਾ ਰਹੇ ਆ ਕਿ ਇਦਾਂ ਹੀ ਫੈਮਿਲੀ ਆ। ਬਿਲਕੁਲ ਠੀਕ ਹੈ। ਸੋ ਇੱਥੇ ਜਾ ਕੇ ਆਪਾਂ ਦੇਖਦੇ ਵੀ ਜਿਹੜਾ ਗੋਰਿਆਂ ਦੇ ਵਿੱਚ ਰਿਵਾਜ ਆ, ਰਾਈਟ, ਇੱਥੇ ਦੀ ਕੰਟਰੀ ਦੇ ਵਿੱਚ ਇਹ ਰਿਵਾਜ ਆ ਵੀ ਓਕੇ ਆਪਣਾ ਸੈਪਰੇਟ ਰਹਿ ਲੈਣਾ, ਆਪਣਾ ਇਕੱਲੇ ਹੋ ਲਓ। ਸੋ ਉਹ ਚੀਜ਼ਾਂ ਜਿਹੜੀਆਂ ਆਪਣੇ ਕਲਚਰ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਆ ਇਹ, ਜਿਹੜੀ ਆਪਾਂ ਆਪਣੇ ਪੇਰੈਂਟਸ ਦੇ ਨਾਲ ਇਕੱਠੀ ਫੈਮਿਲੀ ਦੇ ਵਿੱਚ ਦੇਖੋ ਜਦੋਂ ਇਕੱਠੀ ਫੈਮਿਲੀ ਦੇ ਵਿੱਚ ਰਹਿੰਦੇ ਆ, ਇੱਕ ਤਾਂ ਬਹੁਤ ਵੱਡੀ ਗੱਲ ਹੈ ਜਿੱਦਾਂ ਹੁਣ ਆਪਣੇ ਘਰ ਦੇ ਵਿੱਚ ਹੀ ਆ ਆਪਣੀ ਮੰਮੀ ਜਿਹੜੇ ਜਿੰਨਾ ਅਰਸ਼ਵੀਰ ਔਰ ਅਨਮੋਲ ਦੇ ਨਾਲ ਹੈਗੇ ਅਟੈਚ, ਉਹਨੇ ਅਰਸ਼ਵੀਰ ਹੋਣੀ ਸਾਡੇ ਨਾਲ ਵੀ ਅਟੈਚ ਨਹੀਂ ਹੈਗੇ। ਠੀਕ ਹੈ। ਉਹਦਾ ਰੀਜ਼ਨ ਕੀ ਆ? ਕਿਉਂਕਿ ਦੋਨੇ ਪਾਸਿਓਂ ਇੱਕ ਤਰ੍ਹਾਂ ਤਰੀਕੇ ਦੇ ਨਾਲ ਪਿਆਰ ਮਿਲਦਾ, ਰਾਈਟ। ਮੰਮੀ ਆ, ਮੰਮੀ ਨੂੰ ਵੱਡੀ ਅੰਮਾ ਕਰਕੇ ਮੰਮੀ ਨੂੰ ਵੀ ਇਹ ਹੁੰਦਾ ਵੀ ਓਕੇ ਵੀ ਹੁਣ ਮੇਰੇ ਕੋਲ ਵਿਆਜ ਆ ਗਿਆ, ਮੈਂ ਵਿਆਜ ਦੀ ਜ਼ਿਆਦਾ ਕੇਅਰ ਕਰਨੀ। ਹਾਂਜੀ ਮੂਲ ਨਾਲੋਂ ਵਿਆਜ ਪਿਆਰਾ ਆਪਾਂ। ਠੀਕ ਹੈ। ਕਾਲ ਲਾ ਲਈਏ। ਹੈਲੋ PTN 24। ਹੈਲੋ। ਹਾਂਜੀ ਕਾਲ ਕੱਟੀ ਗਈ ਜੀ। ਠੀਕ ਹੈ ਜੀ। ਸੋ ਮੂਲ ਨਾਲੋਂ ਜਿਹੜਾ ਉਹ ਵਿਆਜ ਪਿਆਰਾ ਹੋ ਜਾਂਦਾ। ਸੋ ਇਹ ਜਿਹੜਾ ਪਿਆਰ ਹੈ ਬਣੇ ਰਵੇ ਮਾਵਾਂ ਦਾ, ਗਾਂ ਫਿਰ ਮਾਵਾਂ ਆ ਜਾਂਦੀਆਂ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਇਹ ਪ੍ਰੋਗਰਾਮ ਜਿਹੜਾ ਇਹ ਸਿਲਸਿਲਾ ਜਿਹੜਾ ਇਹ ਚੱਲਦਾ ਹੀ ਰਹਿਣਾ। ਠੀਕ ਹੈ ਜੀ। ਪਰ ਇੱਥੇ ਮੈਂ ਇੱਕ ਹੋਰ ਗੱਲ ਸ਼ੇਅਰ ਕਰੂੰਗੀ ਕਿ ਜਿੱਦਾਂ ਜਿਹੜਾ ਬੱਚਿਆਂ ਨੂੰ ਤੁਸੀਂ ਹੁਣੇ ਹੀ ਗੱਲ ਕਰਕੇ ਹਟੇ ਆ ਵੀ ਬੱਚਿਆਂ ਨੂੰ ਬਹੁਤ ਪਿਆਰ ਦੀ ਲੋੜ ਆ। ਕਈ ਵਾਰ ਉਹ ਪਿਆਰ ਮਾਂ-ਬਾਪ ਤੋਂ ਮਿਲਦਾ, ਪਰ ਕਈ ਵਾਰ ਉਹ ਪਿਆਰ ਦਾਦੀ ਤੋਂ, ਉਹਨਾਂ ਨੂੰ ਆਪਣੇ ਬਾਬੇ ਤੋਂ ਉਹ ਪਿਆਰ ਉਹਨਾਂ ਨੂੰ ਮਿਲਦਾ, ਹਨਾ। ਐਂਡ ਉਸ ਪਿਆਰ ਦੀ ਉਹਨਾਂ ਨੂੰ ਕਾਫੀ ਜ਼ਿਆਦਾ ਲੋੜ ਹੈਗੀ ਆ। ਤੁਸੀਂ ਆਪਣੀਆਂ ਪ੍ਰੋਬਲਮਸ ਮਤਲਬ ਕਿ ਆਪਣੇ ਜਿਹੜੇ ਗ੍ਰੈਂਡ ਪੇਰੈਂਟਸ ਆ ਬੱਚਿਆਂ ਦੇ ਨਾਲ ਨਾ ਸ਼ੇਅਰ ਕਰੋ ਜੇ ਤੁਹਾਡੀ ਕੋਈ ਆਪਸ 'ਚ ਗੱਲਬਾਤ ਹੈਗੀ ਵੀ ਆ, ਤਾਂ ਕਿ ਬੱਚਿਆਂ ਦਾ ਜਿਹੜਾ ਰਿਸ਼ਤਾ ਦਾਦੀ ਬਾਬੇ ਦੇ ਨਾਲ ਆ ਨਾ ਉਹ ਪੂਰਾ ਪਿਓਰ ਐਂਡ ਕੈਮ ਰਵੇ। ਤੇ ਤੁਸੀਂ ਇਹ ਨਹੀਂ ਕਿ ਉਸ ਆਪਣੀ ਪ੍ਰੋਬਲਮ ਨੂੰ ਉੱਧਰ ਲੈ ਕੇ ਜਾਓ ਤਾਂ ਕਿ ਤੁਹਾਡੇ ਬੱਚਿਆਂ ਨੂੰ ਜਿਹੜਾ ਆ ਉਸ ਪਿਆਰ ਤੋਂ ਵੀ ਵਾਂਝੇ ਰਹਿਣ। ਦੇਖੋ ਘਰਾਂ ਦੇ ਵਿੱਚ ਲੜਾਈਆਂ ਨਹੀਂ ਮੁੱਕ ਸਕਦੀਆਂ, ਇਹ ਤੁਸੀਂ ਬੇਸ਼ੱਕ ਮੇਰੇ ਤੋਂ ਲਿਖ ਕੇ ਲੈ ਲਓ। ਹਰੇਕ ਘਰ ਦੇ ਵਿੱਚ ਲੜਾਈ ਹੁੰਦੀ ਹੈ, ਬੇਸ਼ੱਕ ਅਸੀਂ ਬੈਠੇ ਹਾਂ, ਪਰ ਤੁਹਾਨੂੰ ਸੋਲਵ ਕਰਨੀਆਂ ਆਉਣੀਆਂ ਚਾਹੀਦੀਆਂ। ਜੇ ਲੜਾਈ ਹੁੰਦੀ ਆ ਤੁਸੀਂ ਆਪਣੇ ਰੂਮ ਦੇ ਵਿੱਚ ਹੀ ਸੋਲਵ ਕਰ ਲਓ, ਬਾਹਰ ਨਹੀਂ ਜਾਣੀ ਚਾਹੀਦੀ। ਕਈ ਵਾਰੀ ਆਪਾਂ ਬੱਚਿਆਂ ਦੇ ਸਾਹਮਣੇ ਲੜ ਪੈਂਦੇ ਆ, ਐਜ਼ ਸੂਨ ਐਜ਼ ਪੋਸੀਬਲ ਉਸ ਚੀਜ਼ ਨੂੰ ਹੱਲ ਕਰ ਲਓ। ਸੋ ਬੱਚੇ ਵੀ ਸਮਝ ਸਕਣ ਵੀ ਇਹ ਹੱਲ ਕਰਨ ਵਾਲੀ ਚੀਜ਼ ਹੈਗੀ ਆ। ਜੇ ਆਪਾਂ ਹਸਬੈਂਡ ਵਾਈਫ ਹੀ ਲੜੀ ਜਾਂਦੇ ਆ, ਗਾਹ ਕੱਲ ਨੂੰ ਬੱਚੇ ਕਹਿੰਦੇ ਵੀ ਅਸੀਂ ਨਹੀਂ ਵਿਆਹ ਕਰਾਉਣਾ, ਜੇ ਆਹੀ ਇਹਨੂੰ ਵੀ ਵਿਆਹ ਕਹਿੰਦੇ ਆ ਤਾਂ ਅਸੀਂ ਵਿਆਹ ਕੱਲ ਹੀ ਕਰਾਉਣਾ। ਠੀਕ ਹੈ। ਕਈ ਵਾਰੀ ਆਪਾਂ ਸਮਾਜ ਦੇ ਵਿੱਚ ਇੱਕ ਚੀਜ਼ ਦੇਖਦੇ ਆ, ਇਦਾਂ ਦੇ ਕੇਸ ਬਹੁਤ ਸਾਹਮਣੇ ਆਉਂਦੇ ਆਪਣੇ ਜਿਹਦੇ ਵਿੱਚ ਬੱਚੇ ਕਹਿੰਦੇ ਆ ਵੀ ਨਹੀਂ ਵਿਆਹ ਦੇ ਵਿੱਚ ਕੋਈ ਹੈ ਹੀ ਨਹੀਂ, ਮੇਰਾ ਇੰਟਰਸਟ ਨਹੀਂ ਵਿਆਹ 'ਚ, ਮੇਰਾ ਇੰਟਰਸਟ ਨਹੀਂ। ਕਿ ਜੇ ਆਹੀ ਕੰਮ ਹੈ, ਜੇ ਵਿਆਹ ਇਹਨੂੰ ਕਹਿੰਦੇ ਆ, ਕੁੱਕੜਾਂ ਨੂੰ ਲੜਨਾ ਹੀ ਕਹਿੰਦੇ ਆ, ਰੋਜ਼ ਲੜ ਪੈਣਾ, ਤਾਂ ਫਿਰ ਮੈਂ ਵਿਆਹ ਕੱਲ ਹੀ ਕਰਾਉਣਾ। ਕਿਉਂਕਿ ਇੱਕ ਬੰਧਨ ਹੋ ਗਿਆ। ਵਿਆਹ ਜਿਹੜਾ ਇੱਕ ਕੰਟਰੈਕਟ ਹੈ, ਕਈ ਵਾਰੀ ਆਪਾਂ ਨੂੰ ਲੱਗਦਾ ਨਾ ਵਿਆਹ ਕੰਟਰੈਕਟ ਨਹੀਂ ਹੈਗਾ, ਵਿਆਹ ਇੱਕ ਕੰਟਰੈਕਟ ਹੈ ਜੀ। ਜਦੋਂ ਆਪਾਂ ਵਿਆਹ ਕਰਾਉਨੇ ਆ ਉੱਥੇ ਇੱਕ ਮੋਹਰੇ ਖਰੜਾ ਪੇਸ਼ ਕੀਤਾ ਜਾਂਦਾ, ਆਪਾਂ ਸਿਟੀ ਜਾ ਕੇ ਵੀ ਆਪਾਂ ਨੂੰ ਸਰਟੀਫਿਕੇਟ ਆਉਂਦਾ ਵੀ ਤੁਹਾਡਾ ਵਿਆਹ ਹੋ ਗਿਆ। ਇੱਕ ਕੰਟਰੈਕਟ ਦੇ ਵਿੱਚ ਆ, ਤਾਂ ਹੀ ਉਹ ਕੰਟਰੈਕਟ ਨੂੰ ਤੋੜਨਾ ਕਿਤੇ ਉੱਦਾਂ ਹੀ ਥੋੜਾ ਸੌਖਾ ਆ। ਫਿਰ ਉਹਦੇ ਅਦਾਲਤ ਦਾ ਜਿਹੜਾ ਆ ਉਹ ਆਪਾਂ ਨੂੰ ਦਰਵਾਜ਼ਾ ਖਟਾਉਣਾ ਪੈਂਦਾ ਵੀ ਓਕੇ ਜੀ ਹੁਣ ਮੈਨੂੰ ਜਿਹੜਾ ਇਹ ਤੋਂ ਤਲਾਕ ਚਾਹੀਦਾ। ਪਰ ਇਹ ਕੰਟਰੈਕਟ ਤੇ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ, ਮਤਲਬ ਕਈ ਵਾਰੀ ਜੇ ਤੁਸੀਂ ਕਹਿੰਦੇ ਕਿ ਇਦਾਂ ਆ ਮਤਲਬ ਵਿਦਆਊਟ ਐਕਸਪਾਇਰੀ ਡੇਟ। ਨਹੀਂ ਇਸ ਗੱਲ ਦੀ ਮੈਨੂੰ ਹੁਣ ਇੱਕ ਬੰਦਾ ਸੀਗਾ ਉਹ ਬੈਠਾ ਦੇਖੀ ਜਾਂਦਾ ਆ ਆਪਣੇ ਮੈਰਿਜ ਸਰਟੀਫਿਕੇਟ ਤਾਂ ਉਹਦੀ ਘਰ ਵਾਲੀ ਉਹਨੂੰ ਪੁੱਛਦੀ ਵੀ ਕੀ ਦੇਖੀ ਜਾਂਦੇ, ਅੱਧਾ ਘੰਟਾ ਹੋ ਗਿਆ ਤੁਹਾਨੂੰ ਮੈਂ ਦੇਖਦੀ ਨਹੀਂ ਵੀ ਤੁਸੀਂ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਦੇਖੀ ਜਾਂਦੇ ਆ। ਤਾਂ ਉਹ ਕਹਿੰਦਾ ਮੈਂ ਇਹ ਦੇਖਦਾ ਵੀ ਇਸ ਜਿਹੜਾ ਮੈਰਿਜ ਸਰਟੀਫਿਕੇਟ ਦੀ ਐਕਸਪਾਇਰੀ ਡੇਟ ਕਦੋਂ ਹੈਗੀ ਆ। ਠੀਕ ਹੈ ਜੀ। ਸੋ ਇਹਦੀ ਐਕਸਪਾਇਰੀ ਡੇਟ ਨਹੀਂ। ਸੋ ਇਹ ਜਿਹੜੀ ਮੈਰਿਜ ਵੀ ਹੈ ਮਨਜੀਤ, ਜਿਹੜਾ ਵਿਆਹ ਵੀ ਆ ਜਾਂ ਜਿਹੜੀ ਪਰਿਵਾਰਕ ਸੰਸਥਾ ਆ ਨਾ ਜਿਹਨੂੰ ਕਦੇ ਆਰਗੇਨਾਈਜੇਸ਼ਨ, ਇਹ ਇੱਕ ਬਹੁਤ ਵੱਡਾ ਕੰਮ ਆ। ਇਹਦੇ ਵਿੱਚ ਵੀ ਲੀਡਰਸ਼ਿਪ ਚਾਹੀਦੀ ਆ। ਜਦੋਂ ਆਪਾਂ ਗੱਲਾਂ ਕਰਦੇ ਸੀ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਕਿਸ ਤਰੀਕੇ ਦੇ ਨਾਲ ਆਪਾਂ ਹੱਲ ਕਰ ਸਕਦੇ ਹਾਂ। ਠੀਕ ਹੈ। ਕਈ ਵਾਰੀ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਹੱਲ ਕਿੱਦਾਂ ਕਰਨਾ ਇਹਦਾ। ਲੜਨਾ ਸੌਖਾ ਆ, ਲੜਾਈ ਦਾ ਆਪਾਂ ਕਈ ਵਾਰੀ ਕਹਿੰਦੇ ਨਾ ਲੈ ਵੀ ਬੰਦੇ 'ਚ ਗੁੱਸਾ ਬਹੁਤ ਆ, ਗੁੱਸਾ ਕਰਨਾ ਤਾਂ ਜਿੰਨ ਮਰਜ਼ੀ ਕਰਾ ਦਿਓ, ਠੰਡਾ ਰਹਿਣਾ ਹੀ ਔਖਾ ਹੈ ਨਾ। ਉਹੀ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਰਿਐਕਟ ਕਰਦੇ ਆ ਕਿ ਰਿਸਪੌਂਡ ਕਰਦੇ ਆ ਨਾ। ਰਿਐਕਟ ਤਾਂ ਦੇਖੋ ਰਿਐਕਟ ਜਿਹੜਾ ਹੁੰਦਾ ਆ ਉਹ ਕਰਦਾ ਜਾਨਵਰ,
ਕਿਸੇ ਵੀ ਚੀਜ਼ ਨੂੰ ਆਪਾਂ ਕਿਸੇ ਵੀ ਜਾਨਵਰ ਨੂੰ ਇਦਾਂ ਮਾੜਾ ਜਿਹਾ ਪੋਕ ਕਰ ਦਈਏ, ਉਹ ਰਾਈਟ ਵੇ ਤੁਹਾਡੇ ਤੇ ਆ ਕੇ ਝਪਦਾ, ਠੀਕ ਆ, ਉਹਦਾ ਕੋਈ ਨਤੀਜਾ ਵਧੀਆ ਨਹੀਂ ਹੁੰਦਾ, ਠੀਕ ਆ। ਪਰ ਜੇ ਆਪਾਂ ਉਹਨੂੰ ਸੋਚ ਸਮਝ ਕੇ ਆਪਾਂ ਰਿਐਕਟ ਸਾਰੇ ਕਰਦੇ, ਇਹ ਨਹੀਂ ਹੈਗਾ ਵੀ ਅਸੀਂ ਨਹੀਂ ਕਰਦੇ ਤੁਸੀਂ ਨਹੀਂ ਕਰਦੇ, ਪਰ majority of time ਉਹਨੂੰ ਰਿਸਪੌਂਡ ਕਰੋ, ਟੇਕ ਟਾਈਮ, ਥਿੰਕ, then you can answer them। ਹਾਂਜੀ, ਸਹੀ ਗੱਲ। ਮੋਸਟ ਆਫ ਦਾ ਟਾਈਮ ਆਪਣੇ ਜਿਹੜੇ ਰਿਸ਼ਤੇ ਆ ਉਹ ਖਰਾਬ ਉਦੋਂ ਹੁੰਦੇ ਆ ਜਦੋਂ ਆਪਾਂ ਰਿਐਕਟ ਕਰਦੇ ਆ, ਰਾਈਟ ਵੇ ਆਪਾਂ ਆਨਸਰ ਕਰਨਾ ਸ਼ੁਰੂ ਕਰ ਦਿੰਦੇ ਆ, ਠੀਕ ਹੈ ਜੀ। ਦੂਜੀ ਗੱਲ ਇਹ ਆ ਮਨਜੀਤ, ਹਾਂਜੀ, ਵੀ ਜਦੋਂ ਆਪਾਂ ਨੂੰ ਪਤਾ ਇਸ ਘਰ ਦੇ ਵਿੱਚ ਆਪਾਂ ਇਕੱਠਿਆਂ ਰਹਿਣਾ, ਆਪਣਾ ਵਿਆਹ, ਆਪਾਂ ਇਸ ਘਰ ਨੂੰ ਵੱਡਾ ਕਰਨਾ, ਵੱਡਾ ਕਾਰਾਂ ਲੈਣੀਆਂ, ਵੱਡੇ ਘਰ ਲੈਣੇ ਆ, ਸ਼ੋ ਆਫ ਕਰਨਾ ਆ, ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਆ ਤਾਂ ਫਿਰ ਉਹ ਸੋਲਵ ਕਿਉਂ ਨਹੀਂ ਹੁੰਦਾ? ਹਾਂਜੀ, ਮੇਰੇ ਦਿਮਾਗ ਦੇ ਵਿੱਚ ਵੀ ਇੱਕ ਬਹੁਤ ਵਧੀਆ ਗੱਲ ਆਈ, ਜਿੱਦਾਂ ਆਪਣੇ ਕੋਲ ਕੋਈ ਵੀ ਵਧੀਆ ਚੀਜ਼ ਆ ਨਾ, ਲੈਟਸ ਸੇ ਆਹ ਵਾਚ ਹੀ ਆ ਜਾਂ ਕੋਈ ਵੀ ਚੀਜ਼ ਆਪਾਂ ਨੂੰ ਲੱਗਦਾ ਇਹ ਮੇਰੀ ਫੇਵਰਟ ਚੀਜ਼ ਆ ਜਾਂ ਮੇਰੀ ਐਕਸਪੈਂਸਿਵ ਚੀਜ਼ ਆ, ਕਿ ਕਈ ਵਾਰ ਇਹ ਵੀ ਚੀਜ਼ ਟੁੱਟ ਜਾਂਦੀ ਆ। ਹਾਂਜੀ, ਐਂਡ ਜਿਹੜੀ ਆਪਣੀ ਫੇਵਰਟ ਚੀਜ਼, ਐਕਸਪੈਂਸਿਵ ਚੀਜ਼ ਆ, ਕਿ ਆਪਾਂ ਜਦੇ ਟੁੱਟਦੀ ਉਦੋਂ ਹੀ ਇਹਨੂੰ ਸੈੱਟ ਦਿੰਦੇ ਆ, ਆਪਾਂ ਇਹਨੂੰ ਜੋੜਨ ਦੀ ਕੋਸ਼ਿਸ਼ ਕਰਦੇ, ਇਹਦੀ ਰਿਪੇਅਰ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਜੋੜਨ ਦੀ ਕੋਸ਼ਿਸ਼ ਕਰਦੇ ਆ। ਪਰ ਰਿਸ਼ਤੇ ਦੇ ਵਿੱਚ ਜਦੋਂ ਆਪਾਂ ਨੂੰ ਲੱਗਦਾ ਵੀ ਰਿਸ਼ਤਾ ਟੁੱਟਣ ਲੱਗਾ ਤੇ ਆਪਾਂ ਰਿਸ਼ਤੇ ਇੰਨੇ ਟਾਈਮ ਲੱਗਾ ਉਹਨੂੰ, 10 ਸਾਲ 15 ਸਾਲ 20 ਸਾਲ ਬਾਅਦ ਰਿਸ਼ਤਾ, ਕਿਉਂ ਨਹੀਂ ਆਪਾਂ ਉਹਨੂੰ ਰਿਪੇਅਰ ਕਰ ਸਕਦੇ? ਬਹੁਤ ਵਧੀਆ ਗੱਲ ਕੀਤੀ ਜੀ, ਬਹੁਤ ਵਧੀਆ, ਸਹੀ ਗੱਲ ਹੈ। ਰਿਪੇਅਰ ਵੱਲ ਨੂੰ ਘੱਟ ਹੀ ਸੋਚਦੇ ਆਪਾਂ ਕਹਿੰਦੇ ਵੀ ਚਲੋ ਇਹਨੂੰ ਸਿੱਟੋ ਤਾਂ ਨਵਾਂ ਜਿਹੜਾ ਕੋਈ ਨਵਾਂ ਰਿਸ਼ਤਾ ਜੋੜਦੇ ਆਪਾਂ, ਠੀਕ ਹੈ ਜੀ। ਇੱਕ ਉਹ ਬਹੁਤ ਵਧੀਆ ਕਾਰਟੂਨ ਆਇਆ ਸੀ, ਤਾਂ ਉਹ ਮੀਆਂ ਬੀਬੀ ਜਿਹੜੇ ਸੀਗੇ ਉਤਰੇ ਜਾਂਦੇ ਆ ਤਾਂ ਉਹਨਾਂ ਨੂੰ ਪੁੱਛਦੇ ਵੀ ਇੰਨੇ ਸਾਲ ਹੋ ਗਿਆ ਤੁਹਾਨੂੰ ਇਕੱਠੇ ਰਹਿੰਦਿਆਂ ਨੂੰ, ਬੁਢਾਪੇ ਦੇ ਵਿੱਚ ਵੀ, ਹਾਂਜੀ, ਵੀ ਕਿੱਦਾਂ ਪੋਸੀਬਲ ਹੈ? ਉਹ ਕਹਿੰਦਾ ਤੁਹਾਡੇ ਜ਼ਮਾਨੇ ਦੇ ਵਿੱਚ ਇਹ ਆ ਵੀ ਜੇ ਕੋਈ ਚੀਜ਼ ਮਾੜੀ ਮੋਟੀ ਖਰਾਬ ਨੁਕਸ ਪੈ ਗਿਆ ਤੁਸੀਂ ਸਿੱਟ ਦਿੰਦੇ ਆ, ਸਾਡੇ ਜ਼ਮਾਨੇ ਦੇ ਵਿੱਚ ਇਹ ਹੁੰਦਾ ਜੇ ਕੋਈ ਮਾੜਾ ਮੋਟਾ ਨੁਕਸ ਪੈ ਗਿਆ ਅਸੀਂ ਰਿਪੇਅਰ ਕਰ ਲੈਂਦੇ ਉਸ ਚੀਜ਼ ਨੂੰ, ਮੇਨਟੇਨ ਕਰਦੇ ਸਟਿਲ ਉਹਨੂੰ। ਸੋ ਜ਼ਿੰਦਗੀ ਦੇ ਵਿੱਚ ਰਿਪੇਅਰ ਕਰਨੀ ਸਿੱਖੋ, ਕਿਉਂਕਿ ਰਿਸ਼ਤੇ ਜਿਹੜੇ ਆ ਜੋੜਨੇ ਬੜੇ ਮੁਸ਼ਕਿਲ ਆ, ਤੋੜਨੇ ਬਹੁਤ ਹੀ ਸੌਖੇ ਆ, ਜਦੋਂ ਮਰਜ਼ੀ ਤੋੜ ਦਿਓ। ਫੋਰਗੇਟ ਫੋਰਗਿਵ ਜਿਹੜਾ ਆਪਾਂ ਕਹਿੰਦੇ ਆ, ਫੋਰਗੇਟ ਟੂ ਫੋਰਗਿਵ ਜਿਹੜਾ ਜੀ, ਉਹ ਕਰਨਾ ਬਹੁਤ ਜ਼ਰੂਰੀ ਆ। ਜੇ ਹਸਬੈਂਡ ਵਾਈਫ ਦਾ ਰਿਸ਼ਤਾ ਜਿਹੜਾ ਆ ਉਹ ਤਰੱਕੀ ਦਾ ਰਿਸ਼ਤਾ ਹੈ ਜੀ, ਇਹ ਵੈਸੇ ਹੀ ਨਹੀਂ, ਆਪਣੇ ਭਰਾਵਾਂ ਦਾ ਰਿਸ਼ਤਾ ਵੀ ਹੈਗਾ ਆ, ਭੈਣਾਂ ਭਰਾਵਾਂ ਦਾ ਹੋਰ ਰਿਸ਼ਤੇ ਵੀ ਹੈਗੇ ਆ, ਪਰ ਜਿਹੜਾ ਹਸਬੈਂਡ ਵਾਈਫ ਦਾ ਰਿਸ਼ਤਾ ਇੱਕ ਤਾਂ ਹੈਗਾ ਵੀ ਸੰਸਾਰ ਉਤਪਤੀ, ਦੂਜੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਘਰ ਦੀ ਤਰੱਕੀ। ਹਾਂਜੀ, ਕਿਉਂਕਿ ਦੋਵਾਂ ਜੀਵਾਂ ਨੂੰ ਜਿਹੜੇ ਆ ਉਹ ਇੱਕ ਬੰਧਨ ਦੇ ਵਿੱਚ, ਕੰਟਰੈਕਟ ਦੇ ਵਿੱਚ ਹੈਗੇ ਆ ਵੀ ਆਪਾਂ ਇੱਕ ਮੈਰਿਜ ਕਰਨੀ ਆ। ਸੋ ਅੱਜ ਤੋਂ ਆਪਣੀ ਜਿਹੜੀ ਤਨਖਾਹ ਆ, ਜੋ ਪੈਸੇ ਬਣਾ ਰਹੇ ਆ, ਇੱਕ ਜਗ੍ਹਾ ਤੇ ਆਉਣੇ ਆ, ਜਦੋਂ ਵੀ ਆਪਣਾ ਕੋਈ ਦੁੱਖ ਸੁੱਖ ਹੋਇਆ ਆਪਾਂ ਇਕੱਠਿਆਂ ਨੇ ਕਰਨਾ, ਠੀਕ ਹੈ ਜੀ। ਜੇ ਕੱਲ ਨੂੰ ਘਰ ਲੈਣਾ ਦੋਵਾਂ ਦੇ ਹੀ ਦਸਤਖਤ ਹੋਣੇ, ਆਪਾਂ ਕਿਸੇ ਤੀਜੇ ਬੰਦੇ ਤੇ ਜਾ ਕੇ ਦਸਤਖਤ ਨਹੀਂ ਕਰਾਉਂਦੇ, ਸਹੀ ਗੱਲ, ਠੀਕ ਹੈ ਜੀ। ਸੋ ਆਪਾਂ ਨੂੰ ਇਹ ਚੀਜ਼ ਰੱਖਣੀ, ਆਪਣੇ ਮਨ ਦੇ ਵਿੱਚ ਇਹ ਆਪਣੇ ਸੋਚ ਰੱਖਣੀ ਚਾਹੀਦੀ ਆ ਵੀ ਇਹ ਬਹੁਤ ਇੰਪੋਰਟੈਂਟ ਰਿਸ਼ਤਾ ਆ। ਜਿਸ ਸਮਾਜ ਦੇ ਵਿੱਚ ਮੈਰਿਜ ਜਿਹੜੀਆਂ ਆ ਉਹ ਜ਼ਿਆਦਾ ਟੁੱਟਣ ਲੱਗ ਪੈਣ, ਉਹ ਸਮਾਜ ਜ਼ਿਆਦਾ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਉੱਥੇ ਕੁਛ ਜਿਹੜੀ ਜਿੱਦਾਂ ਕਿਸੇ ਬੰਦੇ ਨੇ ਵੀ ਤਰੱਕੀ ਕਰਨੀ ਆ, ਉਹਦੀ ਮੈਰਿਜ ਲਾਈਫ ਬੜੀ ਸਟੇਬਲ ਹੈ। ਜਦੋਂ ਮਰਜ਼ੀ ਦੇਖ ਲਓ, ਹਰੇਕ ਸਕਸੈਸਫੁਲ ਬੰਦੇ ਦੀ ਜਿਹੜੀ ਮੈਰਿਜ ਲਾਈਫ ਆ ਉਹ ਜ਼ਿਆਦਾ ਸਕਸੈਸਫੁਲ ਹੈ, ਥੋੜੇ ਲੋਕਾਂ ਨੂੰ ਛੱਡ ਕੇ, ਰਾਈਟ। ਉਹਨਾਂ ਨੂੰ ਪਤਾ ਜੇ ਘਰ ਦੇ ਵਿੱਚ ਸਟੇਬਿਲਿਟੀ ਹੈਗੀ ਆ, ਘਰ ਦੇ ਵਿੱਚ ਸ਼ਾਂਤੀ ਹੈਗੀ ਆ, ਅਸੀਂ ਬਾਹਰ ਜਿਹੜੇ ਆ ਪੀਸ ਆਫ ਮਾਈਂਡ ਦੇ ਨਾਲ ਕੰਮ ਕਰ ਸਕਦੇ ਹਾਂ। ਹਾਂਜੀ, ਠੀਕ ਹੈ ਜੀ, ਕਿਉਂਕਿ ਪਹਿਲਾਂ ਪ੍ਰਾਈਵੇਟ ਵਿਕਟਰੀ ਆ ਐਂਡ ਦੈਨ ਉਦੋਂ ਬਾਅਦ ਤੁਸੀਂ ਪਬਲਿਕ ਵਿਕਟਰੀ ਜਿਹੜੀ ਆ ਉਹ ਲੈ ਸਕਦੇ ਆ। ਫਿਰ ਉਹ ਪਬਲਿਕ ਵਿਕਟਰੀ ਜਿਹੜੀ ਆ ਤੁਹਾਨੂੰ, ਕਿਉਂਕਿ ਮੋਸਟ ਆਫ ਦਾ ਟਾਈਮ ਆਪਾਂ ਕੀ ਕਰਦੇ ਹਾਂ, ਲੋਕਾਂ ਨੂੰ ਦੇਖਦੇ ਹਾਂ ਬਾਹਰ ਬੜੀਆਂ ਗੱਲਾਂ ਬਾਤਾਂ ਕਰਦੇ ਆ, ਘਰ ਆ ਕੇ ਫਿਰ ਉਹੀ ਲੜਾਈ, ਤੇ ਘਰ ਆ ਕੇ ਆਪਾਂ ਨੂੰ ਇੱਕ ਚੇਤਾ ਹੋਣਾ ਮਨਜੀਤ, ਆਪਾਂ ਗਏ ਸੀ ਇੱਕ ਯੂਥ ਅਕਾਲੀ ਦਲ ਦਾ ਇੱਕ ਲੀਡਰ ਆਇਆ ਸੀ, ਬਹੁਤ ਪੁਰਾਣੀ ਗੱਲ ਹੈ, ਅੱਜ ਤੋਂ ਮੈਨੂੰ ਲੱਗਦਾ 13-14 ਸਾਲ ਪਹਿਲਾਂ ਦੀ ਗੱਲ ਹੋਣੀ। ਹਾਂਜੀ, ਮੈਨੂੰ ਸਟਿਲ ਯਾਦ ਆ। ਹਾਂਜੀ, ਤਾਂ ਬੜੀ ਜ਼ਬਰਦਸਤ ਪਰਸਨੈਲਿਟੀ ਸੀ, ਯੰਗ ਮੁੰਡਾ ਸੀ ਉਹ। ਹਾਂਜੀ, ਤਾਂ ਉਹਨੇ ਇੱਕ ਗੱਲ ਕੀਤੀ ਵੀ ਜਿਹੜੇ ਘਰਾਂ ਦੇ ਵਿੱਚ ਤਰੱਕੀਆਂ ਹੁੰਦੀਆਂ ਉਹਨਾਂ ਦਾ ਇੱਕ ਰੀਜ਼ਨ ਆ, ਉਹਨਾਂ ਦੇ ਘਰ ਜਿਹੜੀਆਂ ਚਾਹ ਦਾ ਪਤੀਲਾ ਧਰਿਆ ਰਹਿੰਦਾ, ਉਹ ਕਦੇ ਇਹ ਨਹੀਂ ਹੈਗਾ ਵੀ ਉਸ ਘਰ ਦਾ ਚੁੱਲ੍ਹਾ ਜਿਹੜਾ ਆ ਉਹ ਬੁਝਿਆ ਰਹੂਗਾ। ਹਾਂਜੀ, ਉਹਨੇ ਬਹੁਤ ਵਧੀਆ ਗੱਲ ਕੀਤੀ ਸੀ ਕਿ ਜਿਸ ਘਰ ਦੇ ਵਿੱਚ ਤਰੱਕੀ ਹੋਣੀ ਆ, ਔਰਤ ਦੇ ਮੱਥੇ ਦੇ ਉੱਤੇ ਜੇ ਤੀੜੀ ਆ ਨਾ, ਤੇ ਉਹ ਘਰ ਕਦੇ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਜਿਹੜਾ ਜਦੋਂ ਆਪਣੇ ਘਰ ਕੋਈ ਆਉਂਦਾ, ਜੇ ਲੇਡੀ ਆ ਜਿਹੜੀ, ਔਰਤ ਦੇ ਫੇਸ ਦੇ ਉੱਤੇ ਤੀੜੀ, ਮਤਲਬ ਵੈਲਕਮ ਨਹੀਂ ਕੀਤਾ ਉਹਨੇ, ਰਾਈਟ, ਜੇ ਘਰ ਦੇ ਵਿੱਚ ਕੋਈ ਆਇਆ, ਤੇ ਇਹਦੇ ਨਾਲ ਆਪਾਂ ਜਿਹੜਾ ਹਸਬੈਂਡ ਆ ਜਾਂ ਬੰਦਾ ਆ, ਉਹ ਕਿਸੇ ਨੂੰ ਇਨਵਾਈਟ ਕਰਨ ਤੋਂ ਪਹਿਲਾਂ ਜੇ ਉਹਨੂੰ ਸੋਚਣਾ ਪਵੇ ਕਿ ਮੇਰੀ ਵਾਈਫ ਨੇ ਪਤਾ ਨਹੀਂ ਕਿੱਦਾਂ ਰਿਐਕਟ ਕਰਨਾ, ਵਾਈਫ ਕਹੇ ਚਾਹ ਬਣਾਉਣੀ ਕਿ ਨਹੀਂ ਬਣਾਉਣੀ। ਹਾਂਜੀ, ਠੀਕ ਹੈ ਜੀ।
ਸੋ ਸੇਮ ਵੇ ਜੇ ਮੈਂ ਕਿਸੇ ਨੂੰ ਘਰ ਲੈ ਕੇ ਆਉਣਾ, ਜੇ ਮਨਜੀਤ ਦੇ ਮੱਥੇ ਤੇ ਤੀੜੀਆਂ, ਤਰੱਕੀ ਕਿੱਥੋਂ ਹੋਣੀ ਆ? ਹਾਂਜੀ ਹਾਂਜੀ, ਉਹ ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ ਸੀ। ਤਰੱਕੀਆਂ ਜਿਹੜੀਆਂ ਉਹ ਮੇਲ ਮਿਲਾਪ ਨਾਲ ਹੀ ਹੁੰਦੀਆਂ, ਲੋਕਾਂ ਦੇ ਨਾਲ ਰਿਸ਼ਤੇ ਗੰਢ ਕੇ, ਯਾਨੀ ਕਿ ਜਿਹੜੇ ਜਿਸ ਤਰੀਕੇ ਦੇ ਰਿਸ਼ਤੇ ਹੈਗੇ ਆ, ਹਾਂਜੀ ਰਾਈਟ, ਉਹਨਾਂ ਨੂੰ ਵੈਲਿਊ ਦੇ ਕੇ। ਜੇ ਘਰ ਆਇਆ ਮੈਨੂੰ ਵੈਲਿਊ ਨਹੀਂ ਮਿਲ ਰਹੀ, ਅਗਲੇ ਮੇਰੇ ਦੇਖ ਲੈਂਦੇ ਘਰ 'ਚ ਕਿੰਨੀ ਕੁ ਵੈਲਿਊ ਹੈਗੀ ਆ, ਤਾਂ ਅਗਲਾ ਕਹਿੰਦਾ ਵੀ ਬਾਹਰ ਵੀ ਸਾਨੂੰ ਇੰਨੀ ਕੁ ਹੀ ਵੈਲਿਊ ਦਊਗਾ ਇਹ। ਹਾਂਜੀ, ਠੀਕ ਹੈ ਜੀ। ਸੋ ਇਹ ਬਹੁਤ ਵੱਡੀ ਗੱਲ ਆ ਵੀ ਜਿਸ ਘਰ ਦੇ ਵਿੱਚ ਤਰੱਕੀ ਕਰਨੀ ਆ, ਉਸ ਘਰ ਦੇ ਜਿਹੜੀ ਉਹਦੇ ਕਹਿਣਾਂਗ ਜਿਹੜੀ ਉਸ ਦੀ ਸਵਾਣੀ ਆ, ਜਿਹੜੀ ਉਸ ਘਰ ਦੀ ਔਰਤ ਆ ਜਾਂ ਉਸ ਘਰ ਦੀ ਮਾਲਕਣ ਹੈਗੀ ਆ, ਉਹਦੇ ਮੱਥੇ ਤੇ ਵੱਟ ਨਹੀਂ ਹੋਣਾ ਚਾਹੀਦਾ। ਜਿਹੜਾ ਬੰਦਾ ਬਾਹਰੋਂ ਆ ਰਿਹਾ ਉਹਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਉਹਨੇ ਮੇਰੇ ਲਈ ਚਾਹ ਬਣਾਉਣੀ ਨਹੀਂ ਬਣਾਉਣੀ। ਹਾਂਜੀ, ਸਹੀ। ਸੋ ਉਸ ਕਰਕੇ ਜਿਹੜਾ ਉਹ ਇਸ ਚੀਜ਼ ਨੂੰ ਬਹੁਤ ਜ਼ਰੂਰੀ ਆ। ਔਰਤ ਜਿਹੜੀ ਆ ਬਹੁਤ ਇੰਪੋਰਟੈਂਟ ਫੈਕਟਰ ਆ ਤੁਹਾਡੀ ਤਰੱਕੀ ਦੇ ਵਿੱਚ। ਹਾਂਜੀ, ਠੀਕ ਆ। ਜੇ ਔਰਤ ਵੈਸੇ ਪਾਵਰਫੁਲ ਆ, ਪਰ ਔਰਤ ਨੂੰ ਵੀ ਇਹ ਥੋੜਾ ਜਿਹਾ ਸਮਝਣਾ ਚਾਹੀਦਾ ਵੀ ਆਪਾਂ ਜੇ ਤਰੱਕੀ ਕਰਨੀ ਆ ਤਾਂ ਥੋੜਾ ਜਿਹਾ ਮੈਂ ਵੀ ਐਟੀਟਿਊਡ ਚੇਂਜ ਕਰਾਂ, ਆਪਣੀਆਂ ਪਾਵਰਾਂ ਨੂੰ ਕਿੱਥੇ ਕਿੱਥੇ ਯੂਜ਼ ਕਰਨਾ ਤੇ ਕਿਸ ਤਰੀਕੇ ਦੇ ਨਾਲ ਯੂਜ਼ ਕਰਨਾ। ਬਿਲਕੁਲ ਬਿਲਕੁਲ ਜੀ। ਹਾਂਜੀ, ਦੇਖੋ ਔਰਤ ਨੂੰ ਜਿਹੜੀਆਂ ਲੇਡੀਜ਼ ਹੈਗੀਆਂ ਨਾ, ਪਾਵਰ ਬਹੁਤ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ। ਹਾਂਜੀ, ਮੈਂਟਲੀ ਦੇ ਆਰ ਟੂ even stronger than the men, right? And mentally ਜਿਹੜੇ ਆ they melt down ਜਿਹੜੇ ਹਸਬੈਂਡਸ ਔਰ ਮੈਨਸ। ਹਾਂਜੀ, ਠੀਕ ਹੈ। ਸੋ ਪਰ ਫਿਰ ਮੇਰੀ ਇੱਕ ਬੇਨਤੀ ਹੈ ਲੇਡੀਜ਼ ਨੂੰ ਵੀ ਇਹ ਪਾਵਰ ਜਿਹੜੀ ਆ ਇਹਨੂੰ ਪ੍ਰੋਪਰ ਵੇ ਯੂਜ਼ ਕਰੋ। ਹਾਂਜੀ, ਤਾਂ ਸਾਨੂੰ ਬਿਲਡ ਕਰਨ ਦੇ ਲਈ ਇਹ ਜ਼ਰੂਰੀ ਆ, ਤੁਸੀਂ ਬਿਲਡ ਕਰੋ। ਠੀਕ ਹੈ ਜੀ। ਸੋ ਆਪਣਾ ਪ੍ਰੋਗਰਾਮ ਖਤਮ ਹੋਇਆ ਜੀ, ਆਪਣਾ ਟਾਈਮ ਵੀ ਹੋਇਆ, 8:25 ਹੋ ਚੁੱਕਿਆ। ਗਾਂ ਫਿਰ ਅਸੀਂ ਆਪਣੇ ਸਟੂਡੀਓ ਦੇ ਵਿੱਚ ਖਬਰਾਂ ਵੀ ਲੈਣੀਆਂ। ਸੋ ਅਸੀਂ ਸਾਡਾ ਇਹੀ ਆ ਕਿ ਘਰ ਦੇ ਵਿੱਚ ਪਿਆਰ ਦੇ ਨਾਲ ਸਾਰੇ ਇੱਕ ਦੂਜੇ ਦੇ ਨਾਲ। ਬਿਲਕੁਲ। ਸੋ ਦੂਜਾ ਜਿਹੜਾ ਲਿਪ ਗਲੋਸ ਆ ਉਹ ਆਪਾਂ ਸਿਮਰਨ ਨੂੰ ਦਿੰਨੇ ਆ। ਅੱਛਾ ਜੀ। ਹਾਂਜੀ, ਉਹਨਾਂ ਨੇ ਸਿਮਰਨ ਸੰਧੂ ਸੀਗਾ ਨਾਂ ਸ਼ਾਇਦ ਉਹਨਾਂ ਦਾ। ਸੋ ਉਹ ਕਾਲ ਕਰ ਸਕਦੇ ਸਿਮਰਨ ਜੀ ਤੁਸੀਂ। ਹਾਂਜੀ, ਤੁਸੀਂ ਮਨਜੀਤ ਦੇ ਨੰਬਰ ਦੇਖਿਆ ਨਹੀਂ ਐਕਚੁਅਲੀ ਤੁਹਾਡਾ, ਸਿਮਰਨ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਸੀ। ਹਾਂਜੀ, ਮੰਮੀ ਦੀਆਂ ਗੱਲਾਂ ਕੀਤੀਆਂ ਆਪਣੀ ਦੀਆਂ। ਸੋ ਤੁਸੀਂ ਕਾਲ ਕਰ ਲਓ ਜਾਂ ਮਨਜੀਤ ਦੇ ਫੋਨ ਤੇ 6472193660। ਹਾਂਜੀ, ਸੋ ਉੱਥੋਂ ਸਟੂਡੀਓ ਦੇ ਨੰਬਰ ਤੇ ਕਾਲ ਕਰ ਲਿਓ, ਕਰਿਓ ਹੁਣੇ 2-4 ਮਿੰਟਾਂ ਦੇ ਵਿੱਚ ਹੀ। ਹਾਂਜੀ, ਸੋ ਅਸੀਂ ਤੁਹਾਡਾ ਜਿਹੜਾ ਗਿਫਟ ਹੈ ਅਸੀਂ ਦੱਸ ਸਕੀਏ ਵੀ ਇੱਥੇ ਪਿਆ ਕਿ ਅਸੀਂ ਡਿਲੀਵਰ ਕਰ ਸਕਦੇ ਹਾਂ। ਹਾਂਜੀ, ਸੋ ਅਸੀਂ ਆਸ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡੇ ਫੀਡਬੈਕ ਦਿਓ ਐਂਡ ਸਾਨੂੰ ਦੱਸੋ ਕਿਹੜੀਆਂ ਕਮੀਆਂ ਜਿਹੜੀਆਂ ਅਸੀਂ ਪੂਰੀਆਂ ਕਰ ਸਕੀਏ ਐਂਡ ਕਿਹੜੀਆਂ ਅਛਾਈਆਂ ਜਿਨ੍ਹਾਂ ਤੇ ਅਸੀਂ ਕੰਮ ਕਰ ਸਕੀਏ। ਹਾਂਜੀ, ਠੀਕ ਹੈ ਜੀ। ਗਾਂ ਦਾ ਪ੍ਰੋਗਰਾਮ ਇਹ ਤੋਂ ਵੀ ਵਧੀਆ ਬਣਾ ਕੇ ਲੈ ਕੇ ਆਈਏ। ਸੋ ਇਹਨਾਂ ਦੁਆਵਾਂ ਦੇ ਨਾਲ ਖੁਸ਼ ਰਹੋ, ਆਬਾਦ ਰਹੋ, ਸ਼ਾਦ ਰਹੋ। ਰਾਈਟ, ਯੂਜ਼ ਪ੍ਰੀਕਾਸ਼ਨਸ। ਨੈਕਸਟ ਵੀਕ ਅਸੀਂ ਤੁਹਾਨੂੰ ਫੇਰ ਮਿਲਾਂਗੇ ਸੇਮ ਟਾਈਮ ਸੇਮ ਚੈਨਲ ਤੇ। ਹਾਂਜੀ, ਸੇਮ ਜਗ੍ਹਾ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।